ਐਲੋਪੈਥਿਕਲੀ ਉਹਨਾਂ ਨੇ ਐਲੋਪੈਥਿਕ ਵਾਸਤੇ ਬੋਲਿਆ ਤੇ ਦੂਜਾ ਜਿਹੜਾ ਉਹ ਧਮਕੀਆਂ ਭਰੇ ਲਹਿਜ਼ੇ ਦੇ ਨਾਲ ਜਿਹੜੀ ਇਹ ਗੱਲ ਕਹਿ ਰਹੇ ਨੇ ਕਿ ਕਿਸੇ ਦਾ ਬਾਪ ਵੀ ਮੈਨੂੰ गिरफ्तार नहीं कर सकता। क्विक अरेस्ट स्वामी रामदेव, कभी कुछ चलाते हैं, कभी कुछ चलाते हैं, कभी ठग रामदेव, कभी महाठग रामदेव, कभी जो है कभी गिरफ्तार रामदेव। उनका बाप भी कोई नहीं कर सकता स्वामी रामदेव को। बाबा रामदेव ਜਿਹੜੇ ਨੇ ਉਹਨਾਂ ਦੀ ਜਿਹੜੀ ਇਹ ਐਟੀਟਿਊਡ ਕਹਿ ਲਓ ਜਾਂ ਫਿਰ ਇਹ ਬਚਕਾਨੀ ਹਰਕਤ ਜਿਹੜੇ WhatsApp ਤੋਂ ਮੈਸੇਜ ਪੜ੍ਹ ਕੇ ਐਲੋਪੈਥਿਕ ਦੇ ਉੱਤੇ ਉਹ ਸਵਾਲ ਖੜੇ ਕਰ ਰਹੇ ਨੇ, ਇਹਨਾਂ ਨੂੰ ਤੁਸੀਂ ਆਪਣੇ ਨਜ਼ਰੀਏ ਤੋਂ ਕਿਵੇਂ ਦੇਖਦੇ ਹੋ? एलोपैथी एक ऐसी स्टूपिड और दिवालिया साइंस है कि पहले क्लोरोक्विन फेल हुई, फिर रेमडेसिविर फेल हो गई, फिर एंटीबायोटिक्स इनके फेल हो गए, फिर स्टेरॉइड इनके फेल हो गए, प्लाज्मा थेरापी के ऊपर भी कल बैन लग गया। जो है अभी एक बुखार के लिए क्या दे रहे हैं वो फेविफ्लू, वो भी फेल है। जितने भी दवाएं दे रहे हैं, फिर लोग कह रहे हैं तमाशा हो क्या रहा है। ਐਲੋਪੈਥਿਕ ਲਈ ਇਸ ਤਰ੍ਹਾਂ ਦੇ ਸਵਾਲ ਚੁੱਕ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਖਾਣ ਨਾਲ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਹੁਣ ਪ੍ਰਮੋਸ਼ਨ ਕਿਸ ਚੀਜ਼ ਦੀ ਕਰਨਾ ਚਾਹੁੰਦੇ ਨੇ ਬਾਬਾ ਰਾਮਦੇਵ? लेकिन एक शोर मचा रहे हैं कि क्विक अरेस्ट स्वामी रामदेव। अब चलाते रहते, चलाने दो। तुम अपने लोगों को भी थोड़ा सा बीच बीच में अभी प्रैक्टिस हो गई है ट्रेंड चलाने की, और आप वो ट्रेंड में हमेशा ही जब टॉप पर पहुंच जाते हो, इसके लिए भी आपका बहुत बहुत अभिनंदन। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਬਿਲਕੁਲ ਸਾਰੇ ਜਣੇ ਠੀਕ ਹੋਵੋਗੇ। ਸੋ ਠੀਕ ਹੋਵੋਗੇ ਤੇ ਠੀਕ ਹੋਣ ਦੇ ਨਾਲ ਨਾਲ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਲੇ ਦੁਆਲੇ ਜੋ ਵੀ ਐਡਵਰਟੀਜ਼ਮੈਂਟ ਜਾਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਮੈਸੇਜ ਆਉਂਦਾ ਹੈ ਇਹਨਾਂ ਦਿਨਾਂ ਦੇ ਵਿੱਚ, ਸਪੈਸ਼ਲੀ ਜਦੋਂ ਵਾਇਰਸ ਹੈ, ਬਹੁਤ ਸਾਰੀਆਂ ਕੁਦਰਤੀ ਆਫਤਾਂ ਸਾਡੇ ਆਲੇ ਦੁਆਲੇ ਨੇ, ਤਾਂ ਜਦੋਂ ਇੱਦਾਂ ਦੇ ਕੋਈ ਮੈਸੇਜਸ ਆਉਂਦੇ ਨੇ ਤਾਂ ਕੋਸ਼ਿਸ਼ ਕਰਿਆ ਕਰੋ ਉਹਨਾਂ ਨੂੰ ਅਵੋਇਡ ਕਰਿਆ ਕਰੋ ਜਦੋਂ ਤੱਕ ਤੁਹਾਨੂੰ ਇਹ ਪੁਖਤਾ ਨਾ ਹੋ ਜਾਏ ਜਾਣਕਾਰੀ ਵੀ ਇਹ ਮੈਸੇਜ ਸਹੀ ਹੈ ਜਾਂ ਇਹ ਜਾਣਕਾਰੀ ਜਿਹੜੀ ਹੈ ਉਹ ਸਹੀ ਹੈ। ਉਦੋਂ ਤੱਕ ਉੱਤੇ ਭਰੋਸਾ ਨਾ ਕਰਿਆ ਕਰੋ। ਕਈ ਵਾਰੀ ਜਦੋਂ ਅਸੀਂ ਸ਼ੋਅ ਦੇ ਵਿੱਚ ਵੀ ਗੱਲਾਂ ਕਰਦੇ ਹਾਂ, ਮੇਰੇ ਬਹੁਤ ਸਾਰੇ ਕਾਲਰਸ ਮੇਰੇ ਨਾਲ ਜੁੜਦੇ ਨੇ, ਉਹ ਕਈ ਵਾਰੀ ਇੱਦਾਂ ਦੀ ਗੱਲ ਕਰ ਦਿੰਦੇ ਨੇ, ਕਈ ਵਾਰੀ ਇੱਦਾਂ ਦੀ ਨਿਊਜ਼ ਦੱਸ ਦਿੰਦੇ ਨੇ ਜਿਹੜੀ ਸਾਡੇ ਕੋਲ ਵੀ ਨਹੀਂ ਹੁੰਦੀ। ਉਹ ਸਾਡੇ ਕੋਲ ਤਾਂ ਨਹੀਂ ਹੁੰਦੀ ਕਿਉਂਕਿ ਉਹ ਨਿਊਜ਼ ਹੁੰਦੀ ਨਹੀਂ ਹੈ। ਸੋਸ਼ਲ ਮੀਡੀਆ ਤੋਂ ਕੁਛ ਵੀ ਆਇਆ, ਆਪਾਂ ਉਹਦੇ 'ਤੇ ਕਦੀ ਭਰੋਸਾ ਕਰਕੇ ਟੈਨਸ਼ਨ ਵੀ ਲੈ ਜਾਂਦੇ ਹਾਂ ਕਿ ਹਾਏ ਤੌਬਾ ਇੱਦਾਂ ਹੋਈ ਜਾਂਦਾ ਹੈ, ਹੁਣ ਆਹ ਹੋ ਜਾਊਗਾ। ਪੈਨਿਕ ਕ੍ਰੀਏਟ ਹੁੰਦਾ ਸਾਡੇ ਅੰਦਰ, ਅਸੀਂ ਆਪਣੇ ਆਪ ਨੂੰ ਪਰੇਸ਼ਾਨ ਕਰਦੇ ਹਾਂ। ਸੋ ਇਹ ਕੋਸ਼ਿਸ਼ ਕਰਿਆ ਕਰੋ ਜ਼ਰੂਰ ਕਿ ਹਰ ਆਈ ਖਬਰ ਜਿਹੜੀ ਹੈ, ਹਰ ਕਿਤੋਂ ਵੀ ਖਬਰ ਆਈ ਉਹ ਸਹੀ ਨਹੀਂ ਹੁੰਦੀ। ਅਤੇ ਸਪੈਸ਼ਲੀ WhatsApp ਦੇ ਉੱਤੇ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਉਹਨਾਂ ਦੇ ਉੱਤੋਂ ਵੀ ਕੋਈ ਮੈਸੇਜ ਹੋਰ ਵੀ ਆਉਂਦਾ ਹੈ, ਚਾਹੇ ਉਹ ਖਬਰ ਨਾ ਹੋਵੇ, ਨਿਊਜ਼ ਨਾਲ ਸੰਬੰਧਿਤ ਕੁਛ ਨਾ ਹੋਵੇ, ਵੈਸੇ ਵੀ ਕੋਈ ਮੈਸੇਜ ਆ ਜਾਂਦਾ ਹੈ ਤਾਂ ਉਹਦੇ ਤੋਂ ਵੀ ਇੰਨੀ ਜਲਦੀ ਭਰੋਸਾ ਨਾ ਕਰਿਆ ਕਰੋ ਕਿ ਤੁਸੀਂ ਆਪਣਾ ਟੈਗ ਲਗਾ ਕੇ ਉਹਨੂੰ ਅੱਗੇ ਲੋਕਾਂ ਤੱਕ ਪਹੁੰਚਾਉਣਾ ਸ਼ੁਰੂ ਕਰ ਦਿਓ। ਸੋ ਕਿਉਂਕਿ ਦੇਖੋ ਵੱਡੇ ਜਿਹੜੇ ਯੋਗ ਗੁਰੂ ਨੇ ਉਹ ਇਹ ਗਲਤੀਆਂ ਕਰ ਰਹੇ ਨੇ। ਹਾਲ ਹੀ ਦੇ ਵਿੱਚ ਬਾਬਾ ਰਾਮਦੇਵ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਬਾਬਾ ਰਾਮਦੇਵ ਨੇ ਕੀ ਕਰ ਦਿੱਤਾ? ਯੋਗ ਗੁਰੂ ਨੇ ਬਾਬਾ ਰਾਮਦੇਵ ਸਾਰੇ ਤੁਸੀਂ ਜਾਣਦੇ ਹੀ ਹੋਵੋਗੇ। ਬਾਬਾ ਰਾਮਦੇਵ ਦੇ ਕੋਲ ਕੁਝ ਦਿਨਾਂ ਤੋਂ ਇੱਕ WhatsApp ਦੇ ਉੱਤੇ ਨਾ ਮੈਸੇਜ ਚੱਲ ਰਿਹਾ ਸੀਗਾ। ਉਹ ਮੈਸੇਜ ਸੀਗਾ ਕਿ ਐਲੋਪੈਥਿਕ ਜਿਹੜੀ ਹੈ ਉਹਦੇ ਉੱਤੇ ਸਵਾਲ ਚੁੱਕੇ ਗਏ ਸੀ, ਐਲੋਪੈਥਿਕ ਦਾ ਕੋਈ ਫਾਇਦਾ ਨਹੀਂ ਹੈ, ਐਲੋਪੈਥਿਕ ਇੱਦਾਂ ਉੱਦਾਂ ਬਹੁਤ ਸਾਰੇ ਸਵਾਲ। ਸੋ ਇੱਦਾਂ ਦੀ ਯਕੀਨਨ ਮੈਸੇਜਿਸ ਕੋਈ ਅੱਜ ਦੇ ਦੌਰ ਦੇ ਵਿੱਚ, ਅੱਜ ਦੇ ਟਾਈਮ 'ਚ ਨਹੀਂ ਆ ਰਹੇ ਜਦੋਂ ਵਾਇਰਸ ਸਾਡੇ ਆਲੇ ਦੁਆਲੇ ਹੈ। ਇਹ ਤਾਂ ਚੱਲਦੇ ਹੀ ਰਹਿੰਦੇ ਹਮੇਸ਼ਾ ਤੋਂ। ਸੋਸ਼ਲ ਮੀਡੀਆ ਦਾ ਜ਼ਮਾਨਾ ਜਦੋਂ ਤੋਂ ਫਾਸਟ ਹੋਇਆ ਉਦੋਂ ਤੋਂ ਤਾਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਨੇ ਜਿਹੜੀ ਆਪਣੀ ਥਾਂ ਬਣਾ ਲਈ ਹੈ। ਪਰ ਇੱਕ ਯੋਗ ਗੁਰੂ ਹੋਣ ਦੇ ਨਾਤੇ ਜਦੋਂ ਬਾਬਾ ਰਾਮਦੇਵ ਜਿਹੜੇ ਨੇ ਉਹ ਐਲੋਪੈਥਿਕਲੀ ਬਹੁਤ ਸਾਰੇ ਸਵਾਲ ਕਰ ਗਏ ਤੇ ਜਦੋਂ ਕਾਫੀ ਸਾਰੇ ਵਿਵਾਦਾਂ ਦੇ ਵਿੱਚ ਰਾਮਦੇਵ ਘਿਰ ਗਏ ਤਾਂ ਉਹਨਾਂ ਨੇ ਉਸ ਚੀਜ਼ ਦਾ ਹਵਾਲਾ ਇਹ ਦਿੱਤਾ, ਕਲੈਰੀਫਿਕੇਸ਼ਨ ਇਹ ਦਿੱਤਾ ਕਿ ਮੈਂ ਤਾਂ WhatsApp ਤੋਂ ਆਇਆ ਮੈਸੇਜ ਜਿਹੜਾ ਉਹ ਪੜ੍ਹ ਰਿਹਾ ਸੀ। ਜੇ WhatsApp ਤੋਂ ਆਇਆ ਮੈਸੇਜ ਵੀ ਉਹ ਪੜ੍ਹ ਰਹੇ ਸੀਗੇ ਤਾਂ ਇਹ ਕਿੰਨੀ ਗਲਤ ਗੱਲ ਹੈ ਕਿ ਤੁਸੀਂ ਬਕਾਇਦਾ ਕਾਨਫਰੰਸ ਕਰ ਰਹੇ ਹੋ, ਤੁਸੀਂ ਉੱਥੇ ਬੈਠੇ ਹੋ, ਲੋਕਾਂ ਦੇ ਮੁਖਾਤਿਬ ਹੋ ਰਹੇ ਹੋ ਤੇ ਤੁਸੀਂ ਆਪਣੇ ਪਲੇਟਫਾਰਮ ਦੇ ਉੱਤੇ ਬੈਠ ਕੇ ਉਸ WhatsApp ਦੇ ਮੈਸੇਜ ਨੂੰ ਪੜ੍ਹ ਰਹੇ ਹੋ ਜਿਹਦੇ ਵਿੱਚ ਐਲੋਪੈਥਿਕਲੀ ਬਹੁਤ ਸਾਰੇ ਸਵਾਲ ਚੁੱਕੇ ਗਏ ਨੇ। ਔਰ ਇਹ ਪੜ੍ਹਦੇ ਹੋਏ ਬਾਬਾ ਰਾਮਦੇਵ ਕੀ ਸੋਚ ਰਹੇ ਹੋਣਗੇ? ਹੁਣ ਇੱਕ ਯੋਗ ਗੁਰੂ ਹੈ, ਉਹ ਕਿਸੇ ਦੂਜੀ ਦਵਾਈ ਦੇ ਉੱਤੇ ਜਿਹਨੂੰ ਇੱਕ ਮੈਡੀਕਲ ਸਾਇੰਸ ਦੇ ਉੱਤੇ ਸਵਾਲ ਚੁੱਕ ਰਹੇ ਨੇ। ਇਹ ਬਹੁਤ ਹੀ ਸ਼ਰਮਨਾਕ ਚੀਜ਼ ਹੈ ਕਿ ਮੈਡੀਕਲ ਸਾਇੰਸ ਜਿਹੜੀ ਹੈ ਉਹਦੀ ਤਰੱਕੀ ਕਿੱਥੋਂ ਤੱਕ ਹੋ ਚੁੱਕੀ ਹੈ। ਸਾਰੀ ਦੁਨੀਆ ਜਿਹੜੀ ਹੈ ਮੈਡੀਕਲ ਸਾਇੰਸ ਦੇ ਤਰੀਕੇ ਨਾਲ ਚੱਲਦੀ ਹੈ ਅਤੇ ਉਸ ਦੇ ਉੱਤੇ ਇਸ ਤਰੀਕੇ ਨਾਲ ਸਵਾਲ ਚੁੱਕਣੇ
ਤਰਕ ਹੁੰਦੇ ਹਰ ਕਿਸੇ ਦੇ। ਸ਼ਾਇਦ ਮੇਰੇ ਐਲੋਪੈਥਿਕ ਨੂੰ ਲੈ ਕੇ ਜਾਂ ਆਯੁਰਵੈਦਿਕ ਦਵਾਈ ਆ ਉਹਨੂੰ ਲੈ ਕੇ ਮੇਰੇ ਆਪਣੇ ਤਰਕ ਹੋ ਸਕਦੇ ਨੇ, ਤੁਹਾਡੇ ਸਾਰਿਆਂ ਦੇ ਆਪਣੇ ਤਰਕ ਹੋ ਸਕਦੇ ਨੇ, ਆਪਣੇ ਸਾਰਿਆਂ ਦੇ ਵੱਖ-ਵੱਖ ਤਰਕ ਹੁੰਦੇ ਨੇ, ਹਰ ਬੰਦਾ ਸੇਮ ਨਹੀਂ ਸੋਚਦਾ। ਪਰ ਉਹਨਾਂ ਨੂੰ ਮੈਂ ਆਪਣੇ ਤੱਕ ਸੀਮਿਤ ਰੱਖਾਂਗੀ, ਤੁਸੀਂ ਆਪਣੇ ਤੱਕ ਸੀਮਿਤ ਰਹੋਗੇ। ਅਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ਾਇਦ ਉਹ ਗੱਲ ਕਰਨਗੇ ਐਲੋਪੈਥਿਕ ਦੀ ਤਾਂ ਮੈਂ ਵੀ ਉਹਨਾਂ ਨਾਲ ਗੱਲ ਕਰ ਦੇਵਾਂਗੀ, ਯਕੀਨਨ ਤੁਸੀਂ ਵੀ ਸਾਰੇ ਇੱਦਾਂ ਹੀ ਕਰਦੇ ਹੋਵੋਗੇ। ਪਰ ਐਡੇ ਵੱਡੇ ਪਲੇਟਫਾਰਮ ਤੇ ਬੈਠ ਕੇ ਉਸ ਚੀਜ਼ ਨੂੰ ਜਿਹੜਾ ਹੈ ਸਾਰਿਆਂ ਦੇ ਵਿੱਚ ਕਹਿ ਦੇਣਾ, ਐਲੋਪੈਥਿਕ ਸੰਬੰਧੀ ਸਵਾਲ ਚੁੱਕ ਦੇਣਾ, ਇਹ ਤਾਂ ਸ਼ਾਇਦ ਇੱਕ ਬਚਕਾਨੀ ਹਰਕਤ ਜਾਂ ਫਿਰ ਇਹਨੂੰ ਬੇਵਕੂਫੀ ਕਹਿ ਲਓ, ਜਾਂ ਤੁਸੀਂ ਹੋਰ ਵੀ ਇਹਨੂੰ ਨਾਮ ਦੇ ਸਕਦੇ ਹੋ, ਇਹੀ ਕਿਹਾ ਜਾ ਸਕਦਾ ਹੈ। ਬਾਬਾ ਰਾਮਦੇਵ ਕਹਿੰਦੇ ਨੇ ਕਿ ਇੱਕ WhatsApp ਤੋਂ ਮੈਸੇਜ ਆਇਆ ਸੀ, ਮੈਂ ਤਾਂ ਜੀ ਉਹ ਪੜ੍ਹ ਰਿਹਾ ਸੀਗਾ। ਹਾਲਾਂਕਿ ਦੂਜੀ ਵੀਡੀਓ ਇੱਕ ਹੋਰ ਬਾਬਾ ਰਾਮਦੇਵ ਦੀ ਸਾਡੇ ਤੱਕ ਪਹੁੰਚੀ ਹੈ। ਉਸ ਵੀਡੀਓ ਦੇ ਵਿੱਚ ਬਾਬਾ ਰਾਮਦੇਵ ਜਿਹੜੇ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਮੇਰੇ ਲਈ ਬਹੁਤ ਤਰ੍ਹਾਂ ਦੇ ਮੈਸੇਜ ਜਿਹੜੇ ਨੇ ਆਉਂਦੇ ਨੇ, ਮੇਰੇ ਲਈ ਇਹ ਕਿਹਾ ਜਾਂਦਾ ਕਿ ਕੁਇਕ ਜਿਹੜਾ ਹੈ ਰਾਮਦੇਵ ਨੂੰ ਗ੍ਰਿਫਤਾਰ ਕਰੋ, ਤੇ ਜਿਹਦੇ ਵਿੱਚ ਰਾਮਦੇਵ ਦੀ ਜਿਹੜੀ ਸ਼ਬਦਾਵਲੀ ਹੈ ਉਹ ਇਹ ਹੈ, ਉਹ ਕਹਿੰਦੇ ਨੇ ਕਿ ਕਿਸੇ ਦਾ ਬਾਪ ਵੀ ਮੈਨੂੰ ਜਿਹੜਾ ਹੈ ਗ੍ਰਿਫਤਾਰ ਨਹੀਂ ਕਰ ਸਕਦਾ। ਇਹ ਜਿਹੜਾ ਲਹਿਜ਼ਾ ਹੈ ਜਾਂ ਇਹ ਕਿਹਦੇ ਲਈ ਕਿਹਾ ਜਾ ਰਿਹਾ ਹੈ, ਇਸ ਦੀ ਤਾਂ ਚੰਗੇ ਤਰੀਕੇ ਨਾਲ ਕੋਸ਼ਿਸ਼ ਕਰਾਂਗੇ ਆਪਾਂ, ਜਾਂਚ ਪੜਤਾਲ ਜਿਹੜੀ ਹੈ ਕਰੀਏ, ਇਸ 'ਤੇ ਹੀ ਗੱਲ ਕਰਾਂਗੇ ਅੱਜ। ਤੇ ਬਾਬਾ ਰਾਮਦੇਵ ਦੇ ਦੋਨੋਂ ਬਿਆਨ ਵੀ ਤੁਹਾਨੂੰ ਸੁਣਾਵਾਂਗੇ, ਜਿਹੜਾ ਐਲੋਪੈਥਿਕਲੀ ਉਹਨਾਂ ਨੇ ਐਲੋਪੈਥਿਕ ਵਾਸਤੇ ਬੋਲਿਆ, ਤੇ ਦੂਜਾ ਜਿਹੜਾ ਉਹ ਧਮਕੀਆਂ ਭਰੇ ਲਹਿਜ਼ੇ ਦੇ ਨਾਲ ਜਿਹੜੀ ਇਹ ਗੱਲ ਕਹਿ ਰਹੇ ਨੇ ਕਿ ਕਿਸੇ ਦਾ ਬਾਪ ਵੀ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦਾ। ਦੋਨੋਂ ਬਿਆਨ ਤੁਹਾਨੂੰ ਸੁਣਾਵਾਂਗੇ, ਤੇ ਉਸ ਤੋਂ ਬਾਅਦ ਤੁਸੀਂ ਵੀ ਡਿਸਾਈਡ ਕਰਿਓ ਕਿ ਇਹਦੇ ਵਿੱਚ ਕੀ ਕੱਢਣ ਪਾਉਣ ਨੂੰ ਹੈ। ਤੇ ਬਾਬਾ ਰਾਮਦੇਵ ਜਿਹੜੇ ਨੇ ਉਹਨਾਂ ਦੀ ਜਿਹੜੀ ਇਹ ਐਟੀਟਿਊਡ ਕਹਿ ਲਓ ਜਾਂ ਫਿਰ ਇਹ ਬਚਕਾਨੀ ਹਰਕਤ, ਜਿਹੜੇ WhatsApp ਤੋਂ ਮੈਸੇਜ ਪੜ੍ਹ ਕੇ ਐਲੋਪੈਥਿਕ ਦੇ ਉੱਤੇ ਉਹ ਸਵਾਲ ਖੜੇ ਕਰ ਰਹੇ ਨੇ, ਇਹਨਾਂ ਨੂੰ ਤੁਸੀਂ ਆਪਣੇ ਨਜ਼ਰੀਏ ਤੋਂ ਕਿਵੇਂ ਦੇਖਦੇ ਹੋ? ਫੋਨ ਕਾਲਸ ਜਿਹੜੀਆਂ ਨੇ ਆਪਾਂ ਰੂਟੀਨ ਦੇ ਵਿੱਚ ਉਹ ਲੈਣੇ ਆ, ਤੁਸੀਂ ਸਾਰੇ ਜ਼ਰੂਰ ਇਸ ਟੌਪਿਕ ਤੇ ਗੱਲ ਕਰਿਓ ਤੇ ਮੈਨੂੰ ਦੱਸਿਓ ਕਿ ਇਸ ਦੇ ਉੱਤੇ ਤੁਹਾਡੇ ਜਿਹੜੇ ਆਪਣੇ ਵਿਚਾਰ ਨੇ ਉਹ ਕੀ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਸੁਣਦੇ ਹਾਂ ਬਾਬਾ ਰਾਮਦੇਵ ਐਲੋਪੈਥਿਕਲੀ ਕੀ ਕੁਝ ਕਹਿੰਦੇ ਨਜ਼ਰ ਆਏ। जो सुपर साइंस बोलने वाले हैं कि गजब का तमाशा है। एलोपैथी एक ऐसी स्टूपिड और दिवालिया साइंस है कि पहले क्लोरोक्विन फेल हुई, फिर रेमडेसिविर फेल हो गई, फिर एंटीबायोटिक्स इनके फेल हो गए, फिर स्टेरॉइड इनके फेल हो गए, प्लाज्मा थेरापी के ऊपर भी कल बैन लग गया, और इवरमाक्टिन भी फेल हो गया, और जो है अभी एक बुखार के लिए क्या दे रहे हैं वो फेविफ्लू, वो भी फेल है। जितने भी दवाएं दे रहे हैं, फिर लोग कह रहे हैं तमाशा हो क्या रहा है? बुखार की दवाई उनकी कोई कोरोना के ऊपर काम नहीं कर रही, क्योंकि आप बॉडी का टेम्परेचर उतार देते हैं। टेम्परेचर जिस कारण से आ रहा है, उस वायरस को, उस इन्फ्लेमेशन को, उस बैक्टीरिया को, उस जो है अलग उस फंगस को, जो भी अलग अलग प्रकार के इन्फेक्शन से जिस कारण से बुखार हो रहा हो, उसका निवारण तुम्हारे पास में है नहीं, तो कैसे ठीक करोगे? इसलिए मैं एक बहुत बड़ी बात कह रहा हूं, हो सकता है इसके ऊपर कुछ लोग विवाद करें। लाखों लोगों की मौत एलोपैथी की दवा खाने से हुई है। जितने लोगों की मौत हॉस्पिटल न जाने के कारण से हुई है, ऑक्सीजन न मिलने के कारण से हुई है, उससे ज्यादा लोगों की मौत ऑक्सीजन के बावजूद हुई है, दवा एलोपैथी की दवा मिलने के बावजूद हुई है। ਸੋ ਐਲੋਪੈਥਿਕ ਲਈ ਇਸ ਤਰ੍ਹਾਂ ਦੇ ਸਵਾਲ ਚੁੱਕ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਖਾਣ ਨਾਲ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਹੁਣ ਪ੍ਰਮੋਸ਼ਨ ਕਿਸ ਚੀਜ਼ ਦੀ ਕਰਨਾ ਚਾਹੁੰਦੇ ਨੇ ਬਾਬਾ ਰਾਮਦੇਵ, ਉਸੇ ਤੱਕ ਅੱਗੇ ਗੱਲ ਕਰਾਂਗੇ। ਖੈਰ ਦੂਜਾ ਬਿਆਨ ਵੀ ਸੁਣ ਲੈਂਦੇ ਹਾਂ, ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਕਿਸੇ ਦਾ ਬਾਪ ਵੀ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦਾ। उनका बाप भी कोई नहीं कर सकता स्वामी रामदेव को, लेकिन एक शोर मचा रहे हैं कि क्विक अरेस्ट स्वामी रामदेव, क्विक अरेस्ट स्वामी रामदेव। कभी कुछ चलाते हैं, कभी कुछ चलाते हैं, कभी ठग रामदेव, कभी महाठग रामदेव, कभी जो है कभी गिरफ्तार रामदेव। अब चलाते रहते, चलाने दो। तुम अपने लोगों को भी थोड़ा सा बीच बीच में अभी प्रैक्टिस हो गई है ट्रेंड चलाने की, और आप वो ट्रेंड में हमेशा ही जब टॉप पर पहुंच जाते हो, इसके लिए भी आपका बहुत बहुत अभिनंदन। ਸੋ ਦੋਨੇ ਬਿਆਨ ਤੁਸੀਂ ਬਾਬਾ ਰਾਮਦੇਵ ਦੇ ਸੁਣ ਲਏ ਨੇ। ਰਾਜੇਸ਼ ਗਿੱਲ ਜੀ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ, ਛਾਣਬੀਨ ਕਰਦੇ ਹਾਂ ਇਹਨਾਂ ਬਿਆਨਾਂ ਦੀ, ਉਹਨਾਂ ਦੇ ਨਾਲ ਹੀ ਗੱਲ ਕਰਦੇ ਹਾਂ। ਰਾਜੇਸ਼ ਜੀ ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ।
ਰਾਜੇਸ਼ ਜੀ, ਬਾਬਾ ਰਾਮਦੇਵ ਦੇ ਦੋਨੋਂ ਬਿਆਨ ਸੁਣੇ ਨੇ। ਬਾਬਾ ਰਾਮਦੇਵ ਟ੍ਰੈਂਡ ਦੀਆਂ ਗੱਲਾਂ ਕਰਦੇ ਨੇ, ਕਹਿੰਦੇ ਨੇ ਕਿ ਲੋਕ ਇਹ ਚਲਾ ਰਹੇ ਨੇ, ਕੋਈ ਇਹ ਚਲਾ ਰਿਹਾ ਹੈ, ਕੁਇਕ ਅਰੈਸਟ ਰਾਮਦੇਵ, ਕਿਸੇ ਦਾ ਬਾਪ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦਾ, ਐਲੋਪੈਥਿਕ ਜਿਹੜੀ ਹੈ ਉਹਦਾ ਕੋਈ ਫਾਇਦਾ ਨਹੀਂ ਹੈ, 100 ਜਿਹੜੇ ਨੁਕਸਾਨ ਉਹਨਾਂ ਨੇ ਐਲੋਪੈਥਿਕ ਦੇ ਵਿੱਚ ਕੱਢ ਦਿੱਤੇ। ਪਰ ਇਹਨਾਂ ਦੀ ਬੋਲਬਾਣੀ ਤੋਂ ਜੋ ਸਮਝ ਆ ਰਹੀ ਉਹ ਇਹੀ ਹੈ ਵੀ ਸੋਸ਼ਲ ਮੀਡੀਆ ਦੇ ਉੱਤੇ ਸ਼ਾਇਦ ਬਾਬਾ ਰਾਮਦੇਵ ਜ਼ਿਆਦਾ ਐਕਟਿਵ ਰਹਿ ਰਹੇ ਨੇ, ਸੋਸ਼ਲ ਮੀਡੀਆ ਦੀ ਖਬਰ ਨੂੰ ਜ਼ਿਆਦਾ ਤਵੱਜੋ ਦੇ ਰਹੇ ਨੇ, ਤੇ ਸ਼ਾਇਦ ਉਹ ਇਹ ਧਿਆਨ ਨਹੀਂ ਦੇ ਰਹੇ ਵੀ ਇਹ ਕੌਣ ਚਲਾ ਰਿਹਾ, ਕਿੱਥੋਂ ਆ ਰਹੀ ਹੈ, ਕਿੱਥੋਂ ਨਹੀਂ। ਤੇ ਪਰ ਬਾਬਾ ਰਾਮਦੇਵ ਸ਼ਾਇਦ ਇਹਨਾਂ ਦਿਨਾਂ ਦੇ ਵਿੱਚ ਵਿਹਲੇ ਹੋ ਕੇ ਬਹਿ ਗਏ ਨੇ ਵੀ ਉਹ ਇਸ ਤੇ ਸਫਾਈ ਦਿੰਦੇ ਦਿੰਦੇ ਕੁਝ ਵੀ ਬੋਲੇ ਜਾ ਰਹੇ ਨੇ। ਦੇਖੋ, ਕਹਿੰਦੇ ਨੇ ਕਿ ਜਬ ਸਈਆਂ ਬਹਿ ਕਤਵਾਲ ਡਰ ਕਾਹੇਗਾ। ਜਦ ਉਹਨਾਂ ਨੂੰ ਲੱਗਦਾ ਕਿ ਸਰਕਾਰ ਆਪਣੀ ਹੈ, ਜਦੋਂ ਕੋਰੋਨਿਲ ਜਦੋਂ ਲਾਂਚ ਕਰਦੇ ਨੇ ਤੇ ਦੇਸ਼ ਦੇ ਜਿਹੜੇ ਸਿਹਤ ਮੰਤਰੀ ਨੇ ਹਰਸ਼ਵਰਧਨ ਜੀ ਤੇ ਨਾਲ ਨਿਤਿਨ ਗਡਕਰੀ ਜਿਹੜੇ ਉਹ ਬੈਠ ਕੇ ਜਦੋਂ ਲਾਂਚ ਕਰਦੇ ਨੇ ਤੇ ਫਿਰ ਡਰ ਕਾਹੇਗਾ। ਜੋ ਮਰਜ਼ੀ ਬੋਲੀ ਜਾਓ, ਜੋ ਮਰਜ਼ੀ ਕਹੀ ਜਾਓ, ਭਾਵੇਂ ਉਹ ਅਨਸਾਇੰਟਿਫਿਕ ਹੋਏ, ਭਾਵੇਂ ਜੋ ਮਰਜ਼ੀ ਹੋਏ, ਕਹਿ ਦਿਓ, ਕੋਈ ਗੱਲ ਨਹੀਂ। ਉਹਦਾ ਅਸਰ ਕੀ ਹੋਣਾ? ਟ੍ਰੇਡ ਆਪਣਾ ਹੈ, ਟ੍ਰੇਡ ਆਪਣਾ ਵਧਣਾ ਫੁੱਲਣਾ ਚਾਹੀਦਾ, ਕਿਸੇ ਦੇ ਅਸਰ ਪੈਂਦਾ ਨਾ ਪਵੇ। ਲੋਕੀ ਮਰਦੇ ਮਰਨ, ਨਹੀਂ ਮਰਦੇ ਨਾ ਸੀ, ਲੋਕੀ ਕਾੜਾ ਪੀ ਕੇ ਆਪ ਹੀ ਠੀਕ ਹੋ ਜਾਣਗੇ। ਇਹੋ ਜਿਹੀ ਜਦੋਂ ਭਾਵਨਾ ਦਿਮਾਗ ਦੇ ਵਿੱਚ ਹੈ, ਫਿਰ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਹੀ ਹੈ। ਔਰ ਦੇਖੋ, ਸਭ ਤੋਂ ਵੱਡੀ ਆਪਾਂ ਗੱਲ ਸਾਇੰਟਿਫਿਕ ਹੈਗੀ ਜਾਂ ਨਹੀਂ ਹੈਗੀ, ਆਪਾਂ ਰੋਜ਼ ਸਾਰਿਆਂ ਨੂੰ ਸਮਝਾਉਂਦੇ ਆ, ਰੋਜ਼ ਆਪਾਂ ਗੱਲ ਕਰਦੇ ਆ ਲੋਕਾਂ ਨੂੰ ਕਿ ਦੇਖੋ ਜੀ, ਤੁਸੀਂ WhatsApp ਤੇ ਜਿਹੜੇ ਮੈਸੇजेस ਆਉਂਦੇ ਨੇ, ਸੋਸ਼ਲ ਮੀਡੀਆ ਤੇ ਜਿਹੜੇ ਮੈਸੇजेस ਆਉਂਦੇ ਨੇ, ਉਹਨਾਂ ਤੇ ਬਿਲੀਵ ਨਾ ਕਰੋ, ਅੱਖਾਂ ਬੰਨ ਕੇ ਬਿਲੀਵ ਨਾ ਕਰੋ। ਤੇ ਇਹ ਇੱਕ ਉਹ ਸ਼ਖਸ ਜਿਹਨੂੰ ਬਹੁਤ ਸਾਰੇ ਲੋਕ ਫੋਲੋ ਕਰਦੇ ਨੇ ਔਰ ਬਹੁਤ ਵੱਡੀਆਂ ਕੰਪਨੀਆਂ ਚਲਾ ਰਿਹਾ, ਉਹਦੇ ਨਾਲ ਕਰੋਨਾ ਦੀ ਐਡ ਵੀ ਲੋਕਾਂ ਨੂੰ ਦੇ ਰਿਹਾ। ਇਹ ਸ਼ਖਸ ਜਿਹੜਾ ਉਹ WhatsApp ਦੇ ਮੈਸੇਜ ਤੇ ਬਿਲੀਵ ਕਰਕੇ ਲੋਕਾਂ ਨੂੰ ਸੁਣਾ ਰਿਹਾ ਔਰ ਇੰਨਾ ਕੁ ਐਕਸਾਈਟਡ ਹੈ ਕਿ ਉਹਨੂੰ ਲੱਗਾ ਕਿ ਇਹ ਤੇ ਮੇਰੀ ਫੇਵਰ ਦਾ ਮੈਸੇਜ ਜਿਹੜਾ ਵਾ ਉਹ ਸਰਕੂਲੇਟ ਹੋ ਰਿਹਾ। ਜੇ ਮੈਂ ਇਹਨੂੰ ਖੁਦ ਪੜ੍ਹ ਕੇ ਬੋਲਾਂਗਾ, ਖੁਦ ਲੋਕਾਂ ਨੂੰ ਸੁਣਾਉਂਗਾ ਤੇ ਹੋਰ ਜ਼ਿਆਦਾ ਵੱਜੇਗਾ, ਇਹਦੀ ਜਿਹੜੀ ਰੀਚ ਹੈ ਹੋਰ ਵੱਜੇਗੀ। ਤੇ ਲੋਕ ਜਿਹੜੇ ਨੇ ਉਹ ਕੋਰੋਨਿਲ ਜਿਹੜੀ ਆ, ਜਿਹੜੀ ਕਿ ਹਾਲੇ ਤੱਕ ਤੇ ਫੇਲ ਹੁੰਦੀ ਨਜ਼ਰ ਆ ਰਹੀ ਹੈ, ਉਹ ਲੋਕੀ ਵੱਧ ਤੋਂ ਵੱਧ ਲੈਣੀ ਸ਼ੁਰੂ ਕਰ ਦੇਣਗੇ। ਇਹ ਪ੍ਰਮੋਸ਼ਨ ਕਿਹਦੀ ਕਰ ਰਹੇ ਸੀ ਰਾਜੇਸ਼ ਜੀ? ਮੈਸੇਜ ਦੀ ਪ੍ਰਮੋਸ਼ਨ ਕਰ ਰਹੇ ਸੀ ਜਾਂ ਮੈਸੇਜ ਵਿਚਾਲੇ ਕਿਸੇ ਪ੍ਰੋਡਕਟ ਦੀ? ਦੇਖੋ, ਆਬਵੀਅਸਲੀ ਕਿ ਜਦੋਂ ਆਪਣੀ ਦਵਾਈ ਦੀ ਆਪਾਂ ਪ੍ਰਮੋਸ਼ਨ ਕਰਨੀ ਹੈ, ਦੂਸਰੇ ਨੂੰ ਕੀੜੇ ਪਾਵਾਂਗੇ ਤੇ ਫੇਰ ਹੀ ਹੈ ਨਾ। ਉਹੀ ਗੱਲ ਹੋਈ ਕਿ ਕੀੜੇ ਪਾਏ ਗਏ। ਔਰ ਐਲੋਪੈਥਿਕ ਜਿਹੜੀ ਸਾਇੰਟਿਫਿਕ ਆ ਚੀਜ਼ਾਂ ਨੇ, ਜੇ ਅਗਲਾ 2 + 2 4 ਕਹਿ ਰਿਹਾ ਤੇ ਉਹਨੂੰ ਆਪਾਂ ਕਿਵੇਂ ਕਹਾਂਗੇ ਨਹੀਂ ਜੀ ਇਹ 4.5 ਆ, ਇਹ 4.5 ਆ, ਇਹ ਕਿਵੇਂ ਕਹਿ ਦਾਂਗੇ? ਉਹਦੇ ਵਾਸਤੇ ਪ੍ਰੂਫ ਤੇ ਦੇਣੇ ਪੈਣਗੇ ਨਾ। ਤੇ ਉਹ ਚੀਜ਼ਾਂ ਨਹੀਂ ਹੈਗੀਆਂ ਬਿਲਕੁਲ। ਸਭ ਤੋਂ ਵੱਡੀ ਅਨਸਾਇੰਟਿਫਿਕ ਚੀਜ਼ ਇਹੀ ਆ ਕਿ ਤੁਸੀਂ ਇੱਕ ਬਹੁਤ ਵੱਡੀ ਸੰਸਥਾ ਦੇ ਮੁਖੀ ਹੋ ਕੇ, ਜਿਹਨੂੰ ਤੁਸੀਂ ਮਤਲਬ ਦੁਨੀਆ ਭਰ ਦੇ ਵਿੱਚ ਯੋਗ ਗੁਰੂ ਦੇ ਨਾਂ ਤੇ ਮਕਬੂਲ ਕੀਤਾ ਹੋਇਆ, ਹਨਾ, ਬਾਬਾ ਰਾਮਦੇਵ ਦੇ ਨਾਂ ਤੇ ਮਕਬੂਲ ਕੀਤਾ ਹੋਇਆ, ਉਹ ਸ਼ਖਸ ਜਿਹੜਾ ਇੱਕ ਸਿਰਫ WhatsApp ਦਾ ਸਰਕੂਲੇਟ ਜਿਹੜਾ ਹੋ ਕੇ ਆ ਰਿਹਾ ਮੈਸੇਜ, ਇੱਧਰ ਉੱਧਰ ਜਾ ਰਿਹਾ, ਉਹਨੂੰ ਪੜ੍ਹ ਕੇ ਤੇ ਉਸਨੂੰ ਆਧਾਰ ਬਣਾ ਕੇ ਇਹ ਕਹਿ ਰਿਹਾ ਕਿ ਜਿਹੜੀ ਐਲੋਪੈਥੀ ਜਿਹੜੀ ਉਹ ਲੋਕਾਂ ਨੂੰ ਮਾਰ ਰਹੀ ਹੈ। ਸਿਰਫ ਇੱਕ ਉਸ ਦੀ ਫਜ਼ੀਹਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਉਸਨੂੰ ਕ੍ਰਿਟਿਸਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇੱਥੋਂ ਤੱਕ ਕਹਿ ਦਿੱਤਾ ਕਿ ਇਹ ਜਿੰਨੇ ਵੀ ਡਾਕਟਰ ਨੇ, ਜਿੰਨੇ ਵੀ ਫਰਟੀਨਿਟੀ ਆ, ਮੈਡੀਕਲ ਫਰਟੀਨਿਟੀ ਆ, ਜਿਨ੍ਹਾਂ ਨੂੰ ਅੱਜ ਅਸੀਂ ਕਰੋਨਾ ਵਾਰੀਅਰ ਕਹਿੰਦੇ ਆ, ਜਿਨ੍ਹਾਂ ਨੇ ਪਤਾ ਨਹੀਂ ਹੁਣ ਮੇਰਾ ਖਿਆਲ 1500-1600 ਡਾਕਟਰ ਜਿਹੜੇ ਨੇ ਆਪਣੀ ਜਾਨਾਂ ਦੀ ਆਹੂਤੀ ਦੇ ਚੁੱਕੇ ਨੇ, ਜਿਹੜੇ ਫਰੰਟ ਕਰੋਨਾ ਵਾਰੀਅਰਸ ਨੇ, ਉਹਨਾਂ ਨੂੰ ਉਹਨਾਂ ਦਾ ਮਜ਼ਾਕ ਉਡਾਉਂਦੇ ਹੋਏ ਅਸੀਂ ਕਹਿ ਰਹੇ ਹਾਂ ਕਿ ਦੇ ਆਰ ਦਾ ਕਿਲਰਸ। ਉਹ ਲੋਕਾਂ ਨੂੰ ਮਾਰ ਰਹੇ ਨੇ। ਤੇ ਫਿਰ ਇਸ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ? ਔਰ ਇਸੇ ਕਰਕੇ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਇੰਨੀ ਭੜਕੀ ਹੋਈ ਹੈ ਹੁਣ ਤੱਕ ਵੀ, ਕਿ ਉਹ ਇਸ ਬਾਬੇ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ। ਔਰ ਹਰ ਸ਼ਖਸ ਜਿਹੜਾ ਇਹ ਥੋੜੀ ਜਿਹੀ ਸਾਇੰਸ ਨੂੰ ਸਮਝਦਾ ਹੈ, ਉਹ ਇਸ ਗੱਲ ਤੇ ਬਿਲਕੁਲ ਯਕੀਨ ਨਹੀਂ ਕਰੇਗਾ। ਠੀਕ ਹੈ, ਤੁਸੀਂ ਆਪਣਾ ਪ੍ਰਚਾਰ ਪ੍ਰਸਾਰ ਕਰਨਾ ਕਰੀ ਜਾਓ, ਠੀਕ ਹੈ, ਤੁਸੀਂ ਲੋਕਾਂ ਨੂੰ ਖਾਣਾ ਪਕਾਣਾ ਪਿਲਾਈ ਜਾਓ, ਪਰ ਆਹ ਨਾ ਕਰੋ ਤੁਸੀਂ ਇੱਕ ਸਾਇੰਸ ਨੂੰ ਬਿਲਕੁਲ ਅਨਸਾਇੰਟਿਫਿਕ ਵੇ ਨਾਲ ਤੁਸੀਂ ਕ੍ਰਿਟਿਸਾਈਜ਼ ਕਰਨ ਬਹਿ ਗਏ ਹੋ, ਤਾਂ ਫਿਰ ਤੁਸੀਂ ਆਪਣੀ ਫਿਜ਼ੀਅਤ ਕਰਾਓਗੇ, ਨਾ ਕਿ ਦੂਸਰੇ ਦੀ ਕਰਾਓਗੇ। ਔਰ ਉਹ ਹੀ ਹੋ ਰਿਹਾ, ਉਹ ਚੀਜ਼ ਲੋਕਾਂ ਨੂੰ ਜਿਹੜੀ ਸਾਹਮਣੇ ਦੇਖਣ ਨੂੰ ਮਿਲਦੀ। ਬਿਲਕੁਲ, ਕਿਉਂਕਿ ਕਰੋਨਾ ਵਾਇਰਸ ਚਾਹੇ ਇਸ ਟਾਈਮ ਸਾਡੇ ਆਲੇ ਦੁਆਲੇ ਹੋਰ ਤਰ੍ਹਾਂ ਦੇ ਵੇਰੀਐਂਟ ਆਏ ਨੇ, ਉਸ ਟਾਈਮ ਦੇ ਉੱਤੇ ਕਿੰਨਾ ਮੈਡੀਕਲ ਸਾਇੰਸ ਨੇ ਇਸ ਦੇ ਉੱਤੇ ਖੋਜ ਕੀਤੀ, ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਨੇ ਵੈਕਸੀਨਸ ਬਣੀਆਂ, ਕਿਹੜੀਆਂ ਵੈਕਸੀਨਸ ਨੂੰ ਅਪਰੂਵਲ ਦੇਣੀ ਹੈ, ਕਿੰਨੀ ਕੋਸ਼ਿਸ਼ ਲੱਗੀ ਹਾਲਾਂਕਿ ਦੁਨੀਆ ਨੂੰ ਬਚਾਉਣ ਦੇ ਲਈ। ਸੋ ਜਦੋਂ ਇਸ ਤਰੀਕੇ ਦੇ ਯੋਗ ਗੁਰੂ ਜਿਹੜੇ ਨੇ ਬਹੁਤ ਫੇਮਸ ਨੇ, ਜਿਨ੍ਹਾਂ ਨੂੰ ਲੋਕ ਸੁਣਦੇ ਨੇ, ਪੜ੍ਹਦੇ ਨੇ, ਸਿੱਖਦੇ ਨੇ, ਉਹਨਾਂ ਤੋਂ ਬਹੁਤ ਸਾਰਾ ਕੁਝ, ਜਦੋਂ ਉਹ ਇੱਦਾਂ ਦੇ ਬਿਆਨ ਦੇ ਦਿੰਦੇ ਨੇ ਤਾਂ ਕਿਸ ਤਰ੍ਹਾਂ ਦਾ ਮੈਸੇਜ ਲੋਕਾਂ ਦੇ ਵਿੱਚ ਕਨਵੇ ਹੁੰਦਾ, ਸਪੈਸ਼ਲੀ ਉਹ ਲੋਕ ਜਿਹੜੇ ਇਹਨਾਂ ਨੂੰ ਲਗਾਤਾਰ ਸੁਣਦੇ ਨੇ ਤੇ ਫੋਲੋ ਕਰਦੇ ਨੇ? ਦੇਖੋ ਬਿਲਕੁਲ, ਦੇਖੋ ਜਿਹੜੀ ਰਾਜੇਸ਼ ਜੀ ਆਪਾਂ ਸ਼ੁਰੂ ਕਰਦੇ ਹਾਂ ਆਨਸਰ। ਇੱਕ ਕਾਲਰ ਵੀ ਆਪਣੇ ਨਾਲ ਜੁੜ ਰਹੇ ਨੇ, ਨਾਲ ਕਾਲ ਵੀ ਲਈਏ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਸ਼ਰੀ, ਅੱਜ ਰਾਮਦੇਵ ਦਾ ਤੁਸੀਂ ਟੌਪਿਕ ਹੈ ਤੁਹਾਡਾ, ਇਟਸ ਲਾਈਕ ਵੈਰੀ ਇੰਟਰਸਟਿੰਗ ਐਂਡ ਬਟ ਮੇਰਾ ਖਿਆਲ ਹੈ ਸ਼ੁਰੂ ਤੋਂ ਹੀ ਮੇਰਾ ਖਿਆਲ ਹੈ ਕਿ ਇਹਦੇ ਬਾਰੇ ਜ਼ਿਆਦਾ ਆਪਾਂ ਜੋ ਮੈਂ ਵਾਟ ਆਈ ਫੀਲ ਇਜ਼ ਪਰਸਨਲੀ ਟੋਟਲ
ਇਹ ਫਰਾਡ ਹੈ ਐਂਡ ਗਵਰਨਮੈਂਟ ਦਾ ਸਪਾਂਸਰਡ ਬੰਦਾ ਹੈ ਐਂਡ ਹਾਈਲੀ ਪੋਲੀਟੀਕਲੀ ਅਵੇਅਰ ਹੈ ਬੰਦਾ ਜੀ। ਇਹਦੇ ਚ ਦੇਖੋ ਯੂ ਕੈਨ ਇਮੇਜਿਨ ਕਿ ਅਰਲੀਅਰ ਅਸੀਂ ਯੋਗਾ ਸਿਖਾ ਰਹੇ ਸੀ ਜਸਟ ਕਿ ਬਿਮਾਰੀ ਕੋਈ ਨਾ ਹੋਵੇ, ਫਿਰ ਮੈਡੀਸਿਨ ਬਣਾਉਣੀ ਸ਼ੁਰੂ ਕਰਤੀ ਹੈ। ਜੇ ਵੀ ਤੂੰ ਯੋਗਾ ਸਿਖਾ ਰਹੇ ਬਿਮਾਰੀ ਨਹੀਂ ਹੋਣੀ ਚਾਹੀਦੀ, ਫਿਰ ਮੈਡੀਸਿਨ ਬਣਾਉਣ ਦੀ ਕਿ ਵਟ ਇਜ਼ ਦ ਆਈਡੀਆ ਆਫ ਮੈਡੀਸਿਨ। ਹੁਣ ਮਤਲਬ ਗਵਰਨਮੈਂਟ ਹੀ ਇੰਨੀ ਇਹਨੂੰ ਹੈਗੀ ਹੈ ਸਪੋਰਟ ਕਿ ਗਵਰਨਮੈਂਟ ਇਸ ਵੇਲੇ ਕਿਸੇ ਵੀ ਸਟੇਜ ਤੇ ਕਿਸੇ ਵੀ ਲੈਵਲ ਤੇ ਕਿਸੇ ਵੀ ਕਾਜ਼ ਤੇ ਇਲੈਕਸ਼ਨ ਨਹੀਂ ਆਉਣਾ ਚਾਹੁੰਦੀ ਐਂਡ ਉਹਨੂੰ ਗਵਰਨਮੈਂਟ ਸਮਝਦੀ ਹੈ ਕਿ ਵੋਟਰ ਇਹਦੇ ਨਾਲ ਹੈਗੇ ਆ ਬਿਕਾਜ਼ ਆਫ ਯੋਗਾ। ਸੋ ਇਹਨੇ ਪੋਲੀਟੀਕਲੀ ਵੈਰੀ ਡਰਾਮੈਟਿਕਲੀ ਆਪਣੇ ਨਾਲ ਇੰਨਾ ਮਤਲਬ ਇਸ ਵੇਲੇ ਮੈਂ ਖਿਆਲ ਹੈ ਜ਼ਿਆਦਾ ਨਾ ਕਵਾਂ ਤੇ ਮੈਂ ਅੰਬਾਨੀ ਦੇ ਲੈਵਲ ਦੀ ਆਲਮੋਸਟ ਇਹਨੇ ਆਪਣੀ ਜਿਹੜੀ ਐਮਪਾਇਰ ਬਣਾ ਲਈ ਖੜੀ ਕਰ ਲਈ ਹੈ। ਇੰਨਾ ਵੱਡਾ ਲੈਵਲ ਤੋਂ ਥੋੜ੍ਹਾ ਮਤਲਬ ਇੱਕ ਯੋਗੀ ਹੈ ਐਂਡ ਸੋ ਇਹ ਬੰਦਾ ਮਤਲਬ ਟੋਟਲੀ ਮੈਨੂੰ ਤੇ ਮੈਂ ਪਰਸਨਲੀ ਕਹਿਣਾ ਐਂਡ ਡੋਂਟ ਮਾਈਂਡ ਟੂ ਸੇ ਦੈਟ ਕਿ ਲਾਈਕ ਹੀ ਟੋਟਲ ਫਰਾਡ। ਇਹ ਸਾਡੇ ਇੰਡੀਅਨ ਪੋਲਿਟਿਕਸ ਦੇ ਵਿੱਚ ਇੰਡੀਆ ਦੇ ਉੱਪਰ ਇੱਕ ਫਰਾਡ ਹੈਗਾ ਬੰਦਾ ਐਂਡ ਇਹਨੂੰ ਜੇ ਅਸੀਂ ਗਵਰਨਮੈਂਟ ਨੇ ਇਹਨੂੰ ਟਾਈਮ ਸਿਰ ਨਹੀਂ ਸੰਭਾਲਿਆ ਤੇ ਅਨਬਲੀਵੇਬਲ ਕਿੰਨਾ ਵੱਡਾ ਡੈਮੇਜ ਕਰ ਸਕਦਾ ਗਵਰਨਮੈਂਟ ਨੂੰ ਜਾਂ ਸਾਡੀ ਸੋਸਾਇਟੀ ਨੂੰ। ਅਨਬਲੀਵੇਬਲ ਵਿਦ ਦੈਟ ਮੈਂ ਕਿਹਾ ਅੱਜ ਬੈਠੇ ਆ ਗਿੱਲ ਸਾਹਿਬ, ਰਜੇਸ਼ ਗਿੱਲ ਸਾਹਿਬ, ਜਿਹੜੇ ਤੁਹਾਡੇ ਬੜੇ ਵੈਰੀ 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 ਇੰਟੈਲੀਜੈਂਟ ਐਕਸਪਰਟ ਐਂਡ ਬਿਲਕੁਲ ਨਿਊਟਰਲ ਹੋ ਕੇ ਆਪਣੀ ਐਕਸਪਰਟੀਜ਼ ਦਿੰਦੇ ਆ। ਆਈ ਰੀਅਲੀ ਐਪਰੀਸ਼ੀਏਟ ਦੈਟ ਐਂਡ ਥੈਂਕ ਯੂ ਵੈਰੀ ਮਚ ਹੈਰੀ ਜੀ। ਥੈਂਕ ਯੂ ਸਰ, ਥੈਂਕ ਯੂ ਸੋ ਮਚ ਜੀ। ਰਾਜੇਸ਼ ਜੀ ਦੇਖੋ ਜੀ ਬਿਲਕੁਲ ਸਹੀ ਗੱਲ ਕਹੀ ਹੈ। ਇੱਕ ਪੋਲੀਟੀਕਲ ਬਾਬਾ ਕਿਹਾ ਜਾ ਸਕਦਾ ਵਾ ਕਿ ਇਸੇ ਕਰਕੇ ਬਿਆਨਾ ਜਿੱਦਾਂ ਮੈਂ ਸ਼ੁਰੂ ਚ ਗੱਲ ਹੀ ਸ਼ੁਰੂ ਇਹ ਕੀਤੀ ਸੀ ਕਿ ਜਬ ਸਈਆਂ ਬਏ ਕੋਤਵਾਲ ਤੋਂ ਫਿਰ ਡਰ ਕਹੇਗਾ ਜੋ ਮਰਜ਼ੀ ਬੋਲੀ ਜਾ, ਕਹਿ ਦਿੱਤਾ ਬਾਬੇ ਨੇ ਕਿ ਕਿਸੇ ਦਾ ਬਾਪ ਵੀ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦਾ। ਖੈਰ ਅਸੀਂ ਗੱਲ ਉਹ ਨਹੀਂ ਕਰਾਂਗੇ, ਅਸੀਂ ਹਵਾ ਦਿੱਤੀ ਨਹੀਂ ਮਾਰਾਂਗੇ ਜਿੱਦਾਂ ਇਹਨਾਂ ਨੇ ਬਾਬਿਆਂ ਨੇ ਮਾਰੇ ਨੇ ਉਦਾਂ ਨਹੀਂ ਮਾਰਾਂਗੇ। ਗੱਲ ਇਹ ਆ ਕਿ ਦੇਖੋ ਬਦਲਵੀਆਂ ਜਿਹੜੀਆਂ ਥੈਰੇਪੀਜ਼ ਨੇ ਹਨਾ ਉਹਨਾਂ ਤੇ ਅਸੀਂ ਇਹ ਨਹੀਂ ਕਹਿ ਰਹੇ ਕਿ ਉਹ ਠੀਕ ਨਹੀਂ ਆ ਜਾਂ ਇਹ ਨਹੀਂ ਕਹਿ ਰਹੇ ਕਿ ਉਹਨਾਂ ਨੂੰ ਅਸੀਂ ਕ੍ਰਿਟੀਸਾਈਜ਼ ਨਹੀਂ ਕਰ ਰਹੇ, ਉਹ ਆਪਣੀ ਜਗ੍ਹਾ ਤੇ ਠੀਕ ਹੈ। ਜੇ ਕਰਦੇ ਆ, ਜੇ ਕੋਈ ਅਪਣਾਉਂਦਾ ਵਾ ਆਪਣੀ ਮਰਜ਼ੀ ਹੈ, ਠੀਕ ਹੈ। ਹੁਣ ਇਹ ਜਿਹੜੀਆਂ ਆਯੁਰਵੈਦ ਦੇ ਵਿੱਚ ਇਹ ਕਿਤੇ ਜਿਹੜੇ ਵੇਰੀਐਂਟਸ ਨੇ ਇਹਨਾਂ ਨੂੰ ਕੀ ਸਟੱਡੀ ਕੀਤਾ ਗਿਆ ਕਿ ਜਿਹੜੇ ਸਟ੍ਰੇਨਸ ਨਵੇਂ ਆ ਰਹੇ ਨੇ ਇਹਨਾਂ ਨੂੰ ਸਟੱਡੀ ਕੀਤਾ ਗਿਆ ਕਿ ਜੀਨੋਮ ਸੀਕੁਐਂਸਿੰਗ ਜਿੱਦਾਂ ਕਰਵਾਈ ਗਈ ਉਹ ਕੀ ਕਰਵਾਈ ਗਈ ਕਿ ਇਹ ਸਾਰੇ ਵੇਰੀਐਂਟਸ ਪੜ੍ਹੇ ਗਏ, ਸਾਰੇ ਦੇਖੇ ਗਏ, ਧਿਆਨ ਨਾਲ ਉਹਨਾਂ ਵੱਲ ਧਿਆਨ ਦਿੱਤਾ ਗਿਆ। ਕਿਤੇ ਕੋਈ ਰਿਸਰਚ ਹੋਈ, ਕੋਈ ਰਿਸਰਚ ਸਾਹਮਣੇ ਲਿਆ ਕੇ ਰੱਖਣ ਕਿ ਆਹ ਰਿਸਰਚ ਆਪਾਂ ਕੀਤੀ ਹੈ, ਇਹਦੇ ਆਹ ਰਿਜ਼ਲਟਸ ਆਏ ਨੇ, ਇੰਨੇ ਬੰਦਿਆਂ ਦੇ ਉੱਤੇ ਅਸੀਂ ਇਸ ਦਾ ਪ੍ਰਯੋਗ ਕੀਤਾ ਤੇ ਆਹ ਨਤੀਜੇ ਸਾਡੇ ਕੋਲ ਸਾਹਮਣੇ ਆਏ ਨੇ, ਉਹ ਕਿਤੇ ਲਿਆ ਕੇ ਸਾਹਮਣੇ ਰੱਖੀਏ? ਬਿਲਕੁਲ ਨਹੀਂ। ਦੂਸਰੇ ਨੰਬਰ ਤੇ ਕਿਸੇ ਨੂੰ ਹੁਣ ਆਹ ਜਿਹੜੇ ਜਿੰਨੇ ਵੀ ਪੇਸ਼ੈਂਟਸ ਆ ਰਹੇ ਨੇ, ਕਰੋਨਾ ਦੇ ਪੇਸ਼ੈਂਟਸ ਆ ਰਹੇ ਨੇ, ਇਹਦੇ ਵਿੱਚ ਕੋਈ ਕਿਡਨੀ ਡਿਜ਼ੀਜ਼ ਨਾਲ ਅਫੈਕਟਡ ਆ, ਕੋਈ ਹਾਰਟ ਦੀ ਡਿਜ਼ੀਜ਼ ਨਾਲ ਅਫੈਕਟਡ ਆ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਕਿ ਤੁਸੀਂ ਸਾਰੇ ਇਹਨੂੰ ਆਪਣਾ ਕਾੜਾ ਪਿਲਾ ਕੇ ਜਾਂ ਗਊ ਮੂਤਰ ਪਿਲਾ ਕੇ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਖਵਾ ਪਿਲਾ ਕੇ ਕਿ ਤੁਸੀਂ ਠੀਕ ਕਰ ਲੋਗੇ? ਇਹ ਬੜੀ ਸੋਚਣ ਵਾਲੀ ਗੱਲ ਹੈ ਕਿ ਤੁਸੀਂ ਦੇਖੋ ਡਾਕਟਰ ਜਿਹੜਾ ਹੈ ਜਾਂ ਮੈਡੀਕਲ ਸਾਇੰਸ ਜਿਹੜੀ ਹੈ ਉਹ ਹਰ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਜੋ ਵੀ ਕਰੇਗੀ ਉਹ ਹਰ ਚੀਜ਼ਾਂ ਨੂੰ ਇਹਨਾਂ ਦੇ ਹਿਸਾਬ ਨਾਲ ਜਿਹੜਾ ਟ੍ਰੀਟਮੈਂਟ ਦਿੱਤਾ ਜਾਏਗਾ ਔਰ ਉਸ ਦੇ ਮੁਤਾਬਕ ਹੀ ਜਿਹੜੇ ਪੇਸ਼ੈਂਟਸ ਨੇ ਉਹ ਠੀਕ ਹੋਣਗੇ। ਔਰ ਜ਼ਿਆਦਾ ਜੇ ਇਫੈਕਟ ਹੋ ਰਹੇ ਨੇ ਇਹ ਪੇਸ਼ੈਂਟਸ ਹੋ ਰਹੇ ਨੇ ਜਿਨ੍ਹਾਂ ਦੀ ਇਮਿਊਨਿਟੀ ਬਿਲਕੁਲ ਖਤਮ ਹੋ ਚੁੱਕੀ ਹੈ ਔਰ ਉਹ ਪੇਸ਼ੈਂਟ ਜਿਹੜੇ ਨੇ ਜ਼ਿਆਦਾ ਇਫੈਕਟ ਹੋ ਰਹੇ ਨੇ। ਤੁਸੀਂ ਇੱਕ ਅੰਬ੍ਰੇਲਾ ਜਿਹੜੀ ਹੈ, ਇੱਕ ਅੰਬ੍ਰੇਲਾ ਮੈਡੀਸਨ ਜਿਹੜੀ ਹੈ ਲੈ ਕੇ ਤੁਸੀਂ ਕਹੋ ਕਿ ਅਸੀਂ ਸਾਰਿਆਂ ਨੂੰ ਐਸੇ ਮੈਡੀਸਨ ਇਹ ਕਰ ਦੇਗਾ, ਹਾਊ ਇਟ ਇਜ਼ ਪੋਸੀਬਲ, ਇਹ ਹੋ ਹੀ ਨਹੀਂ ਸਕਦਾ ਕਦੀ। ਤੇ ਜ਼ਾਹਿਰ ਤੌਰ ਤੇ ਜਿਹੜੀਆਂ ਅਨਸਾਇੰਟਿਫਿਕ ਗੱਲਾਂ ਕਰਨੀਆਂ, ਲੋਕਾਂ ਨੂੰ ਉਹਨਾਂ ਗੱਲਾਂ ਦੇ ਵਿੱਚ ਲੈ ਕੇ ਆਉਣਾ, ਔਰ ਮੈਂ ਕਹਿੰਦਾ ਉਹ ਵੀ ਇਸ ਵੇਲੇ ਜਦੋਂ ਕਿ ਇਸ ਵੇਲੇ ਲੋਕਾਂ ਨੂੰ ਇੱਕ ਉਸ ਲੈਵਲ ਦੀ ਐਡਵਾਈਸ ਦੀ ਲੋੜ ਆ ਕਿ ਜਿਹੜੀ ਇਸ ਜਿਹੜਾ ਮਜ਼ਦਾਰ ਦੇ ਵਿੱਚ ਕਿਸੇ ਤਰੀਕੇ ਨਾਲ ਲੋਕ ਬਚ ਸਕਣ ਜੀ, ਬਾਹਰ ਨਿਕਲਣ ਬਿਲਕੁਲ ਹਨਾ, ਨਾ ਕਿ ਉਹ ਹੋਰ ਉਸ ਮਜ਼ਦਾਰ ਦੇ ਵਿੱਚ ਫਸ ਜਾਣ, ਹੋਰ ਡੁੱਬ ਜਾਣ। ਇਹੋ ਜਿਹੀਆਂ ਜਿਹੜੀਆਂ ਸਟੇਟਮੈਂਟਸ ਦੇਣੀਆਂ ਉਹ ਗਲਤ ਨੇ ਜੀ। ਰਾਜੇਸ਼ ਜੀ, ਜਦੋਂ ਅਸੀਂ ਇਸ ਪਲੇਟਫਾਰਮ ਦੇ ਉੱਤੇ ਬੈਠੇ ਹੁੰਦੇ ਹਾਂ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਲੋਕਾਂ ਤੱਕ ਸਹੀ ਸਟੀਕ ਤੇ ਜਿਹੜੀ ਪੁਖਤਾ ਜਾਣਕਾਰੀ ਉਹ ਪਹੁੰਚਾਈਏ ਤੇ ਨਾ ਕਿ ਪੈਨਿਕ ਕ੍ਰੀਏਟ ਉਹਨਾਂ ਦੇ ਅੰਦਰ ਅਸੀਂ ਕਰੀਏ, ਪੈਨਿਕ ਦੇ ਵਿੱਚ ਉਹਨਾਂ ਨੂੰ ਬਾਹਰ ਕੱਢੀਏ। ਜੇ ਕੋਈ ਖਬਰ ਹੈਗੀ ਵੀ ਹੈ ਤਾਂ ਉਹਦੇ ਨਾਲ ਇਹ ਨਹੀਂ ਕਿ ਉਹਦਾ ਹੱਲ ਸਿਰਫ ਲੋਕਾਂ ਦੇ ਅੰਦਰ ਪਰੇਸ਼ਾਨੀ ਕ੍ਰੀਏਟ ਕਰਨਾ ਹੈ, ਉਹਨੂੰ ਬਾਹਰ ਕੱਢਣਾ ਤੇ ਉਹਨੂੰ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰਨਾ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ। ਕੋਈ ਵੀ ਆਪਣੇ ਕਿਸੇ ਵੀ ਵੱਡੇ ਪਲੇਟਫਾਰਮ ਦੇ ਉੱਤੇ ਬੈਠਾ ਹੋਇਆ ਜਿੱਥੇ ਉਹਨੂੰ ਬਹੁਤ ਸਾਰੇ ਲੋਕ ਸੁਣਦੇ ਨੇ, ਦੇਖਦੇ ਨੇ, ਜ਼ਾਹਿਰ ਜੀ ਗੱਲ ਹੈ ਉਹ ਹਰ
ਕਿਸੇ ਸ਼ਖਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਪੁਖਤਾ ਜਾਣਕਾਰੀ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾਏ। ਜਦੋਂ ਅਸੀਂ ਇੰਨਾ ਕੰਮ ਕਰਦੇ ਹਾਂ, ਅਸੀਂ ਇੰਨੀ ਮਿਹਨਤ ਕਰਦੇ ਹਾਂ ਵੀ ਲੋਕਾਂ ਤੱਕ ਚੰਗੀ ਜਾਣਕਾਰੀ, ਸਹੀ ਇਨਫੋਰਮੇਸ਼ਨ ਪਹੁੰਚ ਸਕੇ, ਤਾਂ ਜਦੋਂ ਇਦਾਂ ਦੇ ਲੋਕ ਬਾਬਾ ਰਾਮਦੇਵ ਵਰਗੇ ਇੱਕ ਇਹੋ ਜਿਹਾ ਬਿਆਨ ਦੇ ਦਿੰਦੇ ਨੇ ਕਿ ਇੰਨੀ ਦੁਨੀਆ ਜਿਹਨੂੰ ਪੋਜ਼ਿਟਿਵ ਕਰਨਾ ਇਸ ਵੇਲੇ ਬਹੁਤ ਜ਼ਰੂਰੀ ਹੈ, ਜਿਹਨੂੰ ਇਸ ਵੇਲੇ ਇੱਕ ਡਿਪਰੈਸ਼ਨ ਮਾਹੌਲ ਦੇ ਵਿੱਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਵੀ ਆਪਣੇ ਜਿਹੜੇ ਪ੍ਰੀਕਾਸ਼ਨਸ ਹੈ ਉਹ ਕਿਵੇਂ ਕਿਵੇਂ ਤੁਸੀਂ ਲੈਣੇ ਹੈ ਤਾਂ ਕਿ ਤੁਸੀਂ ਇਸ ਬਿਮਾਰੀ ਨਾਲ ਜਿਹੜੇ ਨੇ ਲੜ ਸਕੋ। ਤੇ ਜਦੋਂ ਇਦਾਂ ਦੇ ਬਾਬੇ ਬਿਆਨ ਦੇ ਕੇ ਸਾਰੀ ਸਾਡੀ ਕੀਤੀ ਕਤਾਈ ਦੇ ਉੱਤੇ ਵੀ ਮਿੱਟੀ ਪਾ ਦਿੰਦੇ ਨੇ, ਲੋਕਾਂ ਨੂੰ ਹੋਰ ਟੈਨਸ਼ਨ ਦੇ ਦਿੰਦੇ ਨੇ, ਪੈਨਿਕ ਕ੍ਰੀਏਟ ਕਰ ਦਿੰਦੇ ਨੇ, ਲੋਕ ਐਲੋਪੈਥਿਕ ਖਾਣ ਤੋਂ ਡਰਨ ਲੱਗ ਜਾਣਗੇ, ਤਾਂ ਕੀ ਕਿਸੇ ਦੀ ਵੀ ਮਿਹਨਤ ਸਾਰੀ ਉਹ ਫਜ਼ੂਲ ਚਲੀ ਜਾਂਦੀ ਹੈ? ਇਸ ਟੌਪਿਕ ਤੇ ਗੱਲ ਕਰਾਂਗੇ। ਕੈਲਗਰੀ ਵਾਲੇ ਸਰ ਆਪਾਂ ਨੂੰ ਫੋਨ ਕਰ ਰਹੇ ਨੇ ਜੀ। ਸਰ ਜੀ ਸਤਿ ਸ਼੍ਰੀ ਅਕਾਲ ਜੀ। हेलो बेटा। हाँ जी सर। हाँ बेटा देखो गल पता कि जेह्ड़े रामदेव वाला चक्कर आ ना, ਉਹ ਗੱਲ ਇਹ ਹੈ ਬੇਟਾ ਵੀ ਦੇਖੋ ਜੇ ਪਾਣੀ ਨਾ ਸਾਫ਼ ਮਿਲੇ ਤੇ ਦੁੱਧ ਸਾਫ਼ ਮਿਲੇ ਨਾ ਤੇ ਫਿਰ ਦਵਾਈਆਂ ਖਾਣ ਦੀ ਬੇਟਾ ਲੋੜ ਹੀ ਨਹੀਂ ਹੈ। ਜੀ ਬਿਲਕੁਲ। ਇੰਡੀਆ ਚ ਹੁਣ ਪਤਾ ਪ੍ਰੋਬਲਮ ਕੀ ਆ? ਹਾਂਜੀ। ਇੰਡੀਆ ਦੇ ਵਿੱਚ ਬੇਟਾ ਨਾ ਤਾਂ ਹੁਣ ਪਾਣੀ ਸਾਫ਼ ਰਿਹਾ ਤੇ ਦੁੱਧ ਜਿਹੜਾ ਸਿੰਥੈਟਿਕ ਬਣਾ ਕੇ ਵੇਚੀ ਜਾਂਦੇ ਆ ਤੇ ਹਾਂ ਤੇ ਉੱਥੇ ਫਿਰ ਐਲੋਪੈਥੀ ਖਾ ਕੇ ਬੰਦਾ ਹੋਰ ਵਿਚਾਰਾ ਮਰਦਾ ਵਾ। ਹੁਣ ਜਿੰਨੇ ਉੱਥੇ ਡੈਥ ਹੋਈਆਂ ਨਾ ਕਰੋਨਾ ਕਰਕੇ ਨੇ ਹੋਈਆਂ, ਇਹ ਸਾਰੀਆਂ ਬੇਟਾ ਹੋਰ ਇੰਨੀਆਂ ਬਿਮਾਰੀਆਂ ਉੱਥੇ ਹੋ ਗਈਆਂ, ਮੁੜ ਕੇ ਉਤੋਂ ਕਰੋਨਾ ਦਾ ਡਰ ਪਾਉਂਦੇ ਆ ਤੇ ਉਹ ਲੋਕ ਵਿਚਾਰੇ ਮਰੀ ਜਾਂਦੇ ਆ। ਸਰ ਫਿਰ ਲੋਕ ਕੀ ਖਾਣ? ਜਿਹੜੇ ਬੰਦੇ ਨੂੰ ਫੀਵਰ ਹੋ ਰਿਹਾ ਜਾਂ ਜਿਹਨੂੰ ਕੋਈ ਪ੍ਰੋਬਲਮ ਹੈ, ਮੰਨ ਲਓ ਕਰੋਨਾ ਨਹੀਂ ਹੈ, ਤਾਂ ਫਿਰ ਉਹ ਕੀ ਕਰੇ? ਤੁਸੀਂ ਕਹਿੰਦੇ ਹੋ ਐਲੋਪੈਥਿਕ ਨਾ ਖਾਵੇ, ਕੀ ਕਰੇ ਫਿਰ? ਨਹੀਂ ਉਹ ਤਾਂ ਬੇਟਾ ਉਹ ਐਲੋਪੈਥੀ ਲੈਣੀ ਪੈਣੀ ਆ। ਉਹ ਤਾਂ ਬਿਲਕੁਲ, ਉਹ ਤਾਂ ਐਲੋਪੈਥੀ ਤੋਂ ਬਿਨਾਂ ਤਾਂ ਸਰ ਨਹੀਂ ਸਕਦਾ। ਪਰ ਜਿਹੜਾ ਮਤਲਬ ਇਹ ਹੁੰਦਾ ਵੀ ਸਿਸਟਮ ਇਹ ਜਿਹਾ ਡਿਵੈਲਪ ਹੋਣਾ ਚਾਹੀਦਾ ਵੀ ਪਾਣੀ ਸਾਫ਼ ਹੋ ਜਾਏ, ਦੁੱਧ ਸਾਫ਼ ਹੋ ਜਾਏ ਤੇ ਫਿਰ ਲੋਕ ਬਚ ਸਕਦੇ ਆ। ਹਾਂਜੀ ਇਹ ਆ ਜੀ। ਇਸ ਗੱਲ ਤੇ ਮੇਰਾ ਪੁੱਤ ਜ਼ੋਰ ਦਿਓ। ਜੀ ਸਰ, ਬਿਲਕੁਲ ਜੀ, ਥੈਂਕ ਯੂ ਸਰ। ਹਾਂ ਅੱਛਾ, ਇੱਕ ਮੈਂ ਹੋਰ ਗਿੱਲ ਸਾਹਿਬ ਨੂੰ ਬੇਨਤੀ ਕਰਨੀ ਆ। ਹਾਂਜੀ ਦੇਖੋ ਗਿੱਲ ਸਾਹਿਬ, ਪੰਜਾਬ ਦੇ ਵਿੱਚ ਨਾ ਪਿਛਲੇ 40 ਸਾਲਾਂ ਤੋਂ ਟ੍ਰੀਟਮੈਂਟ ਪਲਾਂਟਾਂ ਦੇ ਨਾਂ ਦੇ ਉੱਤੇ ਅਰਬਾਂ ਰੁਪਈਆ ਲੋਕ ਖਾਵੇ। ਇੱਕ ਵੀ ਟ੍ਰੀਟਮੈਂਟ ਪਲਾਂਟ ਨਹੀਂ ਚੱਲਦਾ ਹੈਗਾ। ਲੁਧਿਆਣੇ ਦਾ 40 ਲੱਖ ਲੈਟਰੀਨਾਂ ਦਾ ਗੰਦਾ ਪਾਣੀ ਸਤਲੁਜ ਪੈਂਦਾ, 30 ਲੱਖ ਲੈਟਰੀਨਾਂ ਦਾ ਗੰਦਾ ਪਾਣੀ ਜਲੰਧਰ ਦਾ ਪੈਂਦਾ, ਫਗਵਾੜੇ ਦਾ ਪੈਂਦਾ। ਇਹ ਸਾਰਾ ਪਾਣੀ ਨਾ ਗਿੱਲ ਸਾਹਿਬ ਹਰੀਕੇ ਪੱਤਨ ਚਲਾ ਜਾਂਦਾ। ਉੱਥੋਂ ਇੱਕ ਨਹਿਰ ਬਠਿੰਡੇ ਵੱਲੋਂ ਜਾਂਦੀ ਆ ਮੁਕਤਸਰ ਵੱਲ ਨੂੰ, ਲੋਕ ਵਿਚਾਰੇ ਪਾਣੀ ਪੀਂਦੇ ਗੰਦਾ। ਇੱਕ ਰਾਜਸਥਾਨ ਨੂੰ ਜਾਂਦੀ ਆ। ਜੇ ਇਸ ਕਰਕੇ ਜਿਹੜਾ ਮੇਨ ਗੱਲ ਬੇਟਾ ਜ਼ੋਰ ਲਾਵੋ ਵੀ ਭਾਈ ਪੰਜਾਬ ਦੇ ਵਿੱਚ ਟ੍ਰੀਟਮੈਂਟ ਪਲਾਂਟ ਆ ਜਿਹੜੇ ਉਹ ਸਿੰਗਾਪੁਰ ਟੈਕਨੋਲੋਜੀ ਦੇ ਲਾਵੋ ਤੇ ਸਾਰੇ ਇਕੱਠੇ ਹੋ ਕੇ ਕੰਮ ਕਰੋ, ਤਾਂ ਪੁੱਤ ਪੰਜਾਬ ਨੇ ਬਚਣਾ। ਜੀ ਸਰ, ਥੈਂਕ ਯੂ ਜੀ ਸਰ, ਥੈਂਕ ਯੂ। ਰਾਜੇਸ਼ ਜੀ, ਤੁਸੀਂ ਸਿੰਗਾਪੁਰ ਵਾਲੇ ਟ੍ਰੀਟਮੈਂਟ ਪਲਾਂਟ ਦੀ ਗੱਲ ਕਰਨੀ ਹੈ, ਤੁਸੀਂ ਸੁਖਬੀਰ ਬਾਦਲ ਨਾਲ ਮੁਲਾਕਾਤ ਕਰ ਸਕਦੇ ਹੋ ਜਿਨ੍ਹਾਂ ਨੇ ਕੈਲੀਫੋਰਨੀਆ ਬਣਾਉਣਾ ਸੀਗਾ ਆਪਣੇ ਪੰਜਾਬ ਨੂੰ, ਹੈ ਨਾ, ਉਹ ਗੱਲਾਂ ਕਰਦੇ ਸੀਗੇ। ਸੋ ਐਨੀਵੇ ਟ੍ਰੀਟਮੈਂਟ ਪਲਾਂਟ ਦਾ ਅੱਜ ਟੌਪਿਕ ਸਾਡਾ ਨਹੀਂ ਹੈ, ਖੈਰ ਇਸ ਤੇ ਅਸੀਂ ਫੇਰ ਗੱਲ ਕਰਾਂਗੇ। ਰਾਮਦੇਵ, ਬਿਲਕੁਲ ਰਾਮਦੇਵ ਸਾਡਾ ਟੌਪਿਕ ਨੇ। ਕੈਲਗਰੀ ਵਾਲੇ ਸਰ ਜਿਹੜੇ ਜਦੋਂ ਫੋਨ ਕਰਦੇ ਨੇ ਡਿਊਟੀ ਕੋਈ ਨਾ ਕੋਈ ਜ਼ਰੂਰ ਲਗਾਉਂਦੇ ਨੇ। ਪ੍ਰੋਫੈਸਰ ਮਨਜੀਤ ਦੀਆਂ ਡਿਊਟੀਆਂ ਬਹੁਤ ਲਾਉਂਦੇ ਸੀ, ਹੁਣ ਤੁਹਾਡੀਆਂ ਵੀ ਲਾਉਂਦੇ ਨੇ। ਸੋ ਪਰ ਬਹੁਤ ਇੰਟਰਸਟਿੰਗ ਹੁੰਦਾ ਇਹਨਾਂ ਦੀ ਗੱਲ ਨੂੰ ਸੁਣਨਾ। ਮਤਲਬ ਇਹ ਕੋਈ ਨਾ ਕੋਈ ਬਹੁਤ ਕਈ ਵਾਰੀ ਇਹੋ ਜਿਹੀ ਚੀਜ਼ ਪੁੱਛਦੇ ਨੇ, ਮੈਂ ਖੁਦ ਵੀ ਮੈਂ ਹੈਰਾਨ ਹੁੰਦੀ ਹਾਂ ਵੀ ਸਰ ਦਾ ਰਿਸਰਚ ਵਰਕ ਜਿਹੜਾ ਬਿਲਕੁਲ ਕਿੱਥੋਂ ਚੱਲਦਾ। ਐਨੀਵੇ ਇਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਜਿਹੜੀ ਠੀਕ ਹੈ, ਚਲੋ ਸਾਫ਼ ਸਫਾਈ ਦੀ ਹਮੇਸ਼ਾ ਗੱਲ ਕਰਦੇ ਨੇ, ਆਲਾ ਦੁਆਲਾ ਸਾਫ਼ ਹੋਣਾ ਇਹ ਇੱਕ ਲਹਿਦਾ ਗੱਲ ਹੈ। ਹੁਣ ਜਿੱਦਾਂ ਦੇ ਮਾਹੌਲ ਦੇ ਵਿੱਚ ਰਹਿ ਰਹੇ ਹਾਂ, ਕਾਫੀ ਡਿਵੈਲਪਮੈਂਟਸ ਜਿਹੜੀਆਂ ਨੇ ਹੋ ਚੁੱਕੀਆਂ ਨੇ। ਹੁਣ ਪੰਜਾਬ ਜਿਹੜਾ ਉਹ ਨਹੀਂ ਰਿਹਾ। ਸ਼ਾਇਦ ਬਹੁਤ ਸਾਰੇ ਸਾਡੇ ਕਾਲਰਸ ਨੂੰ ਬਹੁਤ ਸਾਲ ਹੋ ਚੁੱਕੇ ਹੋਏ ਨੇ ਇੱਥੇ ਕੈਨੇਡਾ ਦੇ ਵਿੱਚ ਆਇਆਂ ਨੂੰ। ਸਮਾਂ ਕਾਫੀ ਬੀਤ ਗਿਆ। ਸਮੇਂ ਦੇ ਹਿਸਾਬ ਦੇ ਨਾਲ ਸ਼ਾਇਦ ਹੁਣ ਪੰਜਾਬ ਦੀ ਨੁਹਾਰ, ਭਾਰਤ ਦੀ ਨੁਹਾਰ ਕਾਫੀ ਚੇਂਜ ਹੋ ਚੁੱਕੀ ਹੈ। ਜਿਹੜੀ ਸਾਫ਼ ਸਫਾਈ ਵੀ ਹੈ ਉਸ 'ਤੇ ਵੀ ਹੁਣ ਧਿਆਨ ਕਾਫੀ ਦਿੱਤਾ ਜਾਂਦਾ ਹੈ। ਹੁਣ ਅਸੀਂ ਗੱਲ ਕਰ ਰਹੇ ਸੀਗੇ ਵੀ ਜਦੋਂ ਰਾਮਦੇਵ ਵਰਗੇ ਬੰਦੇ ਆ ਜਿਹੜੇ, ਬਾਕੀ ਜ਼ਿੰਮੇਵਾਰ ਲੋਕ ਜਿਹੜੇ ਨੇ, ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਬਣਦੀ ਹੈ ਵੀ ਤੁਸੀਂ ਸਹੀ ਮੈਸੇਜ ਕਨਵੇ ਕਰੋ। ਪਰ ਬਾਬਾ ਰਾਮਦੇਵ ਵਰਗੇ ਜਿਹੜੇ ਗੁਰੂ ਨੇ ਉਹ ਇਸ ਤਰੀਕੇ ਦੇ ਮੈਸੇਜ ਕਨਵੇ ਕਰਦੇ ਨੇ ਕਿ ਬਾਕੀਆਂ ਦੀ ਕੀਤੀ ਕਤਾਈ 'ਤੇ ਵੀ ਪਾਣੀ ਫੇਰ ਦਿੰਦੇ ਨੇ। ਲੋਕਾਂ ਨੂੰ ਕਿਤੇ ਨਾ ਕਿਤੇ ਕਨਫਿਊਜ਼ ਕਰਨ ਵਾਲੀ ਗੱਲ ਹੈ, ਲੋਕਾਂ 'ਚੋਂ ਪੈਨਿਕ ਕ੍ਰੀਏਟ ਕਰਨਾ। ਲੋਕ ਕਿੱਥੋਂ ਵਾਇਰਸ ਦੇ ਨਾਲ ਜੂਝਣਗੇ? ਮੈਨੂੰ ਲੱਗਦਾ ਹੋ ਸਕਦਾ ਜਿਹੜੇ ਫੋਲੋਵਰਸ ਨੇ ਰਾਮਦੇਵ ਦੇ ਉਹ ਤਾਂ ਹੋ ਸਕਦਾ ਹੁਣ ਤੱਕ ਇੰਪਲੀਮੈਂਟ ਕਰਕੇ ਸ਼ਾਇਦ ਇਹਨਾਂ ਚੀਜ਼ਾਂ ਨੂੰ, ਐਲੋਪੈਥਿਕ ਨੂੰ ਡਰਦੇ ਖਾਣ ਹੀ ਨਾ, ਮਰਨੋਂ ਮਰ ਜਾਣਗੇ, ਪਰ ਸ਼ਾਇਦ ਉਹ ਐਲੋਪੈਥਿਕ ਨੂੰ ਹੱਥ ਨਾ ਲਾਣ, ਕਿਉਂਕਿ ਬਾਬਾ ਰਾਮਦੇਵ ਨੇ ਬਹੁਤ ਸਾਰੇ ਸਵਾਲ ਚੁੱਕ ਦਿੱਤੇ ਐਲੋਪੈਥਿਕ ਦੇ। ਕੀ ਕੋਈ ਇੱਦਾਂ ਦੀਆਂ ਰਿਪੋਰਟਾਂ ਤੁਹਾਡੇ ਤੱਕ ਵੀ ਪਹੁੰਚ ਰਹੀਆਂ ਨੇ ਰਾਜੇਸ਼ ਜੀ, ਜਾਂ ਕੀ ਉਦੋਂ ਅਸਰ ਪੈਂਦਾ ਲੋਕਾਂ ਦੇ ਉੱਤੇ ਜਦੋਂ ਹਰ ਸ਼ਖਸ ਜਿਹੜੀ ਹੈ ਆਪਣੀ ਜ਼ਿੰਮੇਵਾਰੀ ਜਿਹੜੀ ਬਣਦੀ ਹੈ ਉਸ ਤੋਂ ਉਲਟ ਚੱਲਦਾ ਹੈ? ਦੇਖੋ ਸਭ ਤੋਂ ਜ਼ਰੂਰੀ ਆ ਜਿਹੜੀ ਸਾਇੰਸ ਆ
ਸਾਇੰਸ ਜਿਹੜੀ ਆ ਉਹ ਇੱਕ ਪੈਰਾਮੀਟਰ ਤੇ ਚੱਲਦੀ ਹੈ ਕਿ ਜੀ ਉਸ ਤੋਂ ਨਾ ਇੱਧਰ ਤੇ ਨਾ ਉੱਧਰ, ਉਸ ਤੇ ਚੱਲਦੀ ਹੈ। ਜਿਹੜੀ ਆਯੁਰਵੈਦਿਕ ਜਿਹੜੀ ਥੈਰੇਪੀ ਆ ਨਾ, ਉਸ ਨੂੰ ਇੱਕ ਬਲੈਂਕਟ ਥੈਰੇਪੀ ਦੇ ਤੌਰ ਤੇ ਮੰਨਿਆ ਜਾਂਦਾ ਕਿ ਚਲੋ ਜੀ ਆਹ ਰੋਗ ਨੇ, ਇਹਨਾਂ ਨੂੰ ਆਹ ਜਿਹੜੀਆਂ ਦਵਾਈਆਂ ਦੇ ਦਿਓ ਤੇ ਉਹਦੇ ਵਿੱਚ ਜਿਹੜਾ ਸਾਰੇ ਕਵਰ ਹੋ ਜਾਣਗੇ। ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਨੇ। ਹੁਣ ਇਹ ਉਸ ਢੰਗ ਨਾਲ ਮੈਡੀਸਿਨਸ ਦਿੰਦੇ ਜਾ ਰਹੇ ਨੇ। ਔਰ ਸਿਰਫ ਤੇ ਸਿਰਫ ਦੇਖੋ, ਇਸ ਤੋਂ ਪਹਿਲਾਂ ਇੱਕ ਹੋਰ ਮੈਂ ਗੱਲ ਕਰਨਾ ਚਾਹਾਂਗਾ, ਉਹ ਜ਼ਰੂਰੀ ਇਹ ਹੈ ਕਿ ਜਦੋਂ ਕੋਰੋਨਿਲ ਜਿਹੜੀ ਆ ਉਹ ਦਵਾਈ ਬਾਬਾ ਰਾਮਦੇਵ ਵੱਲੋਂ ਜਦੋਂ ਲਾਂਚ ਕੀਤੀ ਗਈ ਤੇ ਇਸ ਢੰਗ ਨਾਲ, ਇਸ ਜ਼ੋਰ ਸ਼ੋਰ ਨਾਲ ਲਾਂਚ ਕੀਤੀ ਗਈ ਕਿ ਜਿਵੇਂ ਕਿ ਇਹ WHO ਵੱਲੋਂ ਪ੍ਰਮਾਣਿਤ ਦਵਾਈ ਹੋਏ, ਇਸ ਢੰਗ ਨਾਲ ਦਵਾਈ ਕੀਤੀ ਗਈ। ਔਰ ਇਹ ਕਿਹਾ ਗਿਆ ਕਿ ਇਹਦੇ ਨਾਲ ਤੇ ਕਰੋਨਾ ਮਤਲਬ 100% ਠੀਕ ਹੋ ਜਾਏਗਾ। ਉਦੋਂ ਇਹ ਗੱਲ ਕਹੀ ਗਈ ਕਿ ਜੇ ਕਿਤੇ ਕੋਈ ਇਲਾਜ ਨਹੀਂ ਹੈ ਤੇ ਸਿਰਫ ਅੱਜ ਕੋਰੋਨਿਲ ਦਵਾਈ ਆ, ਇਹ ਜਿਹੜੀ ਇਸ ਬਿਮਾਰੀ ਦਾ ਇਲਾਜ ਹੈ। ਕੁਝ ਬੂਸਟਰ ਸ਼ੋਟਸ ਵੀ ਬਣਾਏ ਗਏ ਸੀ। ਹਾਂ, ਉਸ ਤੋਂ ਬਾਅਦ ਜਦੋਂ ਰੌਲਾ ਪੈਣ ਤੋਂ ਬਾਅਦ ਫਿਰ ਬਾਬਾ ਜੀ ਨੇ ਫਿਰ ਉਦੋਂ ਵੀ ਆਪਣੇ ਜਿਹੜੇ ਬਿਆਨ ਵਾਪਸ ਲੈ ਕੇ ਇਹ ਕਿਹਾ ਨਹੀਂ ਜੀ ਇਹ ਇੱਕ ਇਮਿਊਨਿਟੀ ਬੂਸਟਰ ਹੈ, ਇਮਿਊਨਿਟੀ ਵਧਾਉਣ ਵਾਸਤੇ ਆ, ਇਹ ਜਿਹੜੀ ਆ ਸ਼ਾਰਟ ਮੈਡੀਸਨ ਨਹੀਂ ਹੈ। ਤੇ ਜ਼ਾਹਿਰ ਤੌਰ ਤੇ ਜਦੋਂ ਤੁਹਾਡੇ ਕੋਲ ਕੋਈ ਸਾਇੰਟੀਫਿਕ ਰਿਸਰਚ ਹੈ ਹੀ ਨਹੀਂ, ਤੁਹਾਡੇ ਕੋਲ ਡਾਟਾ ਨਹੀਂ ਹੈਗਾ ਕਿ ਕਿੰਨਾਂ ਦੇ ਉੱਤੇ ਤੁਸੀਂ ਇਸਤੇਮਾਲ ਕੀਤੀ ਆ, ਕੀ ਰਿਜ਼ਲਟ ਸਾਹਮਣੇ ਆਏ ਨੇ, ਉਸ ਤੋਂ ਬਿਨਾਂ ਜਦੋਂ ਤੁਸੀਂ ਗੱਲਾਂ ਕਰੋਗੇ, ਆਮ ਲੋਕ ਜਿਹੜੇ ਨੇ ਉਹਨਾਂ ਤੇ, ਹੁਣ ਤੁਸੀਂ ਗੱਲ ਜਿਹੜੀ ਕਰ ਰਹੇ ਸੀ ਕਿ ਆਮ ਲੋਕਾਂ ਤੇ ਕੀ ਪ੍ਰਭਾਵ ਪੈਂਦਾ ਹੈ, ਆਮ ਲੋਕਾਂ ਤੇ ਬਿਲਕੁਲ ਸਾਡੀ ਕਈਆਂ ਨਾਲ ਗੱਲ ਹੋਈ, ਕਈ ਡਾਕਟਰਸ ਨਾਲ ਗੱਲ ਹੋਈ। ਡਾਕਟਰਸ ਕਹਿੰਦੇ ਕਿ ਸਾਨੂੰ ਈਵਨ ਪੇਸ਼ੈਂਟ ਜਿਹੜੇ ਨੇ ਉਹ ਇਨਸਿਸਟ ਕਰਦੇ ਨੇ ਕਿ ਮੈਂ ਜੀ ਕਾੜਾ ਪੀ ਲਿਆ ਕਰਾਂ ਜੀ, ਮੈਂ ਆਹ ਲੈ ਲਿਆ ਕਰਾਂ ਜੀ, ਤੁਸੀਂ ਕੋਰੋਨਿਲ ਜਿਹੜੀ ਇਹਨੂੰ ਉੱਪਰ ਲਿਖੋ, ਬਾਕੀ ਦਵਾਈਆਂ ਹੇਠਾਂ ਲਿਖੋ, ਤੁਸੀਂ ਸਟੀਰਾਇਡ ਕਿਉਂ ਲਿਖ ਰਹੇ ਹੋ, ਤੁਸੀਂ ਆਹ ਕਿਉਂ ਦਵਾਈ ਲਿਖ ਰਹੇ ਹੋ, ਆਹ ਨਾ ਲਿਖੋ, ਬਾਬਾ ਰਾਮਦੇਵ ਤੇ ਆਹ ਕਹਿੰਦਾ ਵਾ ਜੀ। ਠੀਕ ਹੈ, ਤੁਸੀਂ ਯੋਗਾ ਤੱਕ ਮਹਦੂਦ ਸੀ, ਠੀਕ ਹੈ, ਉੱਥੋਂ ਤੱਕ ਠੀਕ ਹੈ, ਪਰ ਹੁਣ ਆਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੈ ਇੱਕ ਤਰ੍ਹਾਂ ਦਾ। ਜਦੋਂ ਪੇਸ਼ੈਂਟ ਦੇ ਵਿੱਚ ਇੱਕ ਡਾਕਟਰ ਦੇ ਪ੍ਰਤੀ ਵਿਸ਼ਵਾਸ ਨਹੀਂ ਜਾਗਰਤ ਹੋਏਗਾ, ਉਹਦੇ ਅੰਦਰ ਇਹ ਵਿਸ਼ਵਾਸ ਨਹੀਂ ਹੋਏਗਾ ਕਿ ਡਾਕਟਰ ਮੈਨੂੰ ਠੀਕ ਕਰ ਸਕਦਾ, ਤੇ ਉਹ ਅੱਧਾ ਬਿਮਾਰ ਹੀ ਰਹੂਗਾ, ਉਹ ਕਦੇ ਠੀਕ ਨਹੀਂ ਹੋਊਗਾ। ਹੁਣ ਜਿਹੜੀ ਇੱਕ ਵੈਕਸੀਨ ਆ, ਵੈਕਸੀਨ ਦੀ ਜਿਹਦੀ ਅਸੀਂ ਰੋਜ਼ ਗੱਲ ਕਰਦੇ ਹਾਂ ਕਿ ਵੈਕਸੀਨੇਸ਼ਨ ਲਓ ਜੀ, ਹੁਣ ਉਹਦੇ ਵਿੱਚ ਜਦੋਂ ਬੋਡੀ ਦੇ ਅੰਦਰ ਐਂਟੀਜਨ ਜਿਹੜੇ ਜਾਂਦੇ ਨੇ ਬੋਡੀ ਦੇ ਅੰਦਰ, ਉਹ ਐਂਟੀਜਨ ਕਿਹੜੇ ਹੁੰਦੇ ਨੇ, ਜਿਹੜੇ ਕਿ ਵਾਇਰਸ ਇੱਕ ਜਾਂਦਾ, ਪਰ ਵਾਇਰਸ ਜਿਹੜਾ ਉਹ ਇਹ ਵਾਇਰਸ ਨਹੀਂ ਹੁੰਦਾ, ਉਹ ਸਮਝ ਲਓ ਕਿ ਅਧਮਰਿਆ ਜਾਂ ਵਾਇਰਸ ਜਿਹੜਾ ਅੰਦਰ ਭੇਜਦੇ ਨੇ, ਉਹ ਅੰਦਰ ਵਾਇਰਸ ਜਾਂਦਾ, ਤੁਹਾਡੀ ਜਿਹੜੀ ਬੋਡੀ ਦੀ ਇਮਿਊਨਿਟੀ ਹੈ ਉਹਨੂੰ ਜਾਗਰਤ ਕਰ ਦਿੰਦਾ ਕਿ ਉਹ ਜਿਹੜਾ ਵਾਇਰਸ ਅੰਦਰ ਆਲਰੇਡੀ ਪਿਆ ਵਾ ਉਹਨੂੰ ਇਸ ਲੈਵਲ ਤੇ ਲੈ ਆਵੇ ਕਿ ਉਹਦੇ ਨਾਲ ਫਾਈਟ ਕਰ ਸਕੇ, ਸਾਡੀ ਇਮਿਊਨਿਟੀ ਜਿਹੜੀ ਉਹਦੇ ਨਾਲ ਫਾਈਟ ਕਰ ਸਕੇ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਇਹ ਬੜੇ ਸਾਇੰਟੀਫਿਕ ਤਰੀਕੇ ਨਾਲ ਸਮਝਾਈਆਂ ਵੀ ਜਾਂਦੀਆਂ ਤੇ ਇਹਦੇ ਮੁਤਾਬਕ ਜਿਹੜੀ ਆ ਵੈਕਸੀਨੇਸ਼ਨ ਹੈ, ਇਹਦੇ ਮੁਤਾਬਕ ਸਾਰੀਆਂ ਮੈਡੀਸਿਨਸ ਨੇ। ਜਿਸ ਤੁਹਾਡੀ ਕਾਲ ਮੇਰਾ ਖਿਆਲ ਆ ਰਹੀ ਕੋਈ। ਬਿਲਕੁਲ ਰਾਜੇਸ਼ ਜੀ, ਕਾਲਰ ਵੀ ਆਪਣੇ ਨਾਲ ਜੁੜੇ ਹੋਏ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਜੀ? ਸਰ ਟੌਪਿਕ ਤੁਹਾਨੂੰ ਪਤਾ ਹੀ ਹੈ, ਬਾਬਾ ਰਾਮਦੇਵ ਵਾਲਾ ਹੈ, ਤੇ ਕੀ ਕਹਿਣਾ ਚਾਹੋਗੇ? ਹਾਂਜੀ, ਤੁਸੀਂ ਇੱਕ ਗੱਲ ਮੈਂ ਕਹਿਣਾ ਜੀ। ਹਾਂਜੀ, ਟੌਪਿਕ ਤੁਹਾਡੇ ਬਹੁਤ ਵਧੀਆ ਹੁੰਦੇ ਨੇ, ਪ੍ਰੋਗਰਾਮ ਵੀ ਬਹੁਤ ਵਧੀਆ ਹੁੰਦਾ ਜੀ, ਪਰ ਜਿਹੜੇ ਰਾਮਦੇਵ ਦੀ ਗੱਲ ਆਪਾਂ ਕਰ ਰਹੇ ਹਾਂ ਨਾ, ਇਹ ਮੋਟੇ ਫੰਡ ਦੇ ਰਹੇ ਨੇ ਮੋਦੀ ਵਰਗਿਆਂ ਨੂੰ, ਠੀਕ ਹੈ ਜੀ, ਮੋਟੇ ਫੰਡ ਦੇ ਰਹੇ ਨੇ, ਬਹੁਤ ਪੈਸਾ ਜਿੰਨੇ ਦੇ ਰਹੇ ਨੇ ਉਦੋਂ ਵੱਧ ਬਣਾ ਰਹੇ ਨੇ, ਤਾਂ ਹੀ ਦੇਣਗੇ ਜੇ ਬਣਾਉਣਗੇ ਜੀ। ਤੇ ਲੋਕ ਉੱਥੇ ਤੁਹਾਨੂੰ ਪਤਾ ਹੀ ਆ ਵੀ ਲੋਕ ਜਿਹੜੇ ਵਿਚਾਰੇ ਜਿੱਥੋਂ ਕੋਈ ਬਿਨਾਂ ਪੈਸੇ ਤੋਂ ਦਵਾਈ ਮਿਲੇ ਜਾਂ ਸਸਤੀ ਮਿਲੇ ਉਧਰ ਨੂੰ ਭੱਜਣਾ। ਹਾਂਜੀ, ਕਿਉਂਕਿ ਲੋਕਾਂ ਦੀ ਮਾਲੀ ਹਾਲਤ ਸਹੀ ਨਹੀਂ ਹੈ। ਇੱਥੇ ਹੁਣ ਤੁਸੀਂ ਕੈਨੇਡਾ ਦੇ ਵਿੱਚ ਦੇਖ ਲਓ, ਜੇ ਇਹਨਾਂ ਲੋਕਾਂ ਨੂੰ ਬੰਦ ਕੀਤਾ ਤਾਂ ਉਹਨਾਂ ਨੂੰ ਸਮਾਨ ਵੀ ਘਰਾਂ 'ਚ ਪਹੁੰਚਾਇਆ, ਬਿਲਕੁਲ ਬਿਲਕੁਲ, ਪੈਸੇ ਦੀ ਹੈਲਪ ਕੀਤੀ ਜੀ। ਉੱਥੇ ਕਹਿੰਦੇ ਅੰਦਰ ਵੜ ਜਾਓ, ਬਾਹਰ ਨਹੀਂ ਨਿਕਲਣਾ, ਨਾ ਤਾਂ ਕੋਈ ਦਵਾਈ ਵਾਲਾ ਲਾਉਣ ਟੀਕਾ ਲਾਉਣਗੇ ਉਹਨਾਂ ਦੇ, ਨਾ ਉਹਨਾਂ ਨੂੰ ਕੋਈ ਦਵਾਈ ਸਰਪ੍ਰਸਤ ਕਰਾਈ ਹੈ। ਬਿਲਕੁਲ, ਅਸੀਂ ਖੁਦ ਦੇਖੇ ਕਿ ਕਰੋਨਾ ਦੇ ਮਰੀਜ਼ ਖੁਦ ਬਾਹਰ ਘਰੋਂ ਨਿਕਲ ਕੇ ਡਰਾਈਵ ਕਰਕੇ ਦੁਕਾਨਾਂ ਦੇ ਉੱਤੇ ਜਾ ਰਹੇ ਨੇ ਆਪਣੀ ਕਰੋਨਾ ਕਿਟ ਲੈਣ ਵਾਸਤੇ। ਉਹਨਾਂ ਨੂੰ ਕੁੱਟ ਰਹੇ ਨੇ। ਕੱਲ ਫੋਨ ਤੋੜਦਾ ਇੱਕ ਬੰਦੇ ਦਾ। ਹੁਣ ਨਖਲਊ ਦੇ ਵਿੱਚ ਇਹਨਾਂ ਨੇ ਪਾਣੀ ਚੈੱਕ ਕੀਤਾ ਜੀ 2 ਜਗ੍ਹਾ ਤੋਂ, ਦੋਹਾਂ ਜੇ ਕਰੋਨੇ ਦੇ ਉਹ ਆਏ ਨੇ, ਵਾਇਰਸ ਆਏ ਪਾਣੀ ਦੇ ਵਿੱਚ। ਹੁਣ ਦੱਸੋ ਕਿੱਧਰ ਨੂੰ ਜਾ ਰਿਹਾ ਕੰਮ? ਜਮਾਂ ਹੀ ਸਰਕਾਰਾਂ ਨੇ ਜਮਾਂ ਹੀ ਤਬਾਹ ਕਰਤਾ ਹਿੰਦੁਸਤਾਨ ਨੂੰ। ਇਸ ਕਰਕੇ ਪਲੀਜ਼ ਤੁਸੀਂ ਪ੍ਰੋਗਰਾਮ ਜਿਹੜਾ ਵੀ ਦਿੰਦੇ ਹੋ ਜੀ, ਲੋਕਾਂ ਨੂੰ ਜਾਗਰੂਕ ਕਰੋ ਵੀ ਤੁਸੀਂ ਜਾਗਰੂਕ ਹੋਵੋ ਤਾਂ ਗੱਲ ਬਣੀ। ਗਵਰਨਮੈਂਟ ਨੇ ਕੁਝ ਨਹੀਂ ਕਰਨਾ ਤੁਹਾਡੇ। ਬਿਲਕੁਲ ਜੀ ਸਰ, ਬਿਲਕੁਲ। 3500 ਕਰੋੜ ਦਾ ਬਜਟ ਰੱਖਿਆ ਸੀ ਕਰੋਨੇ ਲਈ, ਕਿੱਥੇ ਗਿਆ ਉਹ? ਰਾਜ ਸਰਕਾਰਾਂ ਆਪਣੇ ਪੈਸੇ ਦੇ ਕੇ ਟੀਕੇ ਉਹ ਕਹਿੰਦੇ ਖਰੀਦੋ ਤੁਸੀਂ, ਕਿਉਂਕਿ ਪੈਸੇ ਕਿਹਨੂੰ ਦਿੱਤੇ ਆ ਫਿਰ ਉਹ? ਬਿਲਕੁਲ, ਇਹ ਔਨ ਰਿਕਾਰਡ ਹੈ ਜੀ। ਜੀ ਸਰ, ਜਿਹੜਾ ਸੀ ਜੀ ਬਿਲਕੁਲ। ਤੇ ਐਨੀਵੇ ਥੈਂਕ ਯੂ ਜੀ, ਧੰਨਵਾਦ ਤੁਹਾਡਾ। ਥੈਂਕ ਯੂ ਸਰ, ਥੈਂਕ ਯੂ ਜੀ। ਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸ਼ਹਿਰੀ ਜੀ ਸਤਿ ਸ੍ਰੀ ਅਕਾਲ। ਹਾਂਜੀ। ਗਿੱਲ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ। ਵਧੀਆ ਤੁਹਾਡਾ ਮਾਰਨਿੰਗ ਸ਼ੋਅ ਚੱਲ ਰਿਹਾ ਜੀ। ਟੌਪਿਕ ਵੀ ਵਧੀਆ, ਪਰ ਮੈਂ ਇੱਥੇ ਬਾਹਰ ਤਾਂ ਕਿਉਂਕਿ ਰਾਮਦੇਵ ਜੀ ਬਾਰੇ ਤਾਂ ਲੋਕਾਂ ਨੇ ਬਹੁਤ ਪੜ੍ਹਿਆ, 10 ਸਾਲ ਦਾ ਦੇਖੀ ਵੀ ਜਾਂਦੇ ਆ। ਮੇਰਾ ਤਾਂ ਇੱਕੋ ਹੀ ਇਹਦੇ ਤੇ ਖਾਦਸਾ ਹੈ ਕਿ ਜਿਹੜਾ ਡਾਊਟ ਸ਼ਬਦ ਆ ਨਾ, ਜਦੋਂ ਡਾਊਟ ਖੜਾ ਹੋ ਜਾਂਦਾ, ਜਿੱਦਾਂ ਰਜੇਸ਼ ਜੀ ਨੇ ਕਿਹਾ ਵੀ ਮੈਡੀਕਲ ਡਾਕਟਰਾਂ ਦੇ ਉੱਤੇ ਬਿਲੀਵ ਹੀ ਨਹੀਂ ਕਰਦੇ ਲੋਕ, ਡਾਊਟ 'ਚ ਚਲੇ ਗਏ। ਇਹ ਜਿਹੜਾ ਡਾਊਟ ਦਾ ਕਨਸੈਪਟ ਰਾਮਦੇਵ ਜੀ ਨੇ ਠਾਤਾ, ਇਹ ਬੜਾ ਜ਼ਹਿਰੀਲਾ ਹੋਊਗਾ, ਘਾਤਕ ਹੋ ਸਕਦਾ ਇਹ ਮੈਡੀਕਲ ਫੀਲਡ ਦੇ ਵਿੱਚ, ਕਿਉਂਕਿ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਵੀ ਜਿਹੜੀ ਇਹ ਚੀਜ਼ ਤੇ ਜ਼ੋਰ ਦਿੱਤਾ ਜਾਂਦਾ, ਜਦੋਂ ਡਾਕਟਰ ਬਣਦਾ, ਜਦੋਂ ਰੈਸੀਡੈਂਸੀ ਕਰਦਾ, ਉਹਨੂੰ ਇਹ ਚੀਜ਼ ਦੱਸੀ ਜਾਂਦੀ ਹੈ ਕਿ ਜਿਹੜਾ ਪੇਸ਼ੈਂਟ ਤੇ ਡਾਕਟਰ ਦੇ ਵਿਚਾਲੇ ਜਿਹੜਾ ਡਾਊਟ ਆ ਉਹਨੂੰ ਕੱਢਣਾ ਹੈ, ਉਹਦਾ ਪਿਆਰ ਦੇ ਨਾਲ ਰਿਲੇਸ਼ਨ ਨੂੰ ਕਾਇਮ ਕਰਨਾ, ਕਿਉਂਕਿ ਪੇਸ਼ੈਂਟ ਤਾਂ ਪਹਿਲਾਂ ਹੀ ਵਿਚਾਰਾ ਬਿਮਾਰੀ ਤੋਂ ਤੰਗ ਹੁੰਦਾ। ਜਿਹੜਾ ਇਹ ਰਾਮਦੇਵ ਜੀ ਨੇ ਇੱਕ ਡਾਊਟ ਦਾ ਮੈਡੀਕਲ ਫੀਲਡ ਦੇ ਵਿੱਚ, ਦੇਖੋ ਕਰੋੜਾਂ ਰੁਪਈਆ, ਅਰਬਾਂ ਰੁਪਈਆ ਮੈਡੀਕਲ ਫੀਲਡ ਦੇ ਵਿੱਚ ਖਰਚ ਹੁੰਦਾ। ਇਹ ਇੱਕ ਅਨਪੜ੍ਹ ਬੰਦਾ ਸਿਰਫ 7-8 ਦੀਆਂ ਪਾਸ ਕੀਤੀਆਂ ਹੋਈਆਂ ਤੇ ਇਹਨੂੰ ਨਾ ਤਾਂ ਬਾਇਓ ਦਾ ਪਤਾ, ਨਾ ਇਹਨੂੰ ਮੈਡੀਕਲ ਫੀਲਡ ਦੇ ਰਿਸਰਚ ਦਾ ਪਤਾ ਵੀ ਕਿੰਨੇ ਪੈਸੇ ਲੱਗਦੇ ਆ, ਹਨਾ। ਜਿਹੜਾ ਸਾਡੇ ਕੰਟਰੀ ਦੀ ਇਹ ਸਮਝ ਲਓ ਤੁਸੀਂ, ਸਾਡੀ ਇਹ ਮਾੜੀ ਦਸ਼ਾ ਇਹ ਜਿਹੇ ਲੋਕ ਕਰਦੇ ਆ, ਕਿਉਂਕਿ ਅਸੀਂ ਤਾਂ ਪਹਿਲਾਂ ਹੀ ਡਿੱਗੇ ਹੋਏ ਆ। ਸਾਡਾ ਮਿਆਰ ਐਜੂਕੇਸ਼ਨ ਦਾ ਪਿੰਡਾਂ ਦੇ ਵਿੱਚ ਲੈ ਕੇ ਕੋਈ ਸਕੂਲ ਨਹੀਂ ਗਿਆ ਹੋਇਆ। ਇਹ ਜਿਹੇ ਲੋਕ ਜਦੋਂ ਇਹ ਡਾਊਟ ਜਿਹੜਾ ਹੁਣ ਅੱਜ ਕੱਲ ਡਾਊਟ ਸ਼ਬਦ ਆ ਜਿਹੜਾ, ਇਹਦੇ ਉੱਤੇ ਬੜੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਕਿ ਡਾਊਟ ਨੂੰ ਮੂਵ ਕਿਵੇਂ ਕਰਨਾ। ਉਹ ਤਾਂ ਪੜ੍ਹੇ ਲਿਖੇ ਬੰਦੇ ਡਾਊਟ ਨੂੰ ਮੂਵ ਨਹੀਂ ਕਰ ਸਕਦੇ, ਅਸੀਂ ਤਾਂ ਪਹਿਲਾਂ ਹੀ ਥੱਲੇ ਸਾਡਾ ਮਿਆਰ ਐਜੂਕੇਸ਼ਨ ਦਾ। ਸੋ ਇਹ ਬੜੀ ਘਾਤਕ ਚੀਜ਼ ਹੈ। ਇਹਦੇ ਬਾਰੇ ਰਜੇਸ਼ ਜੀ ਥੋੜਾ ਜਿਹਾ ਇਸ ਫੀਲਡ ਦੇ ਵਿੱਚ ਹੈਗੇ, ਲਿਖਣ, ਲੋਕਾਂ ਨੂੰ ਅਵੇਅਰਨੈਸ ਕਰਨ, ਕਿਉਂਕਿ ਰਾਮਦੇਵ ਜੀ ਨੇ ਤਾਂ ਆਪਣਾ ਕੰਮ ਕਰਤਾ, ਕਿਉਂਕਿ ਉਹਦੇ ਪਿੱਛੇ ਤਾਂ ਉਹ ਤਾਂ ਇੱਕ ਯੋਗੀ, ਉਹ ਯੋਗੀ ਆ ਜਿਹੜਾ ਪੈਸੇ ਦੇ ਨਾਲ ਅਨਪੜ੍ਹ ਬੰਦੇ ਕੋਲ ਪੈਸਾ ਆ ਜਾਵੇ ਔਰ ਲੋਕਾਂ ਦੇ ਦਿਮਾਗ ਦੇ ਉੱਤੇ ਇੱਕ ਡਾਊਟ ਛੱਡ ਦਿੱਤਾ। ਇਹ ਚੀਜ਼ ਡਾਊਟ ਵਾਲੀ ਬੜੀ, ਮੈਂ ਇਸ ਚੀਜ਼ ਨੂੰ ਬੜਾ ਫੀਲ ਕਰਦਾ ਕਿ ਡਾਊਟ ਸ਼ਬਦ ਹੈ ਜਿਹੜਾ, ਇਹਨੂੰ ਮੂਵ ਕਰਨਾ ਬੜਾ ਹਾਰਡ ਹੈ। ਇਹ ਮੇਰੇ ਵਿਚਾਰਾ। ਥੈਂਕ ਯੂ ਜੀ। ਬਿਲਕੁਲ, ਥੈਂਕ ਯੂ ਸੋ ਮਚ ਬਰਾੜ ਜੀ, ਥੈਂਕ ਯੂ ਜੀ। ਰਾਜੇਸ਼ ਜੀ, ਜਿਸ ਤਰੀਕੇ ਨਾਲ ਹੁਣ ਬਰਾੜ ਜੀ ਵੀ ਜੁੜੇ ਹੋਏ ਸੀ ਨਾਲ, ਉਹ ਵੀ ਇਹੀ ਗੱਲ ਹੀ ਦੁਹਰਾ ਰਹੇ ਸੀਗੇ ਕਿ ਜਿਹੜਾ ਡਾਊਟ ਲੋਕਾਂ ਦੇ ਵਿੱਚ ਤਾਂ ਆਉਂਦਾ ਹੀ ਆਉਂਦਾ ਹੈ, ਨਾਲ ਹੀ IMA ਦੇ ਲਈ ਬਹੁਤ ਵੱਡੇ ਸਵਾਲ ਖੜੇ ਕਰਦੇ ਨੇ, ਮੈਡੀਕਲ ਸਾਇੰਸ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਕਰਦੇ ਨੇ। ਇਸ ਦਾ ਅਸਰ ਕਿੱਥੋਂ ਤੱਕ ਪੈਂਦਾ? ਸ਼ਾਇਦ ਬਾਬਾ ਰਾਮਦੇਵ ਜਾਂ ਹੋਰ ਵੀ ਜਿਹੜੇ ਇੱਦਾਂ ਦੇ ਲੋਕ ਨੇ ਜਾਂ ਕੋਈ ਗੁਰੂ ਨੇ ਜਿਹੜੇ ਇੱਦਾਂ ਦੇ ਬਿਆਨ ਦੇ ਦਿੰਦੇ ਨੇ, ਸ਼ਾਇਦ ਉਹ ਸੋਚਦੇ ਨਹੀਂ ਆ ਵੀ ਇਹਦਾ ਅਸਰ ਕਿੱਥੋਂ ਤੱਕ ਜਿਹੜਾ ਜਾ ਸਕਦਾ ਹੈ। ਸੋ ਇੱਦਾਂ ਦੇ ਡਾਊਟ ਜਿਹੜੇ ਆ ਉਹਨਾਂ ਨੂੰ ਕਲੀਅਰ ਕਰਨ ਦੇ ਲਈ ਜਾਗਰੂਕਤਾ ਦੀ ਵਾਕਈ ਬਹੁਤ ਲੋੜ ਹੈ, ਅਵੇਅਰਨੈਸ ਦੀ ਲੋੜ ਹੈ ਕਿ ਲੋਕ ਅਵੇਅਰ ਹੈਗੇ ਨੇ। ਤੁਸੀਂ ਤਾਂ ਉੱਥੇ ਵਿਚਰਦੇ ਹੋ, ਖਬਰਾਂ ਕਰਦੇ ਹੋ, ਉੱਥੇ ਹਰ ਦਿਨ ਲੋਕਾਂ ਦੇ ਨਾਲ ਮੁਖਾਤਿਬ ਹੁੰਦੇ ਹੋ, ਕੀ ਲੱਗਦਾ ਲੋਕ ਸੁਧਰ ਚੁੱਕੇ ਨੇ? ਲੋਕਾਂ ਦੇ ਕਿਤੇ ਨਾ ਕਿਤੇ ਲੋਕਾਂ ਨੂੰ ਹੁੰਦਾ ਵੀ ਸਹੀ ਤਰੀਕੇ ਨਾਲ ਅਸੀਂ ਚਾਹੇ ਬੇਸ਼ੱਕ ਫਾਲੋਅਰਸ ਨੇ, ਪਰ ਫਿਰ ਵੀ ਸਹੀ ਖਬਰ ਦੇ ਉੱਤੇ ਜਿਹੜੀ ਹੈ ਅਸੀਂ ਆਪਣੀ ਜਾਣਕਾਰੀ ਹਾਸਲ ਕਰੀਏ, ਕਿਉਂਕਿ ਇਸ ਵੇਲੇ ਸਾਡੀ ਜਾਂ ਸਾਡੇ ਫੈਮਿਲੀ ਮੈਂਬਰਸ ਦੀ ਸਿਹਤ ਦਾ ਸਵਾਲ ਹੈ, ਉਹਨਾਂ ਨੂੰ ਬਚਾਉਣਾ ਜ਼ਰੂਰੀ ਹੈ। ਜਾਂ ਫਿਰ ਲੋਕ ਹਜੇ ਵੀ ਲਕੀਰ ਦੇ ਫਕੀਰ ਬਣ ਕੇ ਇੱਦਾਂ ਦੇ ਬਿਆਨਾਂ ਦੇ ਉੱਤੇ ਭਰੋਸਾ ਕਰਕੇ ਉਹੀ ਕਰਦੇ ਨੇ ਜੋ ਇੱਦਾਂ ਦੇ ਬਾਬੇ ਕਹਿੰਦੇ ਨੇ? ਦੇਖੋ, ਹਿੰਦੁਸਤਾਨ ਦੇ ਵਿੱਚ ਇੱਕ ਬਾਬਾ ਰਾਮਦੇਵ ਨਹੀਂ ਆ, ਬਹੁਤ ਸਾਰੇ ਹਜ਼ਾਰਾਂ ਲੱਖਾਂ ਬਾਬਾ ਰਾਮਦੇਵ ਜਿਹੜੇ ਕਿ ਜਿਨ੍ਹਾਂ ਦੇ ਰੋਜ਼ ਤੁਸੀਂ ਵੀਡੀਓ ਦੇਖੋ ਕਿ ਜੀ ਮੋਟਾਪੇ ਦਾ ਅਚੂਕ ਇਲਾਜ, ਹਨਾ, ਤੇ ਕਰੋਨਾ ਦਾ ਜਿਹੜਾ ਵਾ ਰਾਮਬਾਣ ਇਲਾਜ, ਤੇ ਆਪਣੇ ਕੈਂਸਰ ਤੱਕ ਦਾ ਰਾਮਬਾਣ ਇਲਾਜ, ਇਸ ਤਰ੍ਹਾਂ ਜਿਹੜੀਆਂ ਵੀਡੀਓਜ਼ ਪਾਈਆਂ, ਔਰ ਹੈਰਾਨੀ ਹੁੰਦੀ ਹੈ ਦੇਖ ਕੇ ਕਿ ਕਿਵੇਂ ਲੋਕ ਨੂੰ ਫੋਲੋ ਕਰ ਰਹੇ ਹੁੰਦੇ, ਥੱਲੇ ਕਮੈਂਟਸ ਲਿਖ ਰਹੇ ਹੁੰਦੇ, ਬਾਬਾ ਜੀ ਇਹਦਾ ਟ੍ਰੀਟਮੈਂਟ ਦੱਸੋ, ਬਾਬਾ ਜੀ ਇਹਦਾ ਟ੍ਰੀਟਮੈਂਟ ਦੱਸੋ, ਕੱਚੇ ਪਿਆਜ਼ ਨਾਲ ਟ੍ਰੀਟਮੈਂਟ ਕਰੀ ਜਾਂਦੇ ਸਾਰਿਆਂ ਦਾ। ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਉਹ ਜਿਹੜੀਆਂ ਲੋਕਾਂ ਨੂੰ ਜਦੋਂ ਉਹ ਚੀਜ਼ਾਂ ਆਪਣੇ ਤੇ ਅਪਣਾਉਂਦੇ ਨੇ, ਕਈ ਤੇ ਸੋਹਣਾ ਹੋਣ ਲਈ ਮੂੰਹ ਤੇ ਲਾ ਲੈਂਦੇ ਆ ਜੋ ਕੁਝ ਦੱਸਦੇ ਆ, ਤੇ ਉਸ ਤੋਂ ਬਾਅਦ ਗਰੁੱਪ ਹੀ ਕੁਝ ਹੋਰ ਹੀ ਬਣ ਜਾਂਦਾ। ਉਹ ਇਹ ਨਹੀਂ ਪਤਾ ਲੱਗਦਾ ਗੋਰਾ ਜਾਂ ਕਾਲਾ ਜਾਂ ਕੀ ਹੈ, ਉਹ ਕੁਝ ਨਹੀਂ ਪਤਾ ਲੱਗਦਾ, ਭੁਸਲਾ ਜਿਹਾ ਰੰਗ ਬਣਾ ਲੈਂਦੇ ਆ। ਸੋ ਜ਼ਾਹਿਰ ਤੌਰ ਤੇ ਇਹ ਚੀਜ਼ਾਂ ਨੇ, ਇਹ ਬਹੁਤ ਖਤਰਨਾਕ ਨੇ। ਜਿਹੜੀ ਚੀਜ਼ ਅਨਸਾਇੰਟਿਫਿਕ ਹੋਏਗੀ, ਜਿਹੜੀ ਚੀਜ਼ ਦਾ ਤੁਸੀਂ ਕੋਈ ਪੈਮਾਨਾ ਨਹੀਂ ਦੇ ਪਾਓਗੇ, ਜਿਹੜੀ ਚੀਜ਼ ਦਾ ਤੁਸੀਂ ਇਹ ਨਹੀਂ ਦੱਸ ਪਾਓਗੇ ਕਿ ਤੁਸੀਂ ਇੰਨੇ ਲੋਕਾਂ ਤੇ ਰਿਸਰਚ ਕੀਤਾ, ਉਸਦੇ ਆਊਟਕਮ ਨੇ, ਨਤੀਜੇ ਨਿਕਲੇ ਨੇ, ਚੀਜ਼ਾਂ ਨਹੀਂ ਦੱਸ ਪਾਓਗੇ, ਉਹ ਚੀਜ਼ਾਂ ਨੂੰ ਬਿਲਕੁਲ ਲੋਕਾਂ ਨੂੰ ਨਹੀਂ ਮੰਨਣਾ ਚਾਹੀਦਾ। ਪਰ ਲੋਕਾਂ ਦੀ ਇੱਕ ਬਹੁਤ ਵੱਡੀ ਗਲਤੀ ਹੈ ਕਿ ਅੰਨ੍ਹੇਵਾਹ ਪਿੱਛੇ ਲੱਗ ਜਾਂਦੇ ਨੇ, ਅੰਨ੍ਹੇਵਾਹ ਪਿੱਛੇ ਲੱਗ ਕੇ ਉਹ ਚੀਜ਼ਾਂ ਜਿਹੜੀਆਂ ਅਪਣਾਉਣੀਆਂ ਸ਼ੁਰੂ ਕਰ ਦਿੰਦੇ ਨੇ, ਔਰ ਆਪਣੇ ਤੇ ਬਕਾਇਦਾ ਤੌਰ ਤੇ ਇਸਤੇਮਾਲ ਕਰਨੀਆਂ ਸ਼ੁਰੂ ਕਰ ਦਿੰਦੇ ਨੇ, ਔਰ ਬਾਅਦ ਚੋਂ ਆਪਣਾ ਆਪ ਹੀ ਝੁੱਗਾ ਚੌੜ ਕਰਕੇ ਬਹਿ ਜਾਂਦੇ ਨੇ। ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਖਤਰਨਾਕ ਨੇ। ਦੇਖੋ, ਬਾਬਾ ਰਾਮਦੇਵ ਜਿਹੜਾ ਖੁਦ WhatsApp ਦਾ ਮੈਸੇਜ ਪੜ੍ਹ ਕੇ ਜਿਹੜਾ ਸਾਰਿਆਂ ਨੂੰ ਦੱਸ ਰਿਹਾ ਕਿ ਉਹ ਜਿਹੜਾ WhatsApp ਤੇ ਉਸ ਤੋਂ ਪਹਿਲਾਂ ਬਾਬਾ ਰਾਮਦੇਵ ਦੇ ਇਸ ਬਿਆਨ ਤੋਂ ਪਹਿਲਾਂ 1 ਹਫ਼ਤਾ ਪਹਿਲਾਂ ਸਰਕੂਲੇਟ ਹੋ ਰਿਹਾ ਸੀਗਾ, ਸਾਰੇ ਹਰ ਥਾਵਾਂ ਤੇ ਸਰਕੂਲੇਟ ਹੋ ਰਿਹਾ ਸੀ, ਔਰ ਉਸ ਮੈਸੇਜ ਨੂੰ ਖੁਦ ਪੜ੍ਹ ਕੇ ਦੱਸ ਰਿਹਾ। ਇਹ ਕਿੰਨੀ ਕੁ ਸਿਆਣਪ ਵਾਲੀ ਗੱਲ ਹੈ। ਇੱਥੋਂ ਹੀ ਲੋਕਾਂ ਨੂੰ ਸਮਝ ਜਾਣਾ ਚਾਹੀਦਾ
ਕਿ ਇਹ ਬਾਬਾ ਆਪਣੇ ਰਿਸਰਚ ਤੋਂ ਕੁਝ ਨਹੀਂ ਕਹਿ ਰਿਹਾ, ਜੋ ਮੈਸੇਜ ਸਰਕੂਲੇਟ ਹੋ ਰਿਹਾ ਬਾਬੇ ਦੇ ਦੋ ਉਹ ਹੀ ਪੜ੍ਹ ਨੁਕਸਾਨ ਕੇ ਦੱਸ ਰਿਹਾ। ਰਾਜੇਸ਼ ਜੀ, ਬਾਬੇ ਦੀ ਇਸ ਚੀਜ਼ ਨਾਲ ਦੋ ਨੁਕਸਾਨ ਹੁੰਦੇ ਨਜ਼ਰ ਆ ਰਹੇ ਨੇ। ਇੱਕ ਤਾਂ ਲੋਕਾਂ ਦੇ ਵਿੱਚ ਬਿਨਾਂ ਵਜ੍ਹਾ ਦੀ ਟੈਨਸ਼ਨ ਕ੍ਰੀਏਟ ਕਰ ਦੇਣਾ, ਜਿਹੜੇ ਲੋਕੀ ਵਿਚਾਰੇ ਦਵਾਈਆਂ ਆਲਰੇਡੀ ਲੈਂਦੇ ਪਏ ਸੀ, ਉਹਨਾਂ ਨੇ ਪਤਾ ਨਹੀਂ ਐਲੋਪੈਥਿਕ ਚੱਕ ਕੇ ਬਾਹਰ ਸੁੱਟ ਦਿੱਤੀਆਂ ਹੋਣੀਆਂ, ਤੇ ਹੁਣ ਉਹ ਪਤਾ ਨਹੀਂ ਕਿਵੇਂ ਸਰਵਾਈਵ ਕਰਦੇ ਹੋਣੇ, ਆਈ ਡੋਨਟ ਨੋ। ਸੋ ਇੱਕ ਤਾਂ ਇਹ ਜਿਹੜੀ ਹੈ ਟੈਨਸ਼ਨ ਕ੍ਰੀਏਟ ਕਰ ਦਿੱਤੀ। ਦੂਜੀ ਟੈਨਸ਼ਨ ਇਹ ਹੈ ਕਿ WhatsApp ਤੇ ਉੱਤੇ ਆਇਆ ਮੈਸੇਜ, ਸੋਸ਼ਲ ਮੀਡੀਆ ਤੇ ਕਿਸੇ ਵੀ ਪਲੇਟਫਾਰਮ ਤੋਂ ਆਇਆ ਮੈਸੇਜ, ਔਰ ਉਹ ਇੰਨੇ ਲੰਬੇ ਮੈਸੇਜ ਨੂੰ ਉਹ ਪ੍ਰੋਪਰ ਪੜ੍ਹ ਰਹੇ ਨੇ, ਤੇ ਤੁਸੀਂ ਤਾਂ ਉਹਦੀ ਵੀ ਪ੍ਰਮੋਸ਼ਨ ਕਰ ਰਹੇ ਹੋ ਕਿ ਸੋਸ਼ਲ ਮੀਡੀਆ ਤੇ ਕੋਈ ਵੀ ਗਲਤ ਜਾਣਕਾਰੀ ਵੀ ਅਗਰ ਆਉਂਦੀ ਪਈ ਹੈ, ਕਿਤੋਂ ਵੀ ਆ ਗਈ ਹੈ, ਤਾਂ ਉਹਨੂੰ ਅੱਗੇ ਦੇ ਅੱਗੇ ਤੋਰੀ ਜਾਓ ਤੇ ਸਾਰੇ ਪਰੇਸ਼ਾਨ ਹੋਏ ਜਾਓ। ਮਤਲਬ ਬਾਬਾ ਰਾਮਦੇਵ ਨੇ ਦੋ ਇੱਥੇ ਨੁਕਸਾਨ ਕੀਤੇ ਨੇ, ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰ ਗਏ, ਦੋਨੋਂ ਹੀ ਨੈਗੇਟਿਵ। ਪਰ ਨੁਕਸਾਨ ਤੇ ਦੇਖੋ ਅਲਟੀਮੇਟਲੀ ਲੋਕਾਂ ਦੇ ਵਿੱਚ ਭਾਵੇਂ ਚਲੋ ਅੱਜ ਨਹੀਂ ਕੱਲ ਨਹੀਂ, ਇਹ ਡਾਊਟ ਦੂਰ ਹੋਣਾ ਹੀ ਹੋਣਾ ਹੈ, ਲੋਕਾਂ ਨੂੰ ਸਮਝ ਆ ਹੀ ਜਾਣੀ ਹੈ। ਸਰਕਾਰ ਦੇ ਲੈਵਲ ਤੇ, ਸਰਕਾਰ ਦੇ ਪੱਧਰ ਤੇ ਜਿਹੜੀਆਂ ਨਾਕਾਮੀਆਂ ਨੇ ਉਹ ਚੀਜ਼ਾਂ ਜੇ ਖਤਮ ਹੋ ਗਈਆਂ ਤਾਂ ਉਸ ਤੋਂ ਬਾਅਦ ਲੋਕਾਂ ਨੂੰ ਇਹ ਚੀਜ਼ ਸਮਝ ਆਣੀ ਸ਼ੁਰੂ ਹੋ ਜਾਏਗੀ ਕਿ ਨਹੀਂ ਜੀ, ਆਹ ਜਿਹੜਾ ਤਰੀਕਾ ਅਪਣਾਵਾਂਗੇ। ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਅਪਣਾਈਆਂ ਤੇ ਬਾਅਦ ਚੋਂ ਉਹਨਾਂ ਨੇ ਮੂੰਹ ਦਿਖਾਦੀ ਤੇ ਬਾਅਦ ਚ ਫਿਰ ਦੁਬਾਰਾ ਉਹ ਐਲੋਪੈਥੀ ਵਾਲੇ ਪਾਸੇ ਹੁੰਦੇ ਨੇ। ਇਹ ਚੀਜ਼ਾਂ ਆਪਾਂ ਬਹੁਤ ਵਾਰ ਦੇਖੀਆਂ, ਇੱਕ ਵਾਰੀ ਨਹੀਂ। ਔਰ ਅਲਟੀਮੇਟਲੀ ਜਿਹੜੀ ਸੀਰੀਅਸ ਕੰਡੀਸ਼ਨਸ ਜਦੋਂ ਹੁੰਦੀਆਂ, ਬਹੁਤ ਸਾਰੇ ਐਸੇ ਜਿਹੜੇ ਅਜਿਹੇ ਬਾਬੇ ਨੇ ਜਿਨ੍ਹਾਂ ਨੇ ਸਾਰੀ ਉਮਰ ਇਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ, ਔਰ ਉਸ ਤੋਂ ਬਾਅਦ ਅਲਟੀਮੇਟਲੀ ਉਹਨਾਂ ਨੂੰ ਵੀ ਐਲੋਪੈਥੀ ਅਪਣਾਣੀ ਪਈ। ਜਦੋਂ ਹਾਰਟ ਅਟੈਕ ਹੋ ਜਾਂਦਾ ਜਾਂ ਜਦੋਂ ਕੋਈ ਹੋਰ ਅਜਿਹੀਆਂ ਬਿਮਾਰੀਆਂ ਹੋ ਜਾਂਦੀਆਂ, ਉਹਨਾਂ ਲੋਕਾਂ ਨੇ ਅਲਟੀਮੇਟਲੀ ਉਹਨਾਂ ਨੂੰ ਐਲੋਪੈਥੀ ਹੀ ਅਪਣਾਣੀ ਪਈ। ਔਰ ਉਦੋਂ ਉਸੇ ਤਰੀਕੇ ਨਾਲ ਹੁਣ ਦੇਖੋ, ਇਹ ਉਹ ਦੇਸ਼ ਆ ਜਿੱਥੇ ਜਿਹੜੀ ਹੁਣ ਹਾਲ ਦੀ ਘੜੀ ਦੇ ਵਿੱਚ ਤੁਸੀਂ ਖਬਰ ਸੁਣੀ ਹੋਣੀ ਆ ਕਿ ਜਿਹੜੇ ਆਯੁਰਵੈਦਿਕ ਡਾਕਟਰ ਨੇ ਉਹਨਾਂ ਨੂੰ ਸਰਜਰੀ ਦੀ ਪਰਮਿਸ਼ਨ ਦੇ ਦਿੱਤੀ ਗਈ ਸੀ ਕਿ ਇੱਥੇ ਸਰਜਰੀ ਉਹ ਕਰ ਸਕਦੇ ਨੇ। ਉਸਦਾ ਵੀ IMA ਨੇ ਬਹੁਤ ਵਿਰੋਧ ਕੀਤਾ, ਪਰ ਕਿਉਂਕਿ ਸਰਕਾਰ ਖੁਦ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰ ਰਹੀ ਹੈ, ਸਰਕਾਰ ਖੁਦ ਇੱਕ ਮਿਨਿਸਟਰੀ ਦੇ ਜ਼ਰੀਏ ਜਿਹੜੀਆਂ ਚੀਜ਼ਾਂ ਸਾਰੀਆਂ ਪ੍ਰਮੋਟ ਕੀਤੀਆਂ ਜਾਂਦੀਆਂ। ਔਰ ਸਭ ਤੋਂ ਵੱਡੀ ਗੱਲ, ਜਦੋਂ ਖੁਦ ਆ ਕੇ ਪ੍ਰੈਸ ਕਾਨਫਰੰਸ ਕਰਦੇ ਨੇ, ਖੁਦ ਬਹਿ ਜਾਂਦੇ ਨੇ ਅਜਿਹੇ ਬਾਬਿਆਂ ਨਾਲ ਬੈਠ ਕੇ ਤੇ ਉਹ ਚੀਜ਼ਾਂ ਲਾਂਚ ਕਰਦੇ ਨੇ, ਤਾਂ ਉੱਥੇ ਕੀ ਕਿਹਾ ਜਾ ਸਕਦਾ। ਅੱਛਾ ਰਾਜੇਸ਼ ਜੀ, ਕਿਸੇ ਤਰ੍ਹਾਂ ਦੀ ਰਾਜੇਸ਼ ਜੀ ਕੋਈ ਬੁਖਲਾਹਟ ਤਾਂ ਨਹੀਂ ਹੈ ਬਾਬਾ ਰਾਮਦੇਵ ਨੂੰ? ਕਿਤੇ ਬੁਖਲਾਹਟ ਦੇ ਵਿੱਚ ਆ ਕੇ ਇਹ ਕਰ ਰਹੇ ਨੇ, ਕਿਉਂਕਿ ਇਹਨਾਂ ਦੀ ਦੁਕਾਨਦਾਰੀ ਇਹਨਾਂ ਦਿਨਾਂ 'ਚ ਸ਼ਾਇਦ ਕੁਝ ਜ਼ਿਆਦਾ ਚੱਲੀ ਨਹੀਂ। ਕਰੋਨਾ ਦੇ ਸਮੇਂ 'ਚ ਬਾਬਾ ਰਾਮਦੇਵ ਨੇ ਬਹੁਤ ਕਮਾਣਾ ਸੀ, ਬੂਸਟਰ ਸ਼ਾਟ ਬਣਾਏ ਹੋਏ ਸੀਗੇ, ਜਿਹੜੀ ਦਵਾਈ ਇੱਕ ਬਣਾ ਦਿੱਤੀ ਸੀ, ਕਹਿਤਾ ਸੀ ਵੀ ਬਸ ਇਹ ਖਾ ਲਓ ਤੇ ਕਰੋਨਾ ਤੁਹਾਡੇ ਲਾਗੇ ਨਹੀਂ ਲੱਗੂਗਾ। ਉਹ ਸ਼ਾਇਦ ਉਹ ਫਾਰਮੂਲਾ ਚੱਲਿਆ ਨਹੀਂ, ਦੁਕਾਨਦਾਰੀ ਘੱਟ ਹੀ ਜਿਹੜੀ ਉਹਨਾਂ ਦਾ ਚੱਲੀ, ਕਰੋਨਾ ਦੇ ਦਿਨਾਂ ਦੇ ਵਿੱਚ ਵਿਚਾਰੇ ਜ਼ਿਆਦਾ ਕਮਾ ਨਹੀਂ ਪਾਏ। ਬੁਖਲਾਹਟ ਦੇ ਵਿੱਚ ਤਾਂ ਨਹੀਂ ਬਾਬਾ ਰਾਮਦੇਵ WhatsApp ਦੇ ਮੈਸੇजेस ਪੜ੍ਹੀ ਜਾਂਦੇ ਨੇ? ਦੇਖੋ, ਮੈਂ ਜਿਵੇਂ ਇਸ ਤੋਂ ਪਹਿਲਾਂ ਵੀ ਇੱਕ ਗੱਲ ਕਰ ਰਿਹਾ ਸੀਗਾ ਕਿ ਜੇ ਸਰਕਾਰ ਆਪਣੀਆਂ ਨੀਤੀਆਂ ਦੇ ਵਿੱਚ ਕਾਮਯਾਬ ਹੋ ਜਾਏ ਤਾਂ ਫਿਰ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਸਨੱਬ ਕੀਤਾ ਜਾ ਸਕਦਾ। ਹੁਣ ਇਸ ਵੇਲੇ ਜਿਹੜੀ ਕਰੋਨਾ ਤੋਂ ਬਚਣ ਦੀ ਸਭ ਤੋਂ ਵੱਡੀ ਇੱਕੋ ਇੱਕ ਚੀਜ਼ ਦੱਸੀ ਜਾ ਰਹੀ ਹੈ ਜਿਸ ਦਾ ਕੋਈ ਬਦਲ ਨਹੀਂ, ਉਹ ਹੈ ਵੈਕਸੀਨੇਸ਼ਨ। ਜਦ ਅਸੀਂ ਵੈਕਸੀਨੇਸ਼ਨ ਨਹੀਂ ਪੂਰੀ ਕਰ ਪਾ ਰਹੇ ਤੇ ਉਸ ਦੇ ਵਿੱਚ ਫਿਰ ਅਜਿਹੇ ਬਾਬੇ ਜਾਂ ਅਜਿਹੀਆਂ ਚੀਜ਼ਾਂ ਜਿਹੜੀਆਂ ਉੱਪਰਨੀਆਂ ਉਹ ਲਾਜ਼ਮੀ ਨੇ, ਪਰ ਇਸੇ ਕਰਕੇ ਉੱਪਰਨੀਆਂ ਨੇ। ਹੁਣ ਤੁਸੀਂ ਹੁਣ ਅੱਜ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਅੱਜ ਰਾਤ ਤੱਕ ਦੀ ਜਿਹੜੀ ਰਾਤ ਆ, ਅੱਜ ਰਾਤ ਤੱਕ ਦੀ ਇਹਨਾਂ ਕੋ ਸਿਰਫ ਵੈਕਸੀਨੇਸ਼ਨ ਬਚੀ ਹੈ। ਕੱਲ ਤੋਂ ਵੈਕਸੀਨੇਸ਼ਨ ਹੈ ਨਹੀਂ। ਕੱਲ ਤੋਂ ਜਿਹੜੀ ਡਰਾਈਵ ਇਹਨਾਂ ਨੇ ਚਲਾਣੀ ਸੀ, 18+ ਦੀ ਡਰਾਈਵ ਚਲਾਣੀ ਸੀ, ਉਹ ਚੱਲ ਹੀ ਨਹੀਂ ਸਕਦੀ। ਉਹ ਉੱਥੇ ਹੀ ਜਿਹੜੀ ਆ ਬੰਦ ਹੋ ਗਈ। 48,90,000 ਡੋਜ਼ਸ ਇਹਨਾਂ ਕੋ ਹੋਈਆਂ ਸੀਗੀਆਂ ਤੇ 48,90,000 ਤੋਂ ਸਿਰਫ ਇਹਨਾਂ ਕੋ 60,000 ਕੋਵੈਕਸਿਨ ਦੀ ਡੋਜ਼ ਬਚੀ ਆ। ਉਹ ਵੀ ਕਿਸ ਵਾਸਤੇ? ਜਿਹੜੀ ਇਹਨਾਂ ਨੇ ਸੈਕੰਡ ਡੋਜ਼ ਲਗਾਣੀ ਹੈ, ਕੋਵੈਕਸਿਨ ਦੀ ਡੋਜ਼ ਲਗਾਣੀ, ਉਹਦੇ ਵਾਸਤੇ ਰੱਖੀ ਹੋਈ ਹੈ ਇਹਨਾਂ ਨੇ। ਉਹ ਵੀ ਪ੍ਰੋਟੋਕਾਲ ਦੇ ਵੈਕਸੀਨ ਅੱਜ ਰਾਤ ਤੱਕ ਦੀ ਹੈ, ਅੱਗੇ ਵੈਕਸੀਨ ਨਹੀਂ ਹੈ। ਕੋਵਿਸ਼ੀਲਡ ਬਿਲਕੁਲ ਖਤਮ ਹੋ ਚੁੱਕੀ ਹੈ ਇਹਨਾਂ ਕੋ, ਸਿਰਫ ਕੋਵੈਕਸਿਨ ਜਿਹੜੀ ਸੈਕੰਡ ਡੋਜ਼ ਲੱਗਣੀ ਆ ਉਹ ਰੱਖੀ ਹੋਈ ਆ। ਹਾਲਾਂਕਿ ਕੋਵਿਸ਼ੀਲਡ ਦੇ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸੈਕੰਡ ਡੋਜ਼ ਲੱਗਣੀ ਹੈ, ਉਹਨਾਂ ਵਾਸਤੇ ਕੋਈ ਡੋਜ਼ ਨਹੀਂ ਹੈ ਅਵੇਲੇਬਲ। ਔਰ ਇਸ ਵੇਲੇ ਸਵਾਲ ਉੱਠ ਰਹੇ ਨੇ, ਸਵਾਲ ਖੜੇ ਹੋ ਰਹੇ ਨੇ ਕਿ ਵੈਕਸੀਨ ਕਿਉਂ ਨਹੀਂ ਮਿਲ ਰਹੀ, ਪੰਜਾਬ ਗਵਰਨਮੈਂਟ ਜਿਹੜੀ ਆ ਉਹ ਵੈਕਸੀਨ ਲੈਣ ਦੇ ਵਿੱਚ ਕਾਮਯਾਬ ਕਿਉਂ ਨਹੀਂ ਹੋ ਰਹੀ। ਦੂਜੇ ਪਾਸੇ ਅੱਜ ਹੀ ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਜੀ ਉਹਨਾਂ ਕੋ 53 ਲੱਖ ਦੀ ਉਹਨਾਂ ਨੇ ਵੈਕਸੀਨ ਖਰੀਦੀ ਹੈ ਕਿ ਉਹ ਵੈਕਸੀਨ ਜਿਹੜੀ ਆ ਉਹ 29 ਤਰੀਕ ਨੂੰ ਕੈਂਪ ਲਾਉਣਗੇ, ਕੈਂਪ ਦੇ ਵਿੱਚ ਉਹ ਵੈਕਸੀਨ ਦਿੱਤੀ ਜਾਏਗੀ। ਸਵਾਲ ਉੱਠਿਆ ਸੁਖਬੀਰ ਬਾਦਲ ਨੇ ਸਵਾਲ ਕੀਤਾ ਕਿ ਇਹ ਵੈਕਸੀਨ ਜਿਹੜੀ ਹੈ ਉਹ ਜੇ SGPC ਵਰਗੀ ਸੰਸਥਾ ਖਰੀਦ ਸਕਦੀ ਹੈ ਤੇ ਸਰਕਾਰ ਕਿਉਂ ਨਹੀਂ ਖਰੀਦ ਸਕਦੀ, ਪੰਜਾਬ ਸਰਕਾਰ ਇਹ ਕਿਉਂ ਨਹੀਂ ਖਰੀਦ ਸਕਦੀ? ਪਰ ਉਸਦਾ ਖੈਰ ਜਵਾਬ ਵੀ ਹੈ ਉਸਦਾ, ਪਰ ਸਰਕਾਰ ਦੀ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਸਕਦਾ, ਸਰਕਾਰ ਦਾ ਇਹ ਕਹਿਣਾ ਕਿ ਸਾਨੂੰ ਸੈਂਟਰ ਗਵਰਨਮੈਂਟ ਦੀ ਇੰਟਰਵੈਂਸ਼ਨ ਤੋਂ ਬਿਨਾਂ ਨਹੀਂ ਮਿਲ ਸਕਦੀ। ਸੈਂਟਰ ਗਵਰਨਮੈਂਟ ਖਰੀਦੇਗੀ, ਸੈਂਟਰ ਗਵਰਨਮੈਂਟ ਤੋਂ ਬਾਅਦ ਇਹਨਾਂ ਨੇ, ਕਿਉਂਕਿ ਜਿਹੜਾ ਇਹਨਾਂ ਦੇ ਨੋਡਲ ਅਫਸਰ ਨੇ ਸਰਕਾਰ ਦੇ, ਉਹਨਾਂ ਵੱਲੋਂ ਜੋ ਜਵਾਬ ਆਇਆ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਫਾਈਜ਼ਰ ਜੋ ਵੀ ਵਟਐਵਰ ਇਹਦੀ ਪ੍ਰੋਨਾਂਸੀਏਸ਼ਨ ਹੈ ਉਹ, ਤੇ ਇੱਕ ਹੋਰ ਕੰਪਨੀ ਹੈ ਜਿਹੜੀ, ਉਹਨਾਂ ਕੋਲੋਂ ਅਸੀਂ ਮੰਗੀ ਦਵਾਈ, ਉਹਨਾਂ ਨੇ ਨਾ ਕਰਤਾ। ਉਹਨਾਂ ਨੇ ਕਿਹਾ ਜੀ ਅਸੀਂ ਸੈਂਟਰ ਨੂੰ ਦੇ ਸਕਦੇ ਹਾਂ,
ਹਰ ਇੱਕ ਸਟੇਟ ਨੂੰ ਨਹੀਂ ਅਸੀਂ ਮੈਡੀਸਨ ਦੇ ਸਕਦੇ। ਜੌਨਸਨ ਐਂਡ ਜੌਨਸਨ ਕੰਪਨੀ ਨੂੰ ਇਹਨਾਂ ਨੇ ਲਿਖਿਆ, ਸਪੁਤਨਿਕ ਨੂੰ ਇਹਨਾਂ ਨੇ ਲਿਖਿਆ ਕਿ ਸਾਨੂੰ ਮੈਡੀਸਨ ਖਰੀਦਣ ਲਈ ਦਿਓ, ਜੋ ਸਰਕਾਰ ਦਾ ਵਰਸ਼ਨ ਹੈ। ਇਹਨਾਂ ਨੇ ਨਾ ਕਰਤੀ, ਇਹਨਾਂ ਨੇ ਹਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਸਰਕਾਰ ਨੂੰ ਕੀ ਹੈ। ਸਰਕਾਰ ਦਾ ਇਹ ਕਹਿਣਾ ਕਿ ਜੇ ਐਸਜੀਪੀਸੀ ਨੇ ਕਲੇਮ ਕੀਤਾ ਕਿ ਉਹਨਾਂ 53 ਲੱਖ ਦੀ ਮੈਡੀਸਨ ਖਰੀਦ ਲਈ ਹੈ ਤਾਂ ਉਹਦਾ ਮਤਲਬ ਇਹ ਹੈ ਕਿ ਸਰਕਾਰ ਕੋਲ, ਕੇਂਦਰ ਕੋਲ ਜਾਂ ਮੈਡੀਸਨ ਵੇਚਣ ਵਾਲਿਆਂ ਕੋਲ ਜਿਹੜੀ ਵੈਕਸੀਨ ਵੇਚਦੇ ਨੇ ਉਹਨਾਂ ਕੋਲ ਇੱਕ ਕੋਟਾ ਹੈ ਜਿਹੜਾ ਕਿ ਪ੍ਰਾਈਵੇਟ ਹਸਪੀਟਲਸ ਨੂੰ ਮਿਲਿਆ ਹੈ, ਕਿਉਂਕਿ ਐਸਜੀਪੀਸੀ ਹਸਪੀਟਲਸ ਰਨ ਕਰਦੀ ਹੈ। ਹੋ ਸਕਦਾ ਇਸ ਕਰਕੇ ਉਹਨਾਂ ਨੂੰ ਉਹ ਜਿਹੜੀ ਵੈਕਸੀਨ ਅਵੇਲੇਬਲ ਹੋ ਗਈ ਹੋਏ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵੀ 1-2 ਹਸਪੀਟਲ ਨੇ ਜਿਨ੍ਹਾਂ ਨੂੰ ਵੈਕਸੀਨ ਮਿਲੀ ਹੈ ਔਰ ਉਹ ਵੈਕਸੀਨ ਆਪਣੇ ਤੌਰ ਤੇ ਲਾ ਰਹੇ ਨੇ ਪੈਸੇ ਲੈ ਕੇ। ਜਿਹੜੀ ਵੈਕਸੀਨ ਮੁਹਾਲੀ ਦੇ ਵਿੱਚ ਜਾਂ 1-2 ਥਾਂ ਉਹ ਜਿਹੜੇ ਹਸਪੀਟਲ ਨੇ ਉਹਨਾਂ ਨੂੰ ਵੈਕਸੀਨ ਮਿਲੀ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ, ਜੇ ਇੱਕੋ ਇੱਕ ਇਲਾਜ ਹੈ, ਸਾਇੰਸ ਦੇ ਤੌਰ ਤੇ ਆਪਾਂ ਗੱਲ ਕਰੀਏ, ਜਿਹਦੇ ਕਰਕੇ ਅਜਿਹੇ ਜਿਹੜੇ ਆ ਚੀਜ਼ਾਂ ਉੱਭਰਦੀਆਂ ਨੇ, ਉਹ ਸਾਇੰਸ ਦੇ ਤੌਰ ਤੇ ਜ਼ਿਆਦਾ ਅਸੀਂ ਖਰੇ ਨਹੀਂ ਉਤਰ ਰਹੇ, ਆਪਣੀ ਜਿਹੜੀ ਚੀਜ਼ ਦੀ ਸਾਡੀ ਘਾਟ ਹੈ ਉਹਨੂੰ ਪੂਰਾ ਨਹੀਂ ਕਰ ਪਾ ਰਹੇ, ਤਾਂ ਫਿਰ ਅਜਿਹੀਆਂ ਚੀਜ਼ਾਂ ਉੱਭਰਨੀਆਂ ਲਾਜ਼ਮੀ ਨੇ। ਜਦ ਸਾਡੇ ਕੋਲ ਹੈ ਇੱਕੋ ਤੋੜ ਹੈ ਇਸ ਵੇਲੇ ਕਿ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ਸ ਲੱਗਣੀਆਂ ਬਹੁਤ ਜ਼ਰੂਰੀ ਨੇ, ਔਰ ਸਾਇੰਸ ਵੱਲੋਂ ਚੀਕ ਕੇ ਗੱਲ ਕਹੀ ਜਾ ਰਹੀ ਹੈ ਕਿ ਇਹ ਜਿਹੜੀ ਵੈਕਸੀਨ ਤੇ ਐਂਟੀਜੈਨਸ ਤੁਹਾਡੀ ਬੋਡੀ ਦੇ ਅੰਦਰ ਜਾਣਗੇ ਤੇ ਤੁਹਾਡੇ ਐਂਟੀਬਾਡੀਜ਼ ਡਿਵੈਲਪ ਹੋਣਗੇ, ਫਿਰ ਤੁਹਾਡਾ ਜਿਹੜਾ ਇਮਿਊਨ ਸਿਸਟਮ ਹੈ ਉਹ ਇਹਦੇ ਨਾਲ ਲੜੇਗਾ, ਤਾਂ ਫਿਰ ਤੁਸੀਂ ਸਰਵਾਈਵ ਕਰ ਸਕਦੇ ਹੋ, ਨਹੀਂ ਤੇ ਨਹੀਂ ਸਰਵਾਈਵ ਕਰ ਸਕਦੇ। ਨਹੀਂ ਤੇ ਜਿਹੜੀ ਹਸਪੀਟਲਾਈਜੇਸ਼ਨ ਦੀ ਰਿਸਕ ਜ਼ਿਆਦਾ ਹੈ, ਆਕਸੀਜਨ ਦਾ ਰਿਸਕ ਜ਼ਿਆਦਾ ਹੈ, ਵੈਂਟੀਲੇਟਰ ਦਾ ਰਿਸਕ ਜ਼ਿਆਦਾ ਹੈ, ਮੌਤ ਹੋਣ ਦਾ ਜ਼ਿਆਦਾ ਖਤਰਾ ਹੈ। ਇਹ ਵਾਰ-ਵਾਰ ਕਹਿ ਰਹੇ ਨੇ, ਪਰ ਵੈਕਸੀਨੇਸ਼ਨ ਤੇ ਦਿਓ। ਇੱਕ ਟਾਈਮ ਸੀ ਕਿ ਸਰਕਾਰ ਜਦੋਂ ਲੋਕਾਂ ਨੂੰ ਕਹਿੰਦੀ ਸੀ ਕਿ ਜੀ ਵੈਕਸੀਨੇਸ਼ਨ ਲਵਾਓ, ਆਹ ਤਰੀਕੇ ਅਪਣਾਓ, ਸਰਕਾਰ ਮਤਲਬ ਇਹ ਕਹਿ ਰਹੀ ਸੀ ਕਿ ਕਿਸੇ ਤਰੀਕੇ ਨਾਲ ਆਪਾਂ ਲੋਕਾਂ ਨੂੰ ਜਾਗਰੂਕ ਕਰੀਏ, ਲੋਕਾਂ ਤੱਕ ਪਹੁੰਚੀਏ। ਪਰ ਹੁਣ ਸਿਸਟਮ ਬਿਲਕੁਲ ਉਲਟਾ ਹੋ ਚੁੱਕਾ। ਹੁਣ ਲੋਕ ਸਰਕਾਰ ਨੂੰ ਗਾਲਾਂ ਕੱਢ ਰਹੇ ਨੇ ਕਿ ਵੈਕਸੀਨ ਕਿੱਥੇ ਹੈ। ਅਸੀਂ ਰੋਜ਼ ਦੇਖਦੇ ਹਾਂ ਕਿ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ, ਲੰਬੇ ਲੋਕ ਜਦੋਂ ਸਵੇਰ ਤੋਂ ਆ ਕੇ ਖੜੇ ਹੋ ਜਾਂਦੇ ਆ, ਤੇ ਕੋਟਾ ਉਹਨਾਂ ਕੋਲ ਹੁੰਦਾ ਸਿਰਫ 11 ਵਜੇ ਤੱਕ, 12 ਵਜੇ ਤੱਕ। ਅੱਛਾ ਰਾਜੇਸ਼, ਸਰਕਾਰ ਕੋਲ ਤਾਂ ਰਾਜੇਸ਼ ਜੀ ਵੈਕਸੀਨ ਦਾ ਕੋਟਾ ਜਿਹੜਾ ਉਹ ਖਤਮ ਹੋ ਗਿਆ। ਇੱਕ ਕੋਟਾ ਉਹ ਵੀ ਸੀਗਾ ਜਿਹੜਾ ਲੋਕਾਂ ਨੇ ਬਲਕ ਦੇ ਵਿੱਚ ਖਰੀਦ ਕੇ ਮਤਲਬ ਆਪਣੇ ਕੋਲ ਰੱਖ ਲਿਆ ਸੀਗਾ, ਤੇ ਉਸ ਤੋਂ ਬਾਅਦ ਉਹਨੂੰ ਡਬਲ ਰੇਟ ਦੇ ਉੱਤੇ ਜਿਹੜਾ ਵੇਚਿਆ ਜਾ ਰਿਹਾ ਸੀਗਾ। ਇੱਕ ਕੋਟਾ ਇਹ ਵੀ ਸੀਗਾ। ਉਹ ਕੋਟੇ ਬਾਰੇ ਕੋਈ ਜਾਣਕਾਰੀ? ਹਜੇ ਵੀ ਲੋਕਾਂ ਨੂੰ ਇੰਨੀ ਮਹਿੰਗੀ ਵੈਕਸੀਨ ਜਿਹੜੀ ਕਿਸੇ ਨਾ ਕਿਸੇ ਤੋਂ ਖਰੀਦ ਕੇ ਲਵਾਉਣੀ ਪੈ ਰਹੀ ਹੈ? ਨਹੀਂ, ਉਹ ਜਿਹੜਾ ਕੋਟਾ ਨੇ ਉਹ ਕੁਝ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਵਾਸਤੇ ਕੋਟਾ ਵੱਖਰਾ ਰੱਖਿਆ ਗਿਆ। ਹੁਣ ਕੁਝ ਲੋਕ ਨੇ ਜਿਹੜੇ ਉਹਨਾਂ ਵਾਸਤੇ 1500 ਦੀ, 2000 ਦੀ, 4000 ਦੀ ਵੀ ਉਹਨਾਂ ਨੂੰ ਵੈਕਸੀਨ ਲੈਣੀ ਪੈ ਜਾਏ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੂੰ ਚਾਹੀਦੀ VIP ਟ੍ਰੀਟਮੈਂਟ, ਕਿ ਉਹ ਜਾਣ ਜਾਂ ਉਹਨਾਂ ਦੇ ਘਰ ਆ ਕੇ ਕੋਈ ਵੈਕਸੀਨ ਦੇ ਜੇ। ਉਹ ਅਜਿਹੇ ਲੋਕਾਂ ਵਾਸਤੇ ਉਹ ਕੋਟਾ ਜਿਹੜਾ ਉਹ ਵੱਖਰਾ ਹੈ। ਪਰ ਇਹ ਜਿਹੜੀ ਸਰਕਾਰ ਵੱਲੋਂ ਲਗਾਈ ਜਾ ਰਹੀ ਹੈ, ਉਹ ਮੁਫਤ ਦੇ ਵਿੱਚ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ। ਚਲੋ ਚੰਗੀ ਗੱਲ ਹੈ, ਵਧੀਆ ਗੱਲ ਹੈ ਕਿ ਮੁਫਤ ਦੇ ਵਿੱਚ ਇਹਨਾਂ ਲੋਕਾਂ ਨੂੰ ਕਵਰ ਕੀਤਾ ਜਾ ਰਿਹਾ। ਪਰ ਗੱਲ ਇਹ ਕਿ ਦੇਖੋ, 3 ਕਰੋੜ ਤੋਂ ਉੱਪਰ ਦੀ ਆਬਾਦੀ ਹੈ। ਆਪਾਂ ਪੰਜਾਬ ਦੀ ਗੱਲ ਕਰੀਏ, ਹਿੰਦੁਸਤਾਨ ਦੀ ਗੱਲ ਕਰੀਏ, 137 ਕਰੋੜ ਦੀ ਆਬਾਦੀ ਹੈ, ਤੇ ਅਸੀਂ ਵੈਕਸੀਨੇਸ਼ਨ ਦੇ ਹੀ ਨਹੀਂ ਪਾਏ। ਜੇ ਪੰਜਾਬ 'ਚ ਗੱਲ ਕਰੀਏ ਤੇ ਕੁਝ ਲੱਖ ਜਿਹੜੀ ਆਪਾਂ ਵੈਕਸੀਨ ਜਿਹੜੀ ਆ ਡੋਜ਼ਸ ਆਪਾਂ ਦੇ ਪਾਏ ਆ। ਹਿੰਦੁਸਤਾਨ ਦੀ ਗੱਲ ਕਰੀਏ ਤੇ 18-19 ਕਰੋੜ ਜਿਹੜੀ ਆ ਵੈਕਸੀਨ ਆਪਾਂ ਦੇ ਪਾਏ ਆ ਹਜੇ ਤੱਕ। 137 ਕਰੋੜ ਕਿਵੇਂ ਕਵਰ ਕਰਨੇ ਨੇ, ਕਿੱਥੋਂ ਤੱਕ ਕਵਰ ਹੋਣੇ ਨੇ, ਜਦਕਿ ਤੁਹਾਡੇ ਕੋਲ ਵੈਕਸੀਨ ਅਵੇਲੇਬਲ ਹੀ ਨਹੀਂ ਹੋ ਰਹੀ। ਸਟੇਟਸ ਜਿਹੜੀਆਂ ਰੋ ਰਹੀਆਂ ਨੇ, ਲੋਕ ਰੋ ਰਹੇ ਨੇ ਕਿ ਸਾਨੂੰ ਵੈਕਸੀਨ ਜਿਹੜੀ ਆ ਅਵੇਲੇਬਲ ਕਰਾਓ। ਅਸੀਂ ਵਾਰ-ਵਾਰ ਇੱਕ ਪ੍ਰੋਗਰਾਮ ਦੇ ਦਿੰਦੇ ਆ ਕਿ ਲਓ ਜੀ ਆਹ ਜਿਹੜੀ ਆ ਵੈਕਸੀਨ ਹੈ ਇਹ ਹੁਣ ਇੰਨੀ ਤੋਂ ਇੰਨੀ ਸਾਲ ਦੀ ਉਮਰ ਦੇ ਵਿੱਚ ਲੱਗੇਗੀ। ਫਿਰ ਉਹ ਪ੍ਰੋਗਰਾਮ ਫੇਲ ਹੋ ਜਾਂਦਾ। ਫਿਰ ਅਸੀਂ ਕਹਿੰਦੇ ਆ ਜੀ ਆਹ ਇੰਨੇ ਤੋਂ ਇੰਨੇ ਸਾਲ ਦੀ ਉਮਰ ਦੇ ਵਿੱਚ ਵੈਕਸੀਨ ਲੱਗੇਗੀ, ਉਹ ਵੀ ਪ੍ਰੋਗਰਾਮ ਫੇਲ ਹੋ ਜਾਂਦਾ। ਹੁਣ ਅੱਗੋਂ ਤੇ ਫੇਲਿਅਰ ਹੀ ਦਿਖ ਰਿਹਾ, ਹਨੇਰਾ ਹੀ ਦਿਖ ਰਿਹਾ ਅਜੇ ਤੱਕ ਤੇ ਫਿਰ ਉਹਦੇ ਹਾਲਾਤ ਕੀ ਬਣਨਗੇ। ਹੁਣ ਹਿੰਦੁਸਤਾਨ ਦੀ ਜੇ ਗੱਲ ਕਰੀਏ, ਹੁਣ ਕੰਪਨੀਆਂ ਨਾਲ ਹੁਣ ਗੱਲਾਂ ਬਾਤਾਂ ਹੋ ਰਹੀਆਂ ਨੇ। ਫਾਈਜ਼ਰ ਨਾਲ ਗੱਲਬਾਤ ਕੀਤੀ। ਫਾਈਜ਼ਰ ਨੇ ਕਿਹਾ ਕਿ ਚਲੋ ਸਾਨੂੰ ਇਹ ਲਿਖ ਕੇ ਦਿਓ ਕਿ ਤੁਹਾਡੇ ਕੋਲ ਅਸੀਂ ਜੇ ਮੈਡੀਸਨ ਅਸੀਂ ਜਿਹੜੀ ਆ ਵੈਕਸੀਨ ਹੈ ਉਹ ਤੁਹਾਡੇ ਇੱਥੇ ਹੀ ਬਣਾਵਾਂਗੇ ਜਾਂ ਤੁਹਾਡੇ ਇੱਥੇ ਅਸੀਂ ਦਾਂਗੇ, ਪਰ ਇੱਕ ਸਾਨੂੰ ਚੀਜ਼ ਲਿਖ ਕੇ ਦਿਓ ਕਿ ਤੁਸੀਂ ਤੁਹਾਡੇ ਇੱਥੇ ਜੇ ਕਿਸੇ ਨੂੰ ਕੋਈ ਕੰਪਲਿਕੇਸ਼ਨ ਹੁੰਦੀ ਹੈ ਕੋਈ ਕੇਸ ਨਹੀਂ ਕਰੇਗਾ, ਹਿੰਦੁਸਤਾਨ ਦੇ ਵਿੱਚ ਕੋਈ ਕੇਸ ਨਹੀਂ ਕਰੇਗਾ। ਬਾਕੀ ਦੇਸ਼ਾਂ ਨੇ ਵੀ ਲਿਖ ਕੇ ਦਿੱਤਾ, ਕਿਉਂਕਿ ਹਜੇ ਤੇ ਹੁਣ ਤੇ ਸਾਰੀ ਵੈਕਸੀਨ ਬਣੀ ਹੈ ਔਰ ਵੈਕਸੀਨ ਬਣ ਕੇ ਹੁਣੀ ਜਿਹੜੀ ਆ ਉਹਦੇ 3 ਗੇੜਾਂ ਚੋਂ ਨਿਕਲ ਕੇ ਹੁਣ ਲੋਕਾਂ ਨੂੰ ਜਿਹੜੀ ਉਹ ਦੇਣੀ ਸ਼ੁਰੂ ਕੀਤੀ ਹੈ। ਜੇ ਅਜਿਹੇ ਰਿਸਕ ਜਿਹੜੇ ਆ ਉਹ ਨਾ ਇਨਵੋਲਵ ਹੋਣਗੇ, ਜੇ ਨਾ ਦੇਸ਼ ਲਿਖ ਕੇ ਦੇਗਾ, ਤਾਂ ਫਿਰ ਉਸ ਦੇ ਵਿੱਚ ਵੈਕਸੀਨ ਤਾਂ ਕਦੀ ਮਿਲਣੀ ਨਹੀਂ। ਬਹੁਤ ਸਮਾਂ ਲਗਾਤਾ, ਪਰ ਹੁਣ ਪਤਾ ਲੱਗਿਆ ਕਿ ਇਹ ਲਿਖ ਕੇ ਦੇ ਰਹੇ ਨੇ ਤੇ ਹੁਣ ਵੈਕਸੀਨ ਜਿਹੜੀ ਆ ਉਹ ਵੀ ਆ ਰਹੀ ਹੈ। ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਜਿਹੜੀਆਂ ਕੰਪਨੀ ਨੇ ਵੀ ਆ ਜਾਂਦੇ ਫਿਰ ਕੁਝ ਫਾਇਦਾ ਹੋ ਸਕਦਾ ਹੈ। ਉਮੀਦ ਕੀਤੀ ਜਾ ਸਕਦੀ ਹੈ ਜਲਦੀ ਤੋਂ ਜਲਦੀ ਵੈਕਸੀਨ ਜਿਹੜੀ ਪਹੁੰਚੇ। ਪਰ ਇਹ ਲੇਟ ਨਾ, ਇਹ ਬਿਲਕੁਲ ਡਿਲੇ ਜਿਹੜਾ
ਬਿਲਕੁਲ। ਔਰ ਇੰਨੇ ਫੈਸਲੇ ਦੇਰੀ ਨਾਲ ਲੈ ਕੇ ਸ਼ਾਇਦ ਸਰਕਾਰ ਵੀ ਚਾਹੁੰਦੀ ਹੈ, ਕੇਂਦਰ ਸਰਕਾਰ ਜਿਹੜੀ ਆ ਉਹ ਵੀ ਸ਼ਾਇਦ ਇਹ ਚਾਹੁੰਦੀ ਹੈ ਵੀ ਫੈਸਲੇ ਦੇਰੀ ਨਾਲ ਹੋਣਗੇ ਤੇ ਸ਼ਾਇਦ ਬਾਬਾ ਰਾਮਦੇਵ ਵਰਗਿਆਂ ਦੀ ਦੁਕਾਨ ਜਿਹੜੀ ਆ ਉਹ ਚੱਲ ਜੇ, ਲੋਕ ਕਿਤੇ ਬੂਸਟਰ ਜਿਹੜੇ ਨੇ ਜਾਂ ਦਵਾਈ ਖਰੀਦਣ ਉੱਥੇ ਹੀ ਚਲੇ ਜਾਣ, ਦਵਾਈ ਇੱਥੇ ਮੁੱਕ ਜੇਗੀ। ਤਾਂ ਐਨੀਵੇ ਜਿਸ ਤਰੀਕੇ ਨਾਲ ਰਾਜੇਸ਼ ਜੀ ਬਾਬਾ ਰਾਮਦੇਵ ਬੜੇ ਕੌਨਫੀਡੈਂਸ ਨਾਲ, ਬੜੇ ਐਟੀਟਿਊਡ ਨਾਲ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਨੇ ਵੀ ਕਿਸੇ ਦਾ ਵੀ ਇੱਕ ਪਾਸੇ ਤਾਂ IMA ਨੇ ਕਹਿਤਾ ਵੀ ਚਲੋ ਗ੍ਰਿਫਤਾਰ ਜਿਹੜਾ ਬਾਬਾ ਰਾਮਦੇਵ ਦੇ ਉੱਤੇ FIR ਹੋਣੀ ਚਾਹੀਦੀ ਹੈ, ਜਿਸ ਤਰੀਕੇ ਦੇ ਉਹ ਸਵਾਲ ਕਰ ਰਹੇ ਨੇ, ਜਾਂ ਉਹਨਾਂ ਨੇ ਸਾਡੇ ਐਲੋਪੈਥਿਕ ਦੇ ਉੱਤੇ ਜਿਸ ਤਰੀਕੇ ਨਾਲ ਨੇ ਬਹੁਤ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ। ਹੁਣ ਜਦੋਂ ਗ੍ਰਿਫਤਾਰੀ ਦੀ ਗੱਲ ਕੀਤੀ ਤਾਂ ਬਾਬਾ ਰਾਮਦੇਵ ਕਹਿੰਦੇ ਨੇ ਕਿ ਕਿਸੇ ਦਾ ਬਾਪ ਵੀ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦਾ। ਇਹ ਇਦਾਂ ਦੀ ਜਿਹੜੀ ਵਰਡਿੰਗ ਹੈ, ਐਟੀਟਿਊਡ ਹੈ, ਠੀਕ ਹੈ, ਨੋ ਡਾਊਟ ਕੇਂਦਰ ਸਰਕਾਰ ਦੀ ਸ਼ਹਿ ਦੇ ਉੱਤੇ ਕੀਤਾ ਜਾ ਰਿਹਾ ਕਿਉਂਕਿ ਬਾਬੇ ਦੇ ਉੱਤੇ ਹੱਥ ਹੈ ਸਰਕਾਰ ਦਾ। ਸੋ ਸਰਕਾਰ ਨੂੰ ਹੁੰਦੇ ਦਿਖਾਈ ਨਹੀਂ ਦੇ ਰਿਹਾ ਵੀ ਜਦੋਂ ਇਦਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਬਾਬਾ ਰਾਮਦੇਵ ਦੇ ਵੱਲੋਂ ਤਾਂ ਇਹਨਾਂ ਦਾ ਕੀ ਮਕਸਦ ਜਾਂ ਮੰਤਵ ਕੱਢਿਆ ਜਾਏ। देखो बिल्कुल ये तो सारे नजर आ रहा है। IMA कोई छोटी संस्था नहीं, बहुत बड़ी संस्था है और पूरे देश ਨੂੰ ਜਿਹੜੇ ਦੇਸ਼ ਦੀ ਮੈਡੀਕਲ ਫਰਟੀਨਿਟੀ ਹੈ ਉਹਨੂੰ ਰਿਪਰੈਜ਼ੈਂਟ ਕਰਦੀ ਹੈ ਔਰ ਉਹਨੇ ਬੜਾ ਸਟਰੋਂਗ ਇਸ ਤੇ, ਕਿਉਂਕਿ ਇਹ ਅੱਜ ਤੋਂ ਤਾਂ ਚੱਲ ਨਹੀਂ ਆ ਰਿਹਾ। ਬਾਬਾ ਰਾਮਦੇਵ ਦਾ ਪਹਿਲਾ ਬਿਆਨ ਤੇ ਹੈ ਨਹੀਂ, ਐਲੋਪੈਥੀ ਦੇ ਖਿਲਾਫ ਜਿਹੜਾ ਬਿਆਨ ਦਿੱਤਾ ਗਿਆ ਜਾਂ ਮੈਡੀਕਲ ਸਾਇੰਸ ਦੇ ਖਿਲਾਫ ਬਿਆਨ ਦਿੱਤਾ ਗਿਆ, ਪਹਿਲਾਂ ਵੀ ਬਹੁਤ ਬਿਆਨ ਦਿੱਤੇ ਗਏ। ਹੁਣ ਜ਼ਿਆਦਾ ਚਿੰਤਾਜਨਕ ਸਥਿਤੀ ਇਸ ਕਰਕੇ ਹੋਈ ਕਿ ਇਸ ਵੇਲੇ ਹਾਲਾਤ ਕੀ ਨੇ, ਕਿੰਨੇ ਸੰਵੇਦਨਸ਼ੀਲ ਇੰਨੇ ਨਾਜ਼ੁਕ ਹਾਲਾਤ ਨੇ ਇਸ ਵੇਲੇ, ਔਰ ਇਸ ਵੇਲੇ ਅਜਿਹੇ ਬਿਆਨ ਦੇਣੇ ਇਹ ਜ਼ਿਆਦਾ ਲੋਕਾਂ ਨੂੰ ਇਸ ਕਰਕੇ ਚੁਭਿਆ ਜਾਂ IMA ਨੂੰ ਇਸ ਕਰਕੇ ਚੁਭਿਆ ਜਦੋਂ IMA ਉਹਨਾਂ ਡਾਕਟਰਾਂ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਜਿਨ੍ਹਾਂ ਡਾਕਟਰਾਂ ਨੇ ਕਈਆਂ ਨੇ ਕੁਰਬਾਨੀਆਂ ਦੇ ਦਿੱਤੀਆਂ, ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ, ਕੀ ਕੁਝ ਨਹੀਂ ਅਸੀਂ ਦੇਖਿਆ, ਕੀ ਕੁਝ ਨਹੀਂ ਹੋਇਆ, ਉਹ ਸਾਰੀਆਂ ਚੀਜ਼ਾਂ। ਇਸ ਕਰਕੇ ਇਹ ਜਿਹੜਾ ਅਜਿਹੀਆਂ ਚੀਜ਼ਾਂ ਕਹਿਣੀਆਂ ਕਿ ਕਿਸੇ ਦਾ ਬਾਪ ਨਹੀਂ ਕਰ ਸਕਦਾ, ਇਹ ਵਾਕਈ ਇਹ IMA ਨੂੰ ਸੋਚਣਾ ਪਏਗਾ, ਦੇਖਣਾ ਪਏਗਾ ਕਿ ਇਹ ਜਿਹੜੀ ਅਰੈਸਟ ਨੂੰ ਯਕੀਨੀ ਬਣਾਉਣ ਵਾਸਤੇ ਉਹਨਾਂ ਨੂੰ ਹੋਰ ਕੀ ਕਹਿਣਾ ਚਾਹੀਦਾ। ਤੁਹਾਡੇ ਮੇਰੇ ਕਹਿਣ ਨਾਲ ਉਹ ਚੀਜ਼ ਨਹੀਂ ਹੋ ਸਕਦੀ। ਜੇ ਉਹ ਸੰਸਥਾ ਜਿਹੜੀ ਆ ਜਿਸ ਨੂੰ ਉਹ ਸਿੱਧਾ ਚੈਲੰਜ ਕਰ ਰਿਹਾ ਬਾਬਾ, ਤੇ ਫਿਰ ਉਹ ਸੰਸਥਾ ਨੂੰ ਸੋਚਣਾ ਚਾਹੀਦਾ ਕਿ ਉਹ ਬਾਪ ਕੌਣ ਆ ਜਾਂ ਕਿਹੜੇ ਬਾਪ ਦੇ ਜ਼ਰੀਏ ਇਸ ਨੂੰ ਗ੍ਰਿਫਤਾਰ ਕਰਾਉਣਾ ਜਾਂ ਕੀ ਕਰਨਾ। ਬਹੁਤ ਸਾਰੇ ਰਸਤੇ ਨੇ ਜਿਸ ਦੇ ਰਾਹੀਂ ਇਹ ਸਾਰਾ ਕੁਝ ਕੀਤਾ ਜਾ ਸਕਦਾ। ਕਿਉਂਕਿ ਰਾਜੇਸ਼ ਜੀ ਜਦੋਂ ਸਰਕਾਰ ਕੋਈ ਵੱਡਾ ਫੈਸਲਾ ਕਰਦੀ ਹੈ ਕਿਸੇ ਵੀ ਤਬਕੇ ਦੇ ਲਈ, ਛੋਟੀ ਜਿਹੀ ਐਗਜ਼ਾਮਪਲ ਹੈ ਕਿ ਜਦੋਂ ਜਿਸ ਵੇਲੇ ਧਾਰਾ 370 ਵਾਲਾ ਜਿਹੜਾ ਮਸਲਾ ਚੱਲਿਆ ਸੀ ਕਸ਼ਮੀਰ ਦੇ ਲਈ, ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਸਰਕਾਰ ਦਾ ਟਾਰਗੇਟ ਹੁੰਦਾ ਸੋਸ਼ਲ ਮੀਡੀਆ ਪਲੇਟਫਾਰਮ ਸਾਰਾ ਬੰਦ ਕਰ ਦਿਓ, ਇੰਟਰਨੈਟ ਸੇਵਾਵਾਂ ਬੰਦ ਕਰ ਦਿਓ ਕਿ ਗਲਤ ਜਾਣਕਾਰੀ ਨਾ ਪਹੁੰਚੇ ਜਾਂ ਜੋ ਵੀ ਉਹਨਾਂ ਨੂੰ ਲੱਗਦਾ ਹੈ ਵੀ ਇੱਕ ਦੂਜੇ ਨਾਲ ਜਿਹੜਾ ਰਾਬਤਾ ਜਿਹੜਾ ਉਹ ਖਤਮ ਹੋ ਜਾਏ ਤੇ ਸਰਕਾਰੀ ਜਿਹੜਾ ਫਰਮਾਨ ਹੈ ਉਹ ਜੋ ਜਾਰੀ ਕਰਨਾ ਚਾਹੁੰਦੇ ਨੇ ਉਹ ਹੋ ਜਾਏ ਤੇ ਇੰਟਰਨੈਟ ਬੰਦ ਕਰ ਦਿੱਤਾ ਜਾਂਦਾ ਹੈ। ਤੇ ਜਦੋਂ ਹੁਣ ਕਰੋਨਾ ਵਰਗਾ ਕ੍ਰਾਈਸਿਸ ਹੈ ਤਾਂ ਫਿਰ ਸਰਕਾਰ ਜਿਹੜੀ ਹੈ ਜਦੋਂ ਬਾਬੇ ਇਦਾਂ ਦੇ WhatsApp ਮੈਸੇजेस ਪੜ੍ਹ ਕੇ ਗਲਤ ਇਨਫੋਰਮੇਸ਼ਨ ਦਿੰਦੇ ਨੇ ਉਦੋਂ ਸਰਕਾਰ ਕੋਲੋਂ ਕੁਝ ਹੁੰਦਾ ਨਹੀਂ ਹੈ ਵੀ ਅਜਿਹੇ ਮੌਕਿਆਂ ਦੇ ਉੱਤੇ ਜਿਹੜਾ ਵੀ ਇਦਾਂ ਦਾ ਬਿਆਨ ਦੇਵੇ ਜਾਂ ਲੋਕਾਂ ਨੂੰ ਗੁੰਮਰਾਹ ਕਰੇ ਜਾਂ ਲੋਕਾਂ ਦੇ ਅੰਦਰ ਪੈਨਿਕ ਕ੍ਰੀਏਟ ਕਰੇ ਉਹਨੂੰ ਵੀ ਜਿਹੜਾ ਫੜ ਕੇ ਉਹਨੂੰ ਸਬਕ ਸਿਖਾਇਆ ਜਾਏ, ਉਹਦਾ ਵੀ ਇੰਟਰਨੈਟ ਕਿਸੇ ਤਰੀਕੇ ਨਾਲ ਬੰਦ ਕਰ ਦਿੱਤਾ ਜਾਏ। ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕਿਸੇ ਮਤਲਬ ਬੜੇ ਆਰਾਮ ਨਾਲ ਇਹ ਪੈਂਡੈਮਿਕ ਐਕਟ ਦੇ ਅੰਡਰ ਜਿਹੜਾ ਵਾ ਇਹ ਪਰਚਾ ਬਣਦਾ, ਅਰੈਸਟ ਵੀ ਬਣਦੀ ਹੈ, ਸਭ ਕੁਝ ਬਣਦਾ, ਪਰ ਗੱਲ ਤੇ ਨੀਅਤ ਤੇ ਹੈ ਨਾ ਕਿ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਨਹੀਂ ਕਰਨਾ ਚਾਹੁੰਦੇ ਹੋ ਜਾਂ ਬਚਾਉਣਾ ਚਾਹੁੰਦੇ ਹੋ। ਇਹ 'ਚ ਤੇ ਕੋਈ ਦੋ ਰਾਏ ਹੈ ਹੀ ਨਹੀਂ ਹੈ। ਜਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਗਿਆ, ਜਿਸ ਤਰ੍ਹਾਂ ਦਾ ਪੈਨਿਕ ਲੋਕਾਂ ਦੇ ਵਿੱਚ ਪੈਦਾ ਕੀਤਾ ਗਿਆ ਕਿ ਤੁਸੀਂ ਐਲੋਪੈਥੀ ਨਾਲ ਮਰ ਰਹੇ ਹੋ ਔਰ ਸਿੱਧਾ ਟਾਰਗੇਟ ਕੀਤਾ ਗਿਆ ਡਾਕਟਰਸ ਨੂੰ ਸਾਰਿਆਂ ਨੂੰ, ਉਹਦੇ ਵਿੱਚ ਤੇ ਇਹਦੇ ਵਿੱਚ ਤੇ ਕੋਈ ਦੋ ਰਾਏ ਨਹੀਂ। ਮੈਂ ਇਸੇ ਕਰਕੇ ਕਹਿ ਰਿਹਾ ਕਿ IMA ਨੂੰ ਸਿੱਧਾ ਹੋਣਾ ਪਏਗਾ ਹੋਰ ਜ਼ਿਆਦਾ, ਤੇ ਫੇਰ ਹੀ ਗੱਲ ਬਣੇਗੀ। ਢਿੱਲੋਂ ਜੀ ਕਾਲ ਕਰ ਰਹੇ ਨੇ ਜੀ। ਢਿੱਲੋਂ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ਰੀ ਜੀ ਸਤਿ ਸ਼੍ਰੀ ਅਕਾਲ। ਸੁਜੀਸ਼ ਗਿੱਲ ਜੀ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਸੁਣ ਰਹੀ ਸੀ ਪ੍ਰੋਗਰਾਮ, ਹੈ ਨਾ, ਬਹੁਤ ਅੱਛਾ ਤੁਸੀਂ ਦੱਸ ਰਹੇ ਹੋ ਸਾਰਾ ਕੁਝ। ਮੈਂ ਇਹ ਜਾਣਨਾ ਚਾਹੁੰਦੀ ਸੀ ਰਾਜੇਸ਼ ਜੀ ਤੋਂ ਕਿ ਜਿਹੜੀ ਇਹ ਵੈਕਸੀਨ ਦੀ ਹੈਗੀ ਹੈ ਡਿਸਟ੍ਰੀਬਿਊਸ਼ਨ ਸੈਂਟਰ ਕਰਦੀ ਹੈ ਤੇ ਸਟੇਟ ਨੂੰ ਪੋਪੂਲੇਸ਼ਨ ਦੇ ਹਿਸਾਬ ਨਾਲ ਦਿੰਦੀ ਹੈ ਕਿ ਕਿਵੇਂ ਦਿੰਦੀ ਹੈ? ਤੇ ਸੈਕਿੰਡ ਮੇਰਾ ਕੁਐਸਚਨ ਇਹ ਹੈ ਕਿ ਕਿਹੜੀਆਂ ਜਿਹੜੀਆਂ ਹੈਗੀਆਂ ਵੈਕਸੀਨ ਜਿਹੜੀਆਂ ਇੰਡੀਆ ਦੇ ਵਿੱਚ ਲੱਗ ਰਹੀਆਂ ਨੇ, ਹੈ ਨਾ ਜੀ? ਹਾਂ ਪਲੀਜ਼ ਇਹਦੇ ਬਾਰੇ ਦੱਸਣਾ। ਬਿਲਕੁਲ ਢਿੱਲੋਂ ਜੀ, ਤੁਹਾਡੀ ਕਾਲ ਬਹੁਤ ਲੇਟ ਆਈ ਅੱਜ, ਬਿਲਕੁਲ ਐਂਡ ਮੂਮੈਂਟ ਤੇ ਤੁਸੀਂ ਕਾਲ ਕੀਤੀ। ਮੈਂ ਪਹਿਲਾਂ ਵੀ ਟਰਾਈ ਕਰ ਰਹੀ ਸੀ, ਮੇਰੇ ਲੱਗੀ ਨਹੀਂ। ਓਕੇ ਠੀਕ ਹੈ ਜੀ, ਠੀਕ ਹੈ, ਤੁਹਾਡਾ ਜਵਾਬ ਦੇ ਕੇ ਜਾਵਾਂਗੇ। ਥੈਂਕ ਯੂ ਜੀ। ਰਾਜੇਸ਼, ਟਾਈਮ ਥੋੜਾ ਹੈ ਤੇ ਢਿੱਲੋਂ ਜੀ ਦੇ ਦੋਨੋਂ ਜਿਹੜੇ ਸਵਾਲ ਨੇ ਇਹਨਾਂ ਦਾ ਜਵਾਬ ਦੇ ਦਿਓ, ਫਿਰ ਆਪਾਂ ਵਾਈਂਡ ਅਪ ਕਰੀਏ। ਬਿਲਕੁਲ ਦੇਖੋ, ਵੈਕਸੀਨ ਜਿਹੜੀ ਆ ਸਟੇਟ ਦੀ ਡਿਮਾਂਡਸ ਜਿਹੜੀਆਂ ਨੇ ਉਹ ਡਿਮਾਂਡਸ ਤੇ ਆਪਣੀ ਜਗ੍ਹਾ ਹੈ, ਪਰ ਜਿਹੜਾ ਸੈਂਟਰ ਹੈ, ਸੈਂਟਰ ਨੇ ਆਪਣੇ ਹਿਸਾਬ ਨਾਲ ਉਹਨੂੰ ਕੈਲਕੂਲੇਟ ਕਰਨਾ ਹੁੰਦਾ ਕਿ ਕਿਹੜੀ ਸਟੇਟ ਨੂੰ ਜਿਹਨੇ ਇੱਕ ਚੀਜ਼ ਵੰਡਣੀ ਹੈ ਕਿ ਜੇ ਉਹਦੇ ਕੋਲ 30 ਲੱਖ ਡੋਜ਼ਸ ਨੇ ਤੇ ਉਹਨੇ 30 ਲੱਖ ਡੋਜ਼ਸ ਨੂੰ ਕਿਵੇਂ ਸਟੇਟ ਦੇ ਵਿੱਚ ਡਿਸਟ੍ਰੀਬਿਊਟ ਕਰਨਾ। ਹੁਣ ਪੰਜਾਬ ਨੇ 30 ਲੱਖ ਡੋਜ਼ਸ ਦੀ ਮੰਗ ਕੀਤੀ ਸੀ ਤੇ ਉਹਨੂੰ ਸਿਰਫ 1,40,000 ਜਿਹੜੀ ਆ ਉਹ ਡੋਜ਼ ਜਿਹੜੀ ਆ ਮਿਲੀ ਹੈ ਤੇ ਉਹਦੇ ਨਾਲ ਗੁਜ਼ਾਰਾ ਜਿਹੜਾ ਕੀਤਾ ਗਿਆ। ਹੁਣ ਫਿਰ ਜਿਹੜੀ ਕੱਲ ਆਉਣ ਦੀ ਸੰਭਾਵਨਾ ਵਾ, ਉਹ ਪਹਿਲਾਂ 30 ਲੱਖ ਡੋਜ਼ ਮੰਗੀ ਸੀ ਤੇ ਉਹ ਉਸ ਤੋਂ ਵਿੱਚੋਂ ਇੰਨੀ ਆਈ ਤੇ ਹੁਣ ਫਿਰ ਇੱਕ ਵਾਰ ਡਿਮਾਂਡ ਕੀਤੀ ਕਿ ਹੁਣ ਫਿਰ 1,40,000 ਡੋਜ਼ ਇੱਕ ਹੋਰ ਮਿਲਣ ਦੀ ਉਮੀਦ ਹੈ। ਤੇ ਜ਼ਾਹਿਰ ਤੌਰ ਤੇ ਇਹ ਸਿਰਫ ਇੱਕ ਇਹੀ ਆ
ਕਿ ਜਿੰਨੀ ਕੁ ਡੋਜ਼ਸ ਹੈਗੀਆਂ ਉਹਦੇ ਮੁਤਾਬਕ ਡਿਸਟ੍ਰੀਬਿਊਟ ਕੀਤਾ ਜਾਂਦਾ। ਇਹ ਸੈਂਟਰ ਦੀ ਹੈਗੀ ਆ ਸਵੀਟ ਬਿੱਲ ਕਿ ਕਿਹਨੂੰ ਕੀ ਦੇਣਾ, ਕਿਹਨੂੰ ਕੀ ਕਿੰਨਾ ਦੇਣਾ, ਕਿੰਨੇ ਦੇ ਵਿੱਚ ਡਿਸਟ੍ਰੀਬਿਊਟ ਕਰਨਾ। ਡਿਮਾਂਡ ਆਪਣੀ ਜਗ੍ਹਾ ਤੇ, ਡਿਮਾਂਡ ਜੇ 30 ਲੱਖ ਦੀ ਆ ਉਹਨੂੰ ਮਿਲਣੀ ਉਨੀ ਆ ਜਿੰਨੀ ਉਹਨਾਂ ਦੇ ਹਿੱਸੇ ਦੇ ਵਿੱਚ ਆਉਣੀ ਹੈ, ਤੇ ਉਹਦੇ ਹਿਸਾਬ ਨਾਲ ਅੱਗੋਂ ਫਿਰ ਸਟੇਟ ਨੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਭੇਜਣੀ ਹੈ ਕਿ ਆਹ ਜ਼ਿਲ੍ਹੇ ਨੂੰ ਇੰਨੇ ਦੇ ਦਿਓ, ਆਹ ਜ਼ਿਲ੍ਹੇ ਨੂੰ ਇੰਨੇ ਦੇ ਦਿਓ, ਇਸ ਤਰ੍ਹਾਂ ਨਾਲ। ਤੇ ਜਿਹੜੀ ਦੂਸਰੀ ਇਹਨਾਂ ਨੇ ਗੱਲ ਕਹੀ ਕਿ ਕਿਹੜੀ ਵੈਕਸੀਨ ਜਿਹੜੀ ਉਹ ਲਗਾਈ ਜਾ ਰਹੀ ਹੈ, ਕੋਵਿਸ਼ੀਲਡ ਤੇ ਕੋਵੈਕਸੀਨ ਜਿਹੜੀਆਂ ਦੋ ਤਰੀਕੇ ਦੀਆਂ ਵੈਕਸੀਨ ਜਿਹੜੀਆਂ ਫਿਲਹਾਲ ਲਗਾਈਆਂ ਜਾ ਰਹੀਆਂ। ਸਪੁਤਨਿਕ ਜਿਹੜੀ ਆ ਉਹ ਕੁਝ ਥਾਵਾਂ ਤੇ ਲਗਾਈ ਗਈ ਸੀ ਪਰ ਉਸ ਤੋਂ ਬਾਅਦ ਉਹ ਨਹੀਂ ਆ ਸਕੀ, ਤੇ ਬਸ ਬਾਕੀਆਂ ਦੀ ਡਿਮਾਂਡ ਜ਼ਰੂਰ ਰੱਖੀ ਹੋਈ ਹੈ। ਅਜੇ ਤੱਕ ਹੋਰ ਜਿਹੜੀ ਆ ਬਾਹਰ ਦੀ ਵੈਕਸੀਨ ਨਹੀਂ ਪਹੁੰਚੀ ਪੰਜਾਬ ਦੇ ਵਿੱਚ। ਬਿਲਕੁਲ ਰਾਜੇਸ਼ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ। ਕੱਲ ਦੇ ਸ਼ੋਅ ਦੇ ਵਿੱਚ ਮਿਲਾਂਗੇ ਬਹੁਤ ਸਾਰੀਆਂ ਤਮਾਮ ਜਿਹੜੀਆਂ ਅਪਡੇਟਸ ਦੇ ਨਾਲ। ਥੈਂਕ ਯੂ ਸੋ ਮਚ। ਧੰਨਵਾਦ ਜੀ। ਸੋ ਲਾਸਟ ਕਾਲਰ ਹੁਣ ਕਾਲ ਕਰ ਰਹੇ ਨੇ, ਲਾਸਟ ਕਾਲ ਮੈਂ ਅਟੈਂਡ ਕਰ ਰਹੀ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸੌਰੀ ਜੀ, ਆਪਣੇ ਦੇਸ਼ ਗਿੱਲ ਜੀ। ਤੇ ਸਤਿ ਸ੍ਰੀ ਅਕਾਲ ਤੁਹਾਨੂੰ। ਮੈਂ ਤਾਂ ਇਹ ਕਹਿੰਦੀ ਹਾਂ ਬਾਬਾ ਰਾਮਦੇਵ ਦਾ ਦਿਮਾਗੀ ਸੰਤੁਲਨ, ਆਪਣੇ ਦਿਮਾਗੀ ਬਿਮਾਰ ਆ ਇਹ, ਇਹਦਾ ਦਿਮਾਗ ਖਰਾਬ ਹੋਇਆ ਇਹ ਲੋਕਾਂ ਦੇ ਵੀ ਦਿਮਾਗ ਖਰਾਬ ਕਰਦਾ। ਤੇ ਜੇ ਇਹ ਜੀ ਗੱਲ ਕੋਈ ਹੋਰ ਮੇਰੇ ਵਰਗਾ ਕਹਿ ਦਿੰਦਾ ਤਾਂ ਅੱਜ ਇਹਨੂੰ ਗ੍ਰਿਫਤਾਰ ਹੋਇਆ ਹੁੰਦਾ। ਇਹਨੂੰ ਕਿਹਨੇ ਗ੍ਰਿਫਤਾਰ ਕਰਨਾ? ਇਹਦੀ ਤਾਂ ਆਪਣੇ ਆਪ ਦੀ ਸਰਕਾਰ ਆ। ਇਹ ਤਾਂ ਜੇ ਅੱਗੇ ਗਊ ਦਾ ਮੂਤਰ ਕਹਿੰਦੇ ਉਹੀ ਪੀ ਲਓ, ਤੇ ਲੋਕ ਪੀ ਜਾਂਦੇ ਆ, ਨਹਾਈ ਜਾਂਦੇ ਆ, ਮੂੰਹ ਚ ਪਈ ਜਾਂਦਾ ਲੋਕਾਂ ਦੇ, ਦੇਖਿਆ ਇੱਥੇ ਟੀਵੀ ਤੇ। ਇਹਦਾ ਜੀ ਆਪਦਾ ਮੂਤਰ ਵੀ ਕੱਢ ਦੋ ਇਹਨਾਂ ਵੀ, ਇਹ ਦਵਾਈ ਆ ਤੇ ਇਹ ਆਪਦਾ ਮੂਤਰ ਵੀ ਲੋਕ ਪੀ ਲੈਣਗੇ। ਇਹਨੇ ਲੋਕਾਂ ਦੇ ਵੀ ਆਪਣੇ ਦਿਮਾਗ ਖਰਾਬ ਹੋਇਆ। ਇਹ ਤਾਂ ਆਪਾਂ ਨੂੰ ਸਮਝਣਾ ਪਊਗਾ ਵੀ ਆਪਾਂ ਕੀ ਕਰਨਾ। ਬਿਲਕੁਲ ਜੀ ਬਿਲकुल। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸੋ ਵਾਕਈ ਸਹੀ ਗੱਲ ਹੈ ਕਿ ਸਮਝਣਾ ਤਾਂ ਆਪਾਂ ਨੂੰ ਹੀ ਪੈਣਾ ਹੈ ਕਿ ਆਪਾਂ ਕੀ ਕਰਨਾ ਹੈ, ਲਕੀਰ ਦੇ ਫਕੀਰ ਬਣਨਾ ਹੈ ਜਾਂ ਫਿਰ ਸੋਚ ਸਮਝ ਕੇ ਹਰ ਡਿਸੀਜ਼ਨ ਲੈਣਾ। ਉਹ ਕਹਿੰਦੇ ਨੇ ਨਾ ਕਿ ਦਿਖਾਵੋ ਪੇ ਨਾ ਜਾਓ, ਆਪਣੀ ਅਕਲ ਲੜਾਓ। ਸੋ ਆਪਣੀ ਅਕਲ ਲੜਾਓ ਸਾਰੇ ਜਣੇ ਜਦੋਂ ਵੀ ਕੋਈ ਇੱਦਾਂ ਦੇ ਬਿਆਨਬਾਜ਼ੀ ਹੁੰਦੀ ਹੈ, ਕਿਉਂਕਿ ਬਾਬਾ ਰਾਮਦੇਵ ਉਹ ਤਾਂ ਖੁਦ ਵਿਚਾਰੇ, ਸ਼ਾਇਦ ਆਪਣੀ ਰਿਸਰਚ ਉਹਨਾਂ ਕੋਲ ਨਹੀਂ ਸੀ, ਉਹ ਤਾਂ ਖੁਦ ਵਿਚਾਰੇ WhatsApp ਦੇ ਮੈਸੇजेस ਜਿਹੜੇ ਨੇ ਉਹ ਪੜ੍ਹ ਕੇ ਤੁਹਾਨੂੰ ਦੱਸੀ ਜਾਂਦੇ ਨੇ। ਸੋ ਜੇ ਉਹ WhatsApp ਦੇ ਮੈਸੇਜ ਤੇ ਬਿਲੀਵ ਕੀਤੀ ਜਾਂਦੇ ਤਾਂ ਐਟਲੀਸਟ ਤੁਸੀਂ ਸਮਝਦਾਰੀ ਦਿਖਾਓ। ਤੁਸੀਂ ਇਹਨਾਂ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੋਂ ਕੋਈ ਵੀ ਚੀਜ਼ ਆਉਂਦੀ ਉਹ ਤੇ ਇੰਨਾ ਭਰੋਸਾ ਨਾ ਕਰਿਆ ਕਰੋ। ਤੇ ਨਾ ਹੀ ਜਿਹੜੇ ਬਾਬੇ ਨੇ ਜਦੋਂ ਉਹ ਕੋਈ ਬਿਆਨ ਕਰ ਦਿੰਦੇ ਨੇ ਜਾਂ ਕਹਿ ਦਿੰਦੇ ਨੇ ਆਹ ਚੀਜ਼ ਤੁਹਾਡੇ ਲਈ ਠੀਕ ਹੈ ਤੇ ਆਹ ਨਹੀਂ ਹੈ, ਉਹਨਾਂ ਤੇ ਵੀ ਯਕੀਨ ਜਿਹੜਾ ਉਹ ਨਾ ਹੀ ਕਰਿਆ ਕਰੋ। ਸਾਰੇ ਜਣੇ ਅਵੇਅਰਨੈਸ ਜਿਹੜੀ ਹੈ ਆਪਣੇ ਇੱਕ ਦੂਜੇ ਨੂੰ ਜਿਹੜੀ ਜ਼ਰੂਰ ਦਿੰਦੇ ਰਿਹਾ ਕਰੋ, ਤਾਂ ਕਿ ਇਹ ਮੌਕਾ ਇਹ ਹੈਗਾ ਇੱਕ ਦੂਜੇ ਦਾ ਹੱਥ ਫੜਨ ਦਾ, ਸੇਫ ਰਹਿਣ ਦਾ, ਜਾਨਾਂ ਬਚਾਉਣ ਦਾ, ਨਾ ਕਿ ਪੁੱਠੇ ਸਿੱਧੇ ਕੰਮਾਂ ਦੇ ਵਿੱਚ ਜਾਂ ਕਿਸੇ ਪੁੱਠੇ ਸਿੱਧੀਆਂ ਗੱਲਾਂ ਦੇ ਵਿੱਚ ਆ ਕੇ ਆਪਣਾ ਨੁਕਸਾਨ ਕਰਨ ਦਾ। ਸੋ ਫਿਲਹਾਲ ਇਜਾਜ਼ਤ ਦਿਓ ਜੀ, ਕੱਲ ਮਿਲਦੇ ਹਾਂ ਦ ਮਾਰਨਿੰਗ ਸ਼ੋਅ ਦੇ ਵਿੱਚ ਫਿਰ ਤੋਂ। ਸਾਰੇ ਜਣੇ ਆਪਣਾ ਖਿਆਲ ਰੱਖਿਓ, ਤੁਹਾਡਾ ਸਾਰਿਆਂ ਦਾ ਦਿਨ ਜਿਹੜਾ ਹੈ ਉਹ ਬਿਲਕੁਲ ਵਧੀਆ ਚੜੇ, ਸ਼ੁਭ ਰਹੇ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।